बड़ा लंबा सफ़र हो गया सियासत का, बहुत सारे उतार चढ़ाव देखे होणगे। ये जिंदगी का सफ़र हुण तक का किहो जिहा लंघिया तुहाडा? पब्लिक लाइफ होंदी है, पर्सनल लाइफ ये कोई नहीं होती कि जे कोई बंदा कहे कि मैं परिवार दे विच बैठ के पॉलिटिक्स करां, वो कभी बंदा सक्सैसफुल नहीं होता। तुहाडे फादर साहब पॉलिटिक्स वाले पासे सी, तुहाडा कदे इरादा सीगा कि सियासत दे विच जाना हैगा कि नहीं? मेरा नहीं सी, मेरा ब्रदर इंद्रजीत होनी ये पॉलिटिक्स उहदे सीगे ते मैनूं तो आप नहीं समझ लगी कि टिकट किवें मिल गई। इन्होंने अरदास करदे मेरी बांह फड़ दी ते कहंदे कि गुरु महाराज ਇਹਦੇ ਤੇ ਕਿਰਪਾ ਕਰਿਓ ਤੇ ਆਹ ਰਸਤਾ ਇਹਦੇ ਕੋਲ ਆਪਾਂ ਸੇਵਾ ਲੈਣੀ। ਇਹ ਬੜੀ ਵੱਡੀ ਗੱਲ ਹੈ ਔਰ ਅੱਜ ਵੀ ਜਦੋਂ ਮੈਂ ਯਾਦ ਕਰਦਾ ਮਨ ਵੀ ਭਰਦਾ ਕਿ ਬੜੀ ਸੱਚੀ ਸੁੱਚੀ ਆਤਮਾ ਸੀਗੇ ਵਡਾਲਾ ਸਾਹਿਬ। ਪਰਸਨਲ ਲਾਈਫ ਨਹੀਂ ਰਹਿੰਦੀ ਉਸ ਤਰੀਕੇ ਨਾਲ, ਤੁਹਾਡੇ ਫਾਦਰ ਸਾਹਿਬ ਦੀ ਵੀ ਉਸੇ ਤਰੀਕੇ ਨਾਲ ਹੋਊਗੀ ਤੇ ਫਿਰ ਉਹ ਜਿਹੜਾ ਗੈਪ ਪੈਂਦਾ ਸੀਗਾ ਪਰਿਵਾਰ ਦੇ ਨਾਲ, ਉਹ ਤੁਸੀਂ ਆਪ ਕਿਉਂਕਿ ਹੰਡਾਇਆ ਹੋਊਗਾ। ਮੈਂ 10ਵੀਂ 'ਚੋਂ ਪਾਸ ਹੋਇਆ ਤੇ मैं अपने फादर को दसिया मैं जी मैं पास हो गया। कहते किहड़ी क्लास 'ਚ सीगा तू? टैग लग गए कि ये चोर ने ठग ने, लगता कि ये भी सियासतदाना दे करके ही होया है जां पहली चीज़ ने? ਅਸੀਂ ਆਪਣੀ ਕਲਾਸ ਨੂੰ ਇੰਨਾ ਕੁ ਬਦਨਾਮ ਕਰ ਲਿਆ ਹੈ ਕਿ ਮੈਂ ਨਹੀਂ ਕਹਿੰਦਾ ਕਿ ਨਹੀਂ ਠੱਗ ਚੋਰ। ਜਦੋਂ ਪਹਿਲੀ ਚੋਣ ਲੜੀ ਸੀ ਉਹ ਕਿਹੋ ਜਿਹਾ ਮਾਹੌਲ ਸੀ ਉਸ ਵਿੱਚ? ਪਹਿਲੀ ਇਲੈਕਸ਼ਨ ਲੜੀ, ਮੇਰਾ ਤੇ ਧਿਆਨ ਵੀ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਨੀ, ਪਹਿਲਾਂ ਹੀ ਹਾਰ ਗਏ। ਕਹਿੰਦਾ ਪੁੱਤ ਇਹ ਜਿਹੜੀ ਹਾਰ ਹੈ ਨਾ ਪਹਿਲੀ, ਇਹੋ ਜ਼ਿੰਦਗੀ 'ਚ ਕਾਮਯਾਬੀ ਦਿੰਦੀ ਹੈ। ਕਹਿੰਦੇ ਜੇ ਤੂੰ ਪਹਿਲੀ ਵਾਰ ਜਿੱਤ ਜਾਂਦਾ ਤੇ ਤੇਰਾ ਦਿਮਾਗ ਖਰਾਬ ਹੋ ਜਾਣਾ। ਮਿੱਤਰ ਵੀ ਬਹੁਤ ਘੱਟ ਬਣਦੇ ਨੇ ਤੇ ਦੁਸ਼ਮਣ ਵੀ ਬਣਦੇ ਨੇ ਤੇ ਬੜੇ ਘੱਟ ਬਣਦੇ ਨੇ, ਪਰ ਜਦੋਂ ਬਣਦੇ ਨੇ ਤਾਂ ਉਹ ਬੜਾ ਗੰਭੀਰ ਅਸਰ ਰੱਖਦੇ ਨੇ ਜ਼ਿੰਦਗੀ। ਪੋਲਿਟਿਕਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕੋਈ ਪਰਮਾਨੈਂਟ ਮਿੱਤਰ ਹੁੰਦਾ ਤੇ ਕੋਈ ਪਰਮਾਨੈਂਟ ਦੁਸ਼ਮਣ ਹੁੰਦਾ। ਐਮਐਲਏ ਬਣ ਕੇ ਤੇ ਉਸ ਤੋਂ ਬਾਅਦ ਜਦੋਂ ਡਿਪਟੀ ਸੀਐਮ ਤੱਕ ਦੀ ਕੁਰਸੀ ਤੱਕ ਪਹੁੰਚਣਾ, ਲੱਗੇ ਕਿ ਪਾਵਰ ਦਾ ਅਸਰ ਹੁੰਦਾ ਤੇ ਬੰਦੇ ਦੇ ਹੱਥ ਬਹੁਤ ਕੁਝ ਹੁੰਦਾ, ਬੰਦਾ ਬਹੁਤ ਕੁਝ ਕਰ ਸਕਦਾ ਉਸ ਵਿੱਚ। ਅਜੇ ਮੈਂ ਨਾ ਆਪਣੀ ਲਾਈਫ 'ਚ ਐਬਸੋਲੂਟ ਪਾਵਰ ਵੇਖੀ। ਬੰਦੇ ਉਸ ਦਾ ਦਿਮਾਗ ਖਰਾਬ ਹੁੰਦਾ ਜਿਹਨੇ ਜ਼ਿੰਦਗੀ 'ਚ ਨਾ ਕੋਈ ਵੇਖਿਆ ਤੇ ਜਿਹਦਾ ਕਰਪਸ਼ਨ ਵੱਲ ਧਿਆਨ ਹੋਵੇ। ਜਦੋਂ ਹੁਣ ਤੁਸੀਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ, ਇਹਨਾਂ ਬੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਲੋਕਾਂ ਦੀਆਂ, ਇਹਦੇ ਵਿੱਚ ਵੀ ਕ੍ਰੈਡਿਟ ਵਾਰ ਲੱਗੀ ਰਹੀ, ਹਰੇਕ ਬੰਦਾ ਦੌੜ ਲਾਉਂਦਾ ਰਿਹਾ ਵੀ ਮੈਂ ਇੱਕ ਚੀਜ਼ ਜਿਹੜੀ ਕ੍ਰੈਡਿਟ ਵਾਰ ਜਿਹੜੀ ਆ, ਮੈਂ ਤੁਹਾਨੂੰ ਇੱਕੋ ਲਾਈਨ 'ਚ ਗੱਲ ਕਰਦੇ ਕਿ ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਤੇ ਉਹ ਵਡਾਲਾ ਸਾਹਿਬ। ਪਾਵਰ ਆ ਜਾਂਦੀ ਹੈ ਨਾ, ਕਹਿੰਦੇ ਕਿ ਐਬਸੋਲਿਊਟ ਪਾਵਰ ਕਰਪਟ ਦਾ ਪਰਸਨ ਹੈ ਨਾ, ਉਹ ਬੜੀ ਈਡੀਐਮ ਜਿਹਾ ਬਣਿਆ ਹੋਇਆ ਇੱਕ, ਤੇ ਤੁਸੀਂ ਉਹ ਪਾਵਰ ਦੇਖੀ ਵੀ ਹੈਗੀ ਆ। ਕਦੇ ਇੱਦਾਂ ਵੀ ਹੋਇਆ ਕਿ ਨਾ ਚਾਹੁੰਦੇ ਹੋਏ ਕੁਝ ਗਲਤ ਕਦਮ ਚੁੱਕੇ ਗਏ? ਮੇਰਾ ਖਿਆਲ ਨਹੀਂ ਚੁੱਕਿਆ ਗਿਆ, ਕਿਉਂਕਿ ਬਾਦਲ ਪਰਿਵਾਰ ਤੇ ਹਮੇਸ਼ਾ ਇਲਜ਼ਾਮ ਲਗਾਉਂਦੇ ਰਹੇ ਹੋ। ਉਹਨਾਂ ਨੇ ਤਾਂ 5 ਵਾਰ ਰਾਜ ਵੀ ਕੀਤਾ। ਮੇਰੇ ਖਿਆਲ ਕਿ ਗਿਆਨੀ ਜੈਲ ਸਿੰਘ ਤੇ ਜੇ ਪਹਿਲਾ ਕੇਸ ਬਣਾਇਆ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ। ਤੇ ਮੇਰੇ ਖਿਆਲ ਬਾਦਲ ਸਾਹਿਬ ਜਦੋਂ ਮੇਰੀ ਸੁਣਨਗੇ ਉਹਨਾਂ ਨੂੰ ਪਤਾ ਵੀ ਲੱਗ ਜਾਊਗਾ ਕਿ ਗਿਆਨੀ ਜੈਲ ਸਿੰਘ ਨੇ ਕੀ ਆਸਾਨ ਕੀਤਾ ਸੀ ਤੇ ਮੈਂ ਉਹਦੇ 'ਚ ਕੀ ਉਹਦੇ ਤੇ ਭਾਜੀ ਪਾਈ। ਜਦੋਂ ਇੱਕ ਪਾਸੇ ਅਸੀਂ ਇਨਸਾਫ ਮੰਗ ਰਹੇ ਸੀ ਕਿਉਂਕਿ ਸਰਕਾਰ ਦੂਸਰੀ ਸੀ, ਫਿਰ ਤੁਹਾਡੀ ਸਰਕਾਰ ਬਣੀ, ਫਿਰ ਤੁਸੀਂ ਇਨਸਾਫ ਦੇਣ ਵਾਲੇ ਬਣਨਾ ਸੀਗਾ। ਇਹ ਦੋਹੇ ਚੀਜ਼ਾਂ ਕਿਵੇਂ ਐਨਾਲਿਸਿਸ ਕਰਦੇ ਹੋ? ਕਿਉਂਕਿ ਇੱਕ ਪਾਸੇ ਅਸੀਂ ਇਨਸਾਫ ਮੰਗ ਰਹੇ ਸੀਗੇ, ਦੂਜੇ ਪਾਸੇ ਪਾਵਰ ਆਈ, ਫਿਰ ਅਸੀਂ ਇਨਸਾਫ ਕਰਨਾ ਸੀ। ਕੈਪਟਨ ਸਾਹਿਬ ਨੂੰ ਕਹਿੰਦੇ ਰਹੇ ਆ, ਉਹਨਾਂ ਦਾ ਪਤਾ ਨਹੀਂ ਕੀ ਮਜਬੂਰੀ ਸੀ ਉਹਨਾਂ ਦੀ। ਤੁਹਾਡੇ ਕੋਲ ਫਾਈਲਾਂ ਸੀ, ਸਾਰਾ ਕੁਝ ਤੁਹਾਡੇ ਸਾਹਮਣੇ ਸੀਗਾ। ਇੱਕ ਚੀਜ਼ ਤੇ ਇਨਵੋਲਵਮੈਂਟ ਤੇ ਰਾਮ ਰਹੀਮ ਦੀ 100% ਹੈ। 300 ਗਜ ਤੇ ਤੋਪਾਂ ਲੱਗੀਆਂ ਸੀ ਜੀ। ਇੱਥੇ 에ਅਰ ਅਟੈਕ ਜਦੋਂ ਹੋਣਾ ਤੇ ਅਸੀਂ ਸਾਰੇ ਬੰਕਰ 'ਚ ਵੜ ਜਾਣਾ। ਅੱਛਾ, ਇਹ ਬੰਕਰ ਬਿਲਕੁਲ ਇੱਥੇ ਆ ਥਾਂ ਜਿੱਥੇ ਆਪਾਂ ਖੜੇ ਹਾਂ ਤੁਸੀਂ, ਇਹ ਆ ਸਾਡੇ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਹੁੰਦਾ ਸੀ ਇੱਥੇ। ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਬਾਰਡਰ ਤੇ ਰਹਿੰਦੇ ਜਿਹੜੇ ਲੋਕ ਆ, ਉਹਨਾਂ ਨੇ ਕਿਸ ਤਰੀਕੇ ਨਾਲ 73 ਦੀ ਜੰਗ ਦਾ ਸਮਾਂ ਹੰਡਾਇਆ, 65 ਦੀ ਜੰਗ ਦਾ ਸਮਾਂ ਹੰਡਾਇਆ। ਗੱਲ ਬੋਲੋ, ਮੈਂ 6 ਸਾਲ ਦਾ ਸੀ 65 ਦੀ ਵਾਰ 'ਚ, ਤੇ ਉਸ ਵੇਲੇ ਸਾਨੂੰ ਰਾਤ ਨਿਕਲਣਾ ਪਿਆ ਸੀ ਪਿੰਡ। ਤੇ ਮੈਨੂੰ ਅੱਜ ਵੀ ਯਾਦ ਹੈ, ਮੈਂ ਨਿੱਕਰ ਪਾਈ ਸੀ, ਗਰਮੀਆਂ ਸੀਗੀਆਂ। ਸ਼ਹਿਰ ਦੇ ਵਿੱਚ ਰਹਿਣਾ ਤੇ ਪਿੰਡ ਦੇ ਵਿੱਚ ਰਹਿਣਾ, ਇਹ ਕਿੰਨਾ ਕੁ ਤੁਹਾਨੂੰ ਡਿਫਰ ਕਰਦਾ? ਤੁਸੀਂ ਪ੍ਰੈਫਰ ਕਿੱਥੇ ਕਰਦੇ? ਸ਼ਹਿਰ ਦੇ ਵਿੱਚ ਰਹਿਣਾ ਪ੍ਰੈਫਰ ਕਰਦੇ ਜਾਂ ਇੱਥੇ ਪਿੰਡ 'ਚ ਰਹਿਣਾ ਪ੍ਰੈਫਰ ਕਰਦੇ? ਨਾ ਗੁਆਂਢੀ ਦਾ ਪਤਾ ਨਹੀਂ ਨਾਲ ਦਾ ਕੌਣ ਹੈ, ਤੇ ਮੇਰੇ ਖਿਆਲ ਕਿ ਕਦੀ ਬੋਲੀ ਦਾ ਵੀ ਨਹੀਂ, ਬੁਲਾਈ ਦਾ ਵੀ ਨਹੀਂ। ਤੇ ਪਿੰਡ ਦੇ ਵਿੱਚ ਤੇ ਕੋਈ ਚਾਚਾ ਆ ਗਿਆ, ਕੋਈ ਤਾਇਆ ਆ ਗਿਆ, ਕੋਈ ਭਰਾ ਆ ਗਿਆ।
ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਫ਼ਰ ਏ ਜ਼ਿੰਦਗੀ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਅੱਜ ਇੱਕ ਅਜਿਹੇ ਸ਼ਖਸ ਦੀ ਜ਼ਿੰਦਗੀ ਦੀ ਗੱਲ ਕਰਨੀ ਹੈ, ਇੱਕ ਅਜਿਹੇ ਵਿਅਕਤੀ ਦੇ ਸਫ਼ਰ ਦੀ ਗੱਲ ਕਰਨੀ ਹੈ ਜਿਹਨੂੰ ਸਿਆਸਤ ਦੀ ਗੁੜਤੀ ਘਰੋਂ ਮਿਲੀ। ਹਾਲਾਂਕਿ ਅੱਜ ਇਹ ਵੀ ਜਾਣਾਂਗੇ ਕਿ ਕੀ ਸਿਆਸਤ ਦੇ ਵਿੱਚ ਜਾਣਾ ਸੀ ਜਾਂ ਨਹੀਂ ਸੀਗਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਵੇਲੇ ਜਿਸ ਪ੍ਰੋਫੈਸ਼ਨ ਦੇ ਵਿੱਚ ਵਿਅਕਤੀ ਹੁੰਦਾ ਉਹ ਉਹਦੇ ਵਿੱਚ ਜਾਣਾ ਚਾਹੁੰਦਾ ਜਾਂ ਨਹੀਂ ਚਾਹੁੰਦਾ, ਬਹੁਤ ਸਾਰੇ ਭੇਦ ਹੁੰਦੇ ਨੇ। ਅੱਜ ਸਾਡੇ ਨਾਲ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ। ਗੱਲਬਾਤ ਕਰਾਂਗੇ, ਸਮਝਾਂਗੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਕਿ ਕਿਹੜੇ-ਕਿਹੜੇ ਉਤਾਰ ਚੜਾਅ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ। ਪਹਿਲਾਂ ਸਵਾਗਤ ਕਰਦੇ ਸਰ, ਬਹੁਤ-ਬਹੁਤ ਸਵਾਗਤ ਤੁਹਾਡਾ। ਰੰਧਾਵਾ ਸਾਹਿਬ, ਜ਼ਿੰਦਗੀ ਬਹੁਤ ਕੁਝ ਦਿਖਾਉਂਦੀ ਬੰਦੇ ਨੂੰ, ਤਾਂ ਇਹ ਤੁਹਾਡਾ ਸਫ਼ਰ ਵੀ ਹੁਣ ਮੈਨੂੰ ਲੱਗਦਾ ਬੜਾ ਲੰਮਾ ਸਫ਼ਰ ਹੋ ਗਿਆ ਸਿਆਸਤ ਦਾ, ਬਹੁਤ ਸਾਰੇ ਉਤਾਰ ਚੜਾਅ ਦੇਖੇ ਹੋਣਗੇ। ਇਹ ਜ਼ਿੰਦਗੀ ਦਾ ਸਫ਼ਰ ਹੁਣ ਤੱਕ ਦਾ ਕਿਹੋ ਜਿਹਾ ਲੰਘਿਆ ਤੁਹਾਡਾ? ਦੇਖੋ, ਜਿਹੜੇ ਪੋਲੀਟੀਕਲ ਬੰਦਾ ਜਿਹੜਾ ਹੁੰਦਾ ਇਹਦੀ ਤੇ ਜੇ ਆਪਾਂ ਸਫ਼ਰ ਕਹੀਏ ਤੇ ਇਹਦੇ 'ਚ ਪੋਲੀਟੀਕਲ ਲਾਈਫ ਦੇ ਵਿੱਚ ਉਹ ਪਬਲਿਕ ਲਾਈਫ ਹੁੰਦੀ ਹੈ, ਪਰਸਨਲ ਲਾਈਫ ਇਹਦੇ 'ਚ ਕੋਈ ਨਹੀਂ ਹੁੰਦੀ। ਕਿ ਜੇ ਕੋਈ ਬੰਦਾ ਕਵੇ ਕਿ ਮੈਂ ਪਰਿਵਾਰ ਦੇ ਵਿੱਚ ਬੈਠ ਕੇ ਪੋਲੀਟਿਕਸ ਕਰਾਂ, ਉਹ ਕਦੀ ਬੰਦਾ ਸਕਸੈਸਫੁਲ ਨਹੀਂ ਹੁੰਦਾ। ਪਹਿਲਾਂ ਪਬਲਿਕ ਨੂੰ ਰੱਖਣਾ ਪੈਂਦਾ, ਬਾਅਦ 'ਚ ਪਰਿਵਾਰ ਆ ਜੀ। ਅਤੇ ਮੈਂ ਤਾਂ ਬਾਈ ਇਹ ਕਹਿ ਦਈਏ ਕਿ ਮੇਰੇ ਫਾਦਰ 97 ਦੇ ਵਿੱਚ ਪ੍ਰੈਜ਼ੀਡੈਂਟ ਸੀਗੇ। ਸਰਦਾਰ ਲਖਮੀਰ ਸਿੰਘ ਰੰਧਾਵਾ ਫਤਿਹਗੜ੍ਹ ਚੂੜੀਆਂ ਤੋਂ ਐਜੂਕੇਸ਼ਨ ਮਿਨਿਸਟਰ ਵੀ ਸੀਗੇ ਅਤੇ ਇੱਥੋਂ MLA ਵੀ ਸੀਗੇ। ਅਤੇ ਉਸ ਟਾਈਮ ਉਹਨਾਂ ਦੀ ਟਿਕਟ ਕੱਟ ਕੇ ਅਤੇ ਮੈਨੂੰ 97 'ਚ ਦਿੱਤੀ ਅਤੇ ਮੈਂ 5000 ਵੋਟ ਨਾਲ ਹਾਰ ਗਿਆ ਸੀ ਜੀ। 2002 'ਚ ਮੈਂ ਇਲੈਕਸ਼ਨ ਜਿੱਤ ਗਿਆ, ਫਿਰ 2007 'ਚ ਹਾਰ ਗਿਆ, ਅਤੇ ਫਿਰ 3 ਵਾਰਾਂ ਲਗਾਤਾਰ ਮੈਂ ਡੇਰਾ ਬਾਬਾ ਨਾਨਕ ਹਲਕੇ 'ਚੋਂ ਜਿੱਤਦਾ ਆ ਰਿਹਾ। ਔਰ ਇਸ ਜਿਹੜਾ ਮੇਰਾ ਇਲਾਕਾ ਵਾ, ਹਲਕਾ ਵਾ, ਇਹਨਾਂ ਦਾ ਕਦੀ ਵੀ ਮੇਰਾ ਪਰਿਵਾਰ ਦੇਣ ਨਹੀਂ ਦੇ ਸਕਦਾ ਜੀ। ਕਿਉਂਕਿ ਮੇਰੇ ਪਿਤਾ ਜੀ ਤੋਂ ਲੈ ਕੇ 69 'ਚ ਉਹ MLA ਬਣੇ। ਪਹਿਲਾਂ ਜ਼ਿਲ੍ਹੇ ਦੇ ਪ੍ਰਧਾਨ ਹੁੰਦੇ ਸੀ, ਫਿਰ ਪਹਿਲਾਂ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਸੀ। 1955 ਦੇ ਵਿੱਚ ਜਿਹੜੀ ਪਹਿਲੀ ਪੰਚਾਇਤ ਬਣੀ ਆ ਉਹਦੇ ਉਹ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸੀ। ਅਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਸਾਡੇ ਪਿੰਡ ਆਏ ਸੀ, ਉਹ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ, ਅਤੇ ਉਹਨਾਂ ਨੇ ਪਿੰਡ 'ਚ ਇੱਕ ਹਾਈ ਸਕੂਲ ਦਿੱਤਾ। ਉਹਦਾ ਅੱਜ ਵੀ ਇੱਥੇ ਜਿਹੜਾ ਹਾਈ ਸਕੂਲ ਹੈ ਉਸ ਟਾਈਮ ਦਾ ਬਣਿਆ। ਇਸ ਪਿੰਡ ਨੂੰ, ਇਹ ਸਾਡੇ ਪਿੰਡ ਨੂੰ ਉਸ ਵੇਲੇ ਸੜਕ ਦੇ ਕੇ ਗਏ। ਉਸ ਵੇਲੇ ਬਿਜਲੀ ਵੀ 1955 ਦੇ ਵਿੱਚ ਇਸ ਪਿੰਡ 'ਚ ਕੈਰੋਂ ਸਾਹਿਬ ਇਹ ਕਰਕੇ ਗਏ ਸੀ ਜੀ। ਰੰਧਾਵਾ ਸਾਹਿਬ, ਜਦੋਂ ਤੁਹਾਡੀ ਅਸੀਂ ਜ਼ਿੰਦਗੀ ਦੀ ਗੱਲ ਕਰੀਏ, ਕਿਉਂਕਿ ਤੁਹਾਡੇ ਫਾਦਰ ਸਾਹਿਬ ਪੋਲੀਟਿਕਸ ਵਾਲੇ ਪਾਸੇ ਸੀ, ਤੁਹਾਡਾ ਕਦੇ ਇਰਾਦਾ ਸੀਗਾ ਕਿ ਸਿਆਸਤ ਦੇ ਵਿੱਚ ਜਾਣਾ ਹੈਗਾ ਕਿ ਨਹੀਂ ਜਾਣਾ? ਮੇਰਾ ਨਹੀਂ ਸੀ, ਮੇਰਾ ਬ੍ਰਦਰ ਇੰਦਰਜੀਤ ਹੋਣੀ ਪੋਲੀਟਿਕਸ ਉਹਦੇ 'ਚ ਸੀਗੇ ਜੀ। ਅਤੇ ਮੈਨੂੰ ਤਾਂ ਆਪ ਨਹੀਂ ਸਮਝ ਲੱਗੀ ਕਿ ਟਿਕਟ ਕਿਵੇਂ ਮਿਲ ਗਈ। ਅਤੇ ਪਰ ਉਹਦੇ ਵਾਕਈ ਪਹਿਲਾਂ ਮੈਂ ਲੋਕਾਂ ਨੂੰ ਵੀ ਪਤਾ ਜਾਂ ਸਾਰਿਆਂ ਨੂੰ ਪਤਾ ਕਿ ਇੰਦਰਜੀਤ ਹੋਣੀ ਪੋਲੀਟਿਕਸ ਵਿੱਚ ਸੀਗੇ, ਮੈਂ ਨਹੀਂ ਸੀ। ਔਰ ਮੇਰਾ ਕਦੀ ਬਹੁਤਾ ਇੰਟਰਸਟ ਵੀ ਨਹੀਂ ਸੀ ਹੋਇਆ। ਔਰ ਮੇਰਾ ਇੰਨਾ ਕੁ ਸੀਗਾ ਕਿ ਟੈਰਰਿਜ਼ਮ ਦੇ ਟਾਈਮ 'ਚ ਉਸ ਵੇਲੇ ਪਰਿਵਾਰ ਦਾ ਜੀ ਇੱਕ ਨਾਲ ਜ਼ਰੂਰ ਹੁੰਦਾ ਸੀ, ਅਤੇ ਮੈਂ ਆਪਣੇ ਫਾਦਰ ਨਾਲ ਪਿੰਡ ਕਦੀ ਕਦੀ ਆਉਂਦਾ। ਪਰ ਇੰਦਰਜੀਤ ਜ਼ਿਆਦਾ ਉਸ ਟਾਈਮ ਇੰਦਰਜੀਤ ਪਿੰਡ ਰਹਿ ਕੇ ਵਾਈ ਵੀ ਕਰਾਉਂਦਾ ਰਿਹਾ, ਸਭ ਕੁਝ ਉਹਨਾਂ ਨੇ ਕਰਵਾਈ। ਮੇਰੇ ਮਦਰ ਅਤੇ ਇੰਦਰਜੀਤ ਹੁਣ ਮੇਰੇ ਬ੍ਰਦਰ ਪੂਰੇ ਟੈਰਰਿਜ਼ਮ ਦੇ ਟਾਈਮ 'ਚ ਵੀ ਪਿੰਡ 'ਚ ਰਹੇ। ਕਿੰਨੇ ਭਾਈ ਭੈਣ ਆਪਣਾ? ਮੇਰੀਆਂ 2 ਭੈਣਾਂ ਨੇ, ਦੋਨੋਂ ਵੱਡੀਆਂ ਨੇ। ਇੱਕ ਸ਼ਿਕਾਗੋ ਆ, ਇੱਕ ਜਲੰਧਰ ਆ। ਉਹਨਾਂ ਦੇ ਛੋਟੀ ਜਿਹੜੀ ਮੇਰੀ ਸਿਸਟਰ ਆ, ਉਹਨਾਂ ਦੇ ਦੋਵੇਂ ਬੇਟੇ ਉਹ ਵੀ ਬਾਹਰ ਨੇ, ਇੱਕ ਅਮਰੀਕਾ ਅਤੇ ਇੱਕ ਕੈਨੇਡਾ। ਕੈਨੇਡਾ ਵਾਲਾ ਡਾਕਟਰ ਆ, ਅਤੇ ਜਿਹੜਾ ਉੱਥੇ ਅਮਰੀਕਾ ਕੈਲੀਫੋਰਨੀਆ ਉਹ ਇੰਜੀਨੀਅਰ ਆ ਜੀ। ਅਤੇ ਜਦੋਂ ਅਸੀਂ ਤੁਹਾਡੀ ਪੜ੍ਹਾਈ ਦੀ ਗੱਲ ਕਰੀਏ, ਪੜ੍ਹਾਈ ਫਿਰ ਸਾਰੀ ਇਸੇ ਪਿੰਡ ਹੋਈ ਹੈ ਤੁਹਾਡੀ? ਨਹੀਂ, ਮੈਂ 7th ਤੱਕ ਇਸੇ ਪਿੰਡ ਦੇ ਧਾਰੋ ਵਾਲੀ ਸਕੂਲ 'ਚ ਪੜ੍ਹਿਆ। ਉਹਦੇ ਬਾਅਦ ਮੇਰੇ ਫਾਦਰ 72 'ਚ ਮਿਨਿਸਟਰ ਬਣ ਗਏ ਜੀ, ਅਤੇ ਫਿਰ ਮੈਂ ਵੀ ਚੰਡੀਗੜ੍ਹ ਚਲਾ ਗਿਆ। ਉਹਦੇ ਬਾਅਦ ਮੈਂ ਚੰਡੀਗੜ੍ਹ ਹੀ ਪੜ੍ਹੀ। ਬਾਕੀ ਸਾਰੀ ਪੜ੍ਹਾਈ ਉੱਥੇ ਹੋਈ ਤੁਹਾਡੀ? ਅਤੇ ਜਦੋਂ ਅਸੀਂ ਪੜ੍ਹਾਈ ਦੀ ਗੱਲ ਕਰੀਏ, ਕਿਹੜੇ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ? ਮੈਂ ਕਾਲਜ ਤੱਕ ਰਿਹਾ, ST ਕਾਲਜ 'ਚ ਮੈਂ ਗ੍ਰੈਜੂਏਸ਼ਨ ਕੀਤੀ ਸੀ। ਅਤੇ ਆ ਜਿਹੜੇ ਪਿੰਡ ਵਾਲੇ ਸਕੂਲ 'ਚੋਂ ਜਾਂ ਪ੍ਰਾਇਮਰੀ ਸਕੂਲ 'ਚੋਂ, ਦੋਨਾਂ ਨੂੰ ਮੇਰਾ ਖਿਆਲ ਹੈ ਕਿ ਪੰਜਾਬ 'ਚੋਂ ਮੈਂ ਕਹਿ ਸਕਦਾ ਕਿ ਮੈਂ ਇਹਨਾਂ ਦੋਨਾਂ ਸਕੂਲਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਯਾਦਾਂ ਜੁੜੀਆਂ ਹੁੰਦੀਆਂ ਨੇ ਨਾ ਉਸ ਸਕੂਲ ਦੇ ਵਿੱਚ ਜਿੱਥੇ ਤੁਸੀਂ ਪੜ੍ਹੇ ਹੋਵੋ, ਉਹ ਮੌਕਾ ਮਿਲੇ ਤੁਹਾਨੂੰ ਬਾਅਦ 'ਚ ਉਹਨੂੰ ਸੁਧਾਰਨ ਦਾ। ਫਿਰ ਪਿੰਡ ਵੀ ਜਿਹੜਾ ਸੀ, ਪਿੰਡ ਦੀ ਵੀ ਮੈਂ ਕਾਫੀ ਕੋਸ਼ਿਸ਼ ਕੀਤੀ ਕਿ ਪਿੰਡ ਨੂੰ ਸੋਹਣਾ ਬਣਾਈਏ, ਕਿਉਂਕਿ ਉਹ ਸਾਡਾ ਪਿੰਡ ਬੜਾ ਹਿਸਟੋਰੀਕਲ ਆ। ਸਰਦਾਰ ਲਛਮਣ ਸਿੰਘ ਧਾਰੋ ਵਾਲੀ ਜਿਨ੍ਹਾਂ ਨਨਕਾਣਾ ਸਾਹਿਬ ਦਾ ਸਾਕਾ ਜਦੋਂ ਹੋਇਆ, ਅਤੇ ਉਹਨਾਂ ਦੀ ਸ਼ਹਾਦਤ ਇਸ ਪਿੰਡ ਤੋਂ ਬਾਹਰ ਦੇ ਵਿੱਚ ਵੀ ਧਾਰੋ ਵਾਲੀ ਹੁੰਦੀ ਰਹਿਣ ਵਾਲੇ ਆ। ਪਿੰਡ ਨਾਲ ਹੀ ਜਿਹੜੀ ਕੰਧ ਆ, ਇਹ ਉਹਨਾਂ ਦੇ ਘਰ ਸੀਗਾ, ਅਤੇ ਅੱਜ ਵੀ ਬੇਰੀ ਉਸ ਟਾਈਮ ਦੀ ਖੜੀ ਆ ਉਹਨਾਂ ਦੇ ਘਰ ਦੀ। ਤੋ ਉਹਦੇ ਕਰਕੇ ਵੀ ਪਿੰਡ ਨੂੰ ਕਿ ਉਹਨਾਂ ਦਾ ਹਰ ਸਾਲ ਦਿਲ ਵੀ ਮਨਾਈਦਾ, ਅਤੇ ਮੇਰਾ ਸੀਗਾ ਕਿ ਪਿੰਡ ਜਿਹੜਾ
ਦੇਖਣਾ ਚਾਹੀਦਾ ਕਿ ਸ਼ਹੀਦਾਂ ਦਾ ਪਿੰਡ ਆ, ਅਤੇ ਉਹਦੇ ਕਰਕੇ ਵੀ ਪਿੰਡ ਦੀ ਵੀ ਡਿਵੈਲਪਮੈਂਟ ਕੀਤੀ, ਇਲਾਕੇ ਦੀ ਵੀ ਕੀਤੀ। ਸੜਕ ਤੁਸੀਂ ਦੇਖੀ ਹੈ ਕਿੱਡੀ ਮੈਂ ਫਸਟ ਕਲਾਸ ਬਣਾਈ ਹੈ। ਅਤੇ ਨਾਲ ਹੀ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਿਆ, ਵਾਕਿਆ ਬੜਾ ਮੈਨੂੰ ਬੜੇ ਮਾਣ ਵਾਲੀ ਗੱਲ ਹੈ ਮੇਰੇ ਲਈ ਕਿ 2002 'ਚ ਜਦੋਂ ਬਣਿਆ ਮੈਂ, ਅਤੇ ਉਸ ਟਾਈਮ ਕਰਤਾਰਪੁਰ ਸਾਹਿਬ ਨੂੰ ਜਿਹੜੀ ਸੜਕ ਸੀਗੀ ਡੇਰਾ ਬਾਬਾ ਨਾਨਕ ਤੋਂ, ਅਤੇ ਉਹ ਵੀ ਮੈਨੂੰ ਹੀ ਉਹਦੀ ਸੇਵਾ ਜਿਹੜੀ ਸੀ ਅਸੀਂ ਮਿਲੀ। ਅਤੇ ਉੱਥੋਂ ਡੇਰਾ ਬਾਬਾ ਨਾਨਕ ਤੋਂ ਤੁਸੀਂ ਤੱਕ ਜਿੱਥੇ ਲੋਕ ਦਰਸ਼ਨ ਕਰਦੇ ਨੇ, ਉੱਥੋਂ ਤੱਕ ਮੈਂ 2002 'ਚ ਪਹਿਲੀ ਜਿਹੜੀ ਸੜਕ ਬਣੀ ਸੀ। ਉਸ ਤੋਂ ਪਹਿਲਾਂ ਬਹੁਤ ਬੁਰਾ ਹਾਲ ਸੀਗਾ, ਉੱਥੇ ਰਸਤਾ ਹੀ ਹੈ ਨਹੀਂ ਸੀ, ਉਹਦੇ ਤੋਂ ਜਾਈਦਾ ਸੀ ਵਡਾਲਾ ਸਾਹਿਬ ਤੁਰ ਕੇ ਜਾਂਦੇ ਸੀ ਲੋਕ। ਵੇਖੋ ਅੱਜ ਕੋਈ ਕ੍ਰੈਡਿਟ ਕਵੇ ਕਿ ਜੀ ਉਹਨੇ ਬਣਾਤੀ ਇਹਨੇ ਬਣਾਤੀ, ਮੈਂ ਅੱਜ ਪੂਰੇ ਜ਼ਿੰਮੇਵਾਰੀ ਨਾਲ ਕਹਿਣਾ ਕਿ ਉਹਨੂੰ ਅਕਾਲ ਪੁਰਖ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ। ਪਰ ਜੇ ਕਰਤਾਰਪੁਰ ਸਾਹਿਬ ਲਾਂਘੇ ਦਾ ਜਾਂ ਦਰਸ਼ਨ ਦਾ ਸਿਹਰਾ ਜਾਂਦਾ, ਕ੍ਰੈਡਿਟ ਜਾਂਦਾ, ਉਹ ਵਡਾਲਾ ਸਾਹਿਬ ਨੂੰ ਜਾਂਦਾ, ਕਿਉਂਕਿ ਉਹਨਾਂ ਨੇ 97 ਤੋਂ ਪਹਿਲਾਂ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ। ਅਤੇ ਮੈਂ ਵੀ ਉਹਨਾਂ ਨਾਲ ਕਦੀ ਕਦੀ ਜਾਂਦਾ ਹੁੰਦਾ ਸੀ। ਅਤੇ ਮੈਨੂੰ ਕਹਿੰਦੇ ਕਾਕਾ ਰਾਹ ਹੀ ਹੈ ਨਹੀਂ। ਮੈਂ ਜੀ ਹੁਣ ਤਾਂ ਕਿਤੇ MLA ਬਣਾਂਗੇ, ਅਤੇ ਫਿਰ ਹੀ ਇਹ ਮੇਰੇ ਕੋਲ 1921 ਦੀ ਗੱਲ ਆ, ਹਰ ਸੰਗਰਾਂਤੀ। ਅਤੇ ਮੈਂ ਦੂਜੇ ਤੀਜੇ ਸੰਗਰਾਂਦ 'ਤੇ ਜਾਂਦਾ ਸੀ। ਉਸ ਵੇਲੇ ਜਿਹੜੇ MP ਬਣੇ ਨੇ ਦਿੱਲੀ ਵਾਲੇ ਗਾਇਕ ਜਿਹੜੇ ਨੇ ਜਲੰਧਰ ਵਾਲੇ, ਹੰਸਰਾਜ ਹੋਣੀ, ਇਹ ਵੀ ਉਸ ਦੇ ਨਾਲ ਸੀਗੇ। ਅਤੇ ਉੱਥੇ ਅਰਦਾਸ ਇਹ ਵੀ ਕਰਨ ਗਏ, ਅਤੇ ਇਕੱਠੇ ਹੀ ਗਏ, ਤੁਰੇ ਜਾਂਦੇ ਉੱਥੋਂ ਕੱਚੇ ਰਾਹ। ਅਤੇ ਮੈਂ ਕਿਹਾ ਜੇ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਔਰ ਵਾਕਿਆ ਮੈਨੂੰ ਅੱਜ ਵੀ ਯਾਦ ਹੈ ਉਹ ਚੀਜ਼ ਦੀ ਕਿ ਇਹਨਾਂ ਨੇ ਅਰਦਾਸ ਕਰਦੇ ਮੇਰੀ ਬਾਂਹ ਫੜ ਲਈ ਅਤੇ ਕਹਿੰਦੇ ਕਿ ਗੁਰੂ ਮਹਾਰਾਜ ਇਹਦੇ 'ਤੇ ਕਿਰਪਾ ਕਰਿਓ ਅਤੇ ਆਹ ਰਸਤਾ ਇਹਦੇ ਕੋਲੋਂ ਆਪਾਂ ਸੇਵਾ ਲੈਣੀ ਹੈ। ਇਹ ਬੜੀ ਵੱਡੀ ਗੱਲ ਆ, ਔਰ ਅੱਜ ਵੀ ਜਦੋਂ ਮੈਂ ਯਾਦ ਕਰਦਾ ਮਨ ਵੀ ਭਰਦਾ ਕਿ ਬੜੀ ਸੱਚੀ ਸੁੱਚੀ ਆਤਮਾ ਸੀਗੇ ਵਡਾਲਾ ਸਾਹਿਬ। ਅਤੇ ਉਹਦੇ ਬਾਅਦ ਫਿਰ 440 ਅਤੇ ਉਹਦੇ ਬਾਅਦ ਜਿਹੜੀ ਜਦੋਂ ਮੈਂ 2000 ਦੁਬਾਰਾ ਬਣਿਆ, ਅਤੇ ਉਸ ਵੇਲੇ ਕਰਤਾਰਪੁਰ ਸਾਹਿਬ ਦੀ ਸੇਵਾ ਅਤੇ ਜਿਹੜੀ ਕੋਰੀਡੋਰ ਦੀ ਉਹ ਵੀ ਮੇਰੇ ਸੀ ਆਈ। ਅਤੇ ਨਾਲ ਹੀ ਹੁਣ ਜਿਹੜੀ ਸੀਗੀ ਇੱਕ ਮੇਰੇ ਮਨ 'ਚ ਬੜਾ ਸੀਗਾ ਕਿ ਜਦੋਂ ਜਲੰਧਰ ਵਾਲੀ ਸਾਈਡ ਤੋਂ ਆਈਦਾ ਅਤੇ ਰਸਤਾ ਬਹੁਤ ਖਰਾਬ ਸੀਗਾ, ਉਹ ਵੀ ਉਸ ਟਾਈਮ ਦੇ ਜਿਹੜੇ ਚੇਅਰਮੈਨ ਸੀਗੇ ਸੁਖਬੀਰ ਸਿੰਘ ਸੰਧੂ, ਉਹਨਾਂ ਨੂੰ ਰਿਕੁਐਸਟ ਕੀਤੀ ਕਿਉਂਕਿ ਉਹਨਾਂ ਦਾ ਆਪਣਾ ਪਿੰਡ ਵੀ ਸਠਿਆਲਾ, ਅਤੇ ਉਹਨਾਂ ਨੂੰ ਕਿਹਾ ਕਿ ਜੀ ਇਹ ਵੀ ਕਿਤੇ ਸੜਕ ਜਿਹੜੀ ਕੋਰੀਡੋਰ ਦੀ ਬਣਾ ਦਈਏ। ਅਤੇ ਮੈਂ ਤਾਂ ਉਹਨਾਂ ਆਖਿਆ ਮੈਂ 33 ਫੁੱਟ ਕਰ ਦੀ, ਕਹਿੰਦੇ ਜੇ ਬਣਾਉਣੀ ਹੁਣ 4 ਲੇਨਿੰਗ ਹੀ ਬਣੇਗੀ ਬਾਬੇ ਨਾਨਕ ਦੇ ਰਾਹ ਨੂੰ। ਔਰ ਸੰਧੂ ਸਾਹਿਬ ਦਾ ਧੰਨਵਾਦ ਕਿ ਉਸ ਵੇਲੇ ਬੰਦ ਵੀ ਹੋ ਗਈ ਹਾਈਵੇ, ਨੈਸ਼ਨਲ ਹਾਈਵੇ 'ਤੇ ਉਹਨਾਂ ਨੇ ਫਿਰ ਵੀ ਰਿਕੁਐਸਟ ਕਰਕੇ ਅਤੇ ਰਈਆ ਟੂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੱਕ 4 ਲੇਨ ਜਿਹੜੀ ਹੈ ਤੁਸੀਂ ਵੇਖਿਆ ਕੰਮ ਵੀ ਸਟਾਰਟ ਹੋ ਗਿਆ। ਰੰਧਾਵਾ ਸਾਹਿਬ, ਕਿਉਂਕਿ ਸਿਆਸਤ ਦੇ ਵਿੱਚ ਜਦੋਂ ਵਿਅਕਤੀ ਆਉਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਨੇ। ਤੁਹਾਡੇ ਘਰ ਦੇ ਵਿੱਚ ਤਾਂ ਪਹਿਲਾਂ ਹੀ ਮਾਹੌਲ ਇਹ ਸੀਗਾ ਕਿਉਂਕਿ ਫਾਦਰ ਸਾਹਿਬ ਸਿਆਸਤ ਦੇ ਵਿੱਚ ਸੀਗੇ, ਤਾਂ ਉਹਨਾਂ ਦਾ ਸਫ਼ਰ ਜਿਹੜਾ ਸੀਗਾ ਉਹਨੇ ਕਿੰਨਾ ਕੁ ਪ੍ਰਭਾਵਿਤ ਕੀਤਾ ਤੁਹਾਨੂੰ? ਜੇ ਮੈਂ ਕਹਾਂ ਕਿ ਉਹਨਾਂ ਦਾ ਸਫ਼ਰ ਜਿਹੜਾ ਮੈਂ 100% ਉਹਨਾਂ ਤੋਂ ਪ੍ਰਭਾਵਿਤ ਹੈ। ਮੈਂ ਜੇ ਕਿ ਇਹਨੂੰ ਆਈਡਲ ਮੰਨਦਾ ਤਾਂ ਮੈਂ ਆਪਣੇ ਫਾਦਰ ਨੂੰ ਮੰਨਦਾ। ਉਹਨਾਂ ਆਪਣੀ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ, ਅਤੇ ਇਮਾਨਦਾਰੀ ਵੀ ਉਹਨਾਂ ਨੇ ਪੂਰੀ ਸੱਚੀ ਸੁੱਚੀ ਰੱਖੀ। ਚਿੱਟੀ ਪੱਗ ਉਹਨਾਂ ਦੀ ਸੀਗੀ, ਔਰ ਜਿਹਦਾ ਕੰਮ ਹੋਣਾ ਮੇਰੇ ਖਿਆਲ ਮੈਕਸੀਮਮ ਜੇ ਆਪਾਂ ਕੱਢ ਲਈਏ ਅਤੇ ਜੋ ਉਹਨਾਂ ਨੇ ਨੌਕਰੀ ਦਿੱਤੀ ਆ ਇਹ ਕੋਈ ਲੀਡਰ ਵੀ ਨਹੀਂ ਕਰ ਸਕਦਾ। ਮੈਂ ਵੀ ਨਹੀਂ ਕਿ ਮੈਂ ਬਿਲਕੁਲ ਉੱਥੋਂ ਤੱਕ 10% ਤੱਕ ਵੀ ਨਹੀਂ ਪਹੁੰਚਿਆ। ਅਤੇ ਉਸ ਟਾਈਮ ਪੜ੍ਹਾਈ ਵੀ ਘੱਟ ਹੁੰਦੀ ਸੀ, ਅਤੇ ਰਸਤੇ ਤੁਰੇ ਜਾਂਦੇ ਬੁਲਾ ਲੈਂਦੇ ਤੇ ਕਿੰਨਾ ਪੜ੍ਹਿਆ, ਉਹਨੇ ਕਹਿਣਾ ਮੈਂ 8ਵੀਂ ਹਾਂ, ਮੈਂ 7ਵੀਂ ਹਾਂ, ਮੈਂ 5ਵੀਂ ਹਾਂ। ਅਤੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਤਕਰੀਬਨ ਜਿੰਨੇ ਪੰਚਾਇਤੀ ਰਾਜ 'ਚ ਤੁਸੀਂ ਅੱਜ ਵੀ ਵੇਖੋਗੇ ਜਿੰਨੇ ਸੈਕਟਰੀ ਪੁਰਾਣੇ ਤੁਰੇ ਆਉਂਦੇ ਨੇ, ਬਜ਼ੁਰਗ ਹੋ ਗਏ ਨੇ, ਰਿਟਾਇਰ ਹੋ ਗਏ ਨੇ, ਉਹ ਸਾਰੇ ਰੰਧਾਵਾ ਸਾਹਿਬ ਦੇ ਨੇ। ਵੈਟਰਨਰੀ ਫਾਰਮਾਸਿਸਟ ਪੰਜਾਬ 'ਚ ਜਿੰਨੇ ਕੁ ਲੱਗਦੇ ਉਹ ਸਾਰੇ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਦੇ ਲੱਗਦੇ ਹੁੰਦੇ ਸੀ। ਤਾਂ ਇਸ ਕਰਕੇ ਉਹਨਾਂ ਨੇ ਇੰਪਲੋਇਮੈਂਟ ਵੀ ਬਹੁਤ ਦਿੱਤੀ ਔਰ ਡਿਵੈਲਪਮੈਂਟ ਵੀ ਬਹੁਤ ਕੀਤੀ। ਇੱਕ ਬੜੀ ਅਹਿਮ ਚੀਜ਼ ਹੁੰਦੀ ਕਿ ਜਦੋਂ ਪੋਲੀਟੀਕਲ ਲਾਈਫ ਦੇ ਵਿੱਚ ਆਵੇ, ਜਿਵੇਂ ਤੁਸੀਂ ਸ਼ੁਰੂਆਤ ਹੀ ਕੀਤੀ ਕਿ ਪਰਸਨਲ ਲਾਈਫ ਨਹੀਂ ਰਹਿੰਦੀ ਉਸ ਤਰੀਕੇ ਨਾਲ, ਤੁਹਾਡੇ ਫਾਦਰ ਸਾਹਿਬ ਦੀ ਵੀ ਉਸੇ ਤਰੀਕੇ ਨਾਲ ਹੋਊਗੀ, ਅਤੇ ਫਿਰ ਉਹ ਜਿਹੜਾ ਗੈਪ ਪੈਂਦਾ ਸੀਗਾ ਪਰਿਵਾਰ ਦੇ ਨਾਲ, ਉਹ ਤੁਸੀਂ ਆਪ ਕਿਉਂਕਿ ਹੰਢਾਇਆ ਹੋਊਗਾ। ਉਹ ਤਾਂ ਮੈਂ ਨਾ ਇਹਦੇ 'ਚ ਦੱਸਦਾ, ਪੋਲੀਟੀਕਲ ਲਾਈਫ ਦੀ ਵੀ ਦੱਸ ਦਿੰਦੇ। ਅਤੇ ਮੈਂ 10ਵੀਂ 'ਚੋਂ ਪਾਸ ਹੋਇਆ, ਅਤੇ ਮੈਂ ਆਪਣੇ ਫਾਦਰ ਨੂੰ ਦੱਸਿਆ ਮੈਂ ਪਾਸ ਹੋ ਗਿਆ। ਕਹਿੰਦੇ ਕਿਹੜੀ ਕਲਾਸ 'ਚ ਸੀਗਾ ਤੂੰ? ਇਹ ਜਿਹੜੀ ਚੀਜ਼ ਹੁੰਦੀ ਹੈ, ਔਰ ਇਹ ਪੁਰਾਣੇ ਲੀਡਰਾਂ 'ਚ ਬਹੁਤ ਇਹ ਗੱਲ ਸੀ। ਹੁਣ ਤਾਂ ਉਹ ਇੱਕ ਏਰਾ ਖਤਮ ਹੋ ਗਿਆ।
ਉਹ ਚੀਜ਼ ਰਹੀ ਨਹੀਂ ਗੀ ਪੁਰਾਣੇ ਲੀਡਰਾਂ ਵਾਲੀ, ਜੋ ਉਹਨਾਂ ਦੇ ਔਰਾ ਸੀਗਾ, ਉਹਨਾਂ ਨੂੰ ਜੋ ਉਹਨਾਂ ਦੀ ਚੀਜ਼ਾਂ ਸੀਗੀਆਂ, ਜਿੱਦਾਂ ਮਰਜ਼ੀ ਲੜ ਲੈਂਦੇ ਸੀ, ਲੜਦੇ ਅਸੈਂਬਲੀ 'ਚ ਸੀਗੇ ਅਤੇ ਬਾਹਰ ਨਿਕਲ ਕੇ ਈਰਖਾ ਸਭ ਕੁਝ ਖਤਮ ਹੋ ਜਾਂਦੀ ਸੀ। ਹੁਣ ਜਿਹੜਾ ਚੱਲ ਪਿਆ ਕੰਮ, ਮੈਂ ਉਸ ਟਾਈਮ 'ਤੇ ਦੇਖਦਾ ਕਿ ਬੱਸਾਂ 'ਚ MLA ਜਾਂਦੇ ਸੀ, ਨਾਲ ਬੱਚੇ ਵੀ ਬੱਸ 'ਚ ਹੀ ਬੈਠੇ ਹੁੰਦੇ ਸੀ। ਯਾਰ ਹੁਣ ਤਾਂ ਉਸ ਵੇਲੇ ਜਿੰਨੇ ਅਕਾਲੀ ਕਾਂਗਰਸੀ ਅਤੇ ਕਾਮਰੇਡ 3 ਪਾਰਟੀਆਂ ਹੁੰਦੀਆਂ ਸੀ, ਅਤੇ ਇੱਥੋਂ ਹੁੰਦੇ ਸੀਗੇ ਆਪਣਾ ਸਾਡੇ ਧਾਰੀਵਾਲ ਤੋਂ MLA, ਅਤੇ ਉਹਨਾਂ ਨੇ ਇੱਥੋਂ ਬਹਿ ਜਾਣਾ ਕਾਮਰੇਡ ਸਾਹਿਬ ਨੇ, ਅਤੇ ਦੂਸਰੇ ਇਹਨਾਂ ਇੱਥੋਂ ਬੈਠ ਜਾਣਾ, ਅਤੇ ਇੱਕ ਹੁੰਦੇ ਸੀਗੇ ਹੋਰ, ਮੈਨੂੰ ਹੁਣ ਪੁਰਾਣੇ ਕਾਫੀ ਹੋ ਗਏ ਉਹਨਾਂ ਦੇ, ਇਹ ਸਾਰੇ ਇੱਕੋ ਬੱਸ 'ਚ ਬੈਠ ਕੇ 3-4 ਜਣੇ ਗੱਲਾਂ ਕਰਦੇ ਹੀ ਜਾਂਦੇ ਸੀ, ਅਤੇ ਅਸੈਂਬਲੀ 'ਚ ਜਦੋਂ ਬੈਠਣ ਉਦੋਂ ਇੱਕ ਦੂਜੇ ਦੇ ਅਗੇਂਸਟ ਬੋਲਣਾ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਪੋਲੀਟਿਕਸ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ ਨੇ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੁੱਦਿਆਂ ਦੀ ਰਾਜਨੀਤੀ ਨਹੀਂ ਰਹੀ, ਮੁੱਦਿਆਂ ਦੀ ਰਾਜਨੀਤੀ ਨਹੀਂ ਇਹ ਬਣ ਗਈ ਆ ਰਾਜਨੀਤੀ, ਕਿ ਮੈਂ ਕਿਵੇਂ ਕਿਸੇ ਨੂੰ ਡੀਫੇਮ ਕਿਵੇਂ ਕਰਨਾ, ਔਰ ਇਹ ਬਹੁਤ ਗਲਤ ਟ੍ਰੈਂਡ ਚੱਲ ਪਿਆ। ਵੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਹੋਣਾ ਵੇਲੇ ਚੱਲਿਆ, ਜੋ ਅੱਜ ਤੱਕ ਨਿਰੰਤਰ ਜਾਰੀ ਹੈ, ਚੱਲਦਾ ਹੀ ਤੁਰਿਆ ਜਾਂਦਾ। ਰੰਧਾਵਾ ਸਾਹਿਬ, ਸਿਆਸਤਦਾਨਾਂ ਦੇ ਉੱਪਰ ਹੁਣ ਇੱਕ ਵੱਡੇ ਤੌਰ 'ਤੇ ਵੀ ਟੈਗ ਲੱਗ ਗਏ ਕਿ ਇਹ ਚੋਰ ਨੇ, ਠੱਗ ਨੇ। ਲੱਗਦਾ ਕਿ ਇਹ ਵੀ ਸਿਆਸਤਦਾਨਾਂ ਦੇ ਕਰਕੇ ਹੀ ਹੋਇਆ ਹੈ, ਜਾਂ ਪਹਿਲੀ ਚੀਜ਼ ਨੇ? ਇਹਦੀ ਮੈਂ ਨਹੀਂ ਕਹੂੰਗਾ ਇਹ ਸਾਡਾ ਆਪਣਾ ਕਸੂਰ ਆ ਕਿ ਅਸੀਂ ਆਪਣੀ ਕਲਾਸ ਨੂੰ ਇੰਨਾ ਕੁ ਬਦਨਾਮ ਕਰ ਲਿਆ। ਹੈਗੇ ਨੇ, ਮੈਂ ਨਹੀਂ ਕਹਿੰਦਾ ਕਿ ਨਹੀਂ ਠੱਗ ਚੋਰ ਹੈਗੇ ਨੇ, ਪਰ ਆਪਣੇ ਆਪ ਵੀ ਜ਼ਿਆਦਾ ਬਦਨਾਮ ਕਰ ਲਿਆ। ਇਹਦੇ 'ਚ ਵੇਖੋ, ਇਹਦੇ ਜਿਹੜੇ ਆਪਾਂ ਆਉਂਦੇ ਹਾਂ ਪੋਲੀਟਿਕਸ ਵਿੱਚ, ਇਹ ਸੇਵਾ ਲਈ ਆਉਂਦੇ ਹਾਂ, ਅਤੇ ਜੇ ਲੋਕਾਂ ਦੀ ਸੇਵਾ ਨਹੀਂ ਕਰਨੀ, ਆਪਣੀ ਸੇਵਾ ਕਰਨੀ ਆ, ਅਤੇ ਹੁਣ ਆਪਣੀ ਸੇਵਾ ਵੱਲ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਹੋ ਗਿਆ, ਪਬਲਿਕ ਦੀ ਸੇਵਾ ਵੱਲ ਘੱਟ ਹੋ ਗਿਆ। ਦੂਸਰੀ ਚੀਜ਼ ਜਿਹੜੀ ਹੈ ਕਿ ਲੀਡਰਾਂ ਨੇ, ਹੁਣ ਜਿਵੇਂ ਮੈਂ ਇੱਥੇ ਹਾਂ, ਤੁਸੀਂ ਆਇਓ, ਮੇਰਾ ਘਰ ਇੱਥੇ ਆ, ਸੈਂਟਰ 'ਚ ਇਲਾਕੇ 'ਚ ਪੈ ਜਾਂਦਾ। ਸਾਨੂੰ ਆਪਣੇ ਇਲਾਕੇ 'ਚ ਹੀ ਰਹਿਣਾ ਚਾਹੀਦਾ। ਪੁਰਾਣੇ ਲੀਡਰ ਆਪਣੇ ਪਿੰਡ 'ਚ ਹੀ ਰਹਿੰਦੇ ਹੁੰਦੇ ਸੀ। ਸਾਨੂੰ ਜਿਹੜੇ ਲੀਡਰ, ਅੱਜ ਵੀ ਤੁਸੀਂ ਵੇਖੋਗੇ, ਜਿਹੜੇ ਲੀਡਰ ਆਪਣੇ ਇਲਾਕੇ 'ਚ ਬੈਠੇ ਆ, ਉਹ ਕਿਸੇ ਪਾਰਟੀ 'ਚ ਹੁਣ ਤਕਰੀਬਨ ਜਿੱਤ ਹੀ ਜਾਂਦੇ ਨੇ, ਅਤੇ ਜਿਹੜੇ ਆਪਣਾ ਪੈਰ ਛੱਡ ਜਾਂਦੇ ਆ ਨਾ, ਉਹਨਾਂ ਨੂੰ ਫਿਰ ਜ਼ਰੂਰ ਔਖਿਆਈ ਜ਼ਰੂਰ ਆਉਂਦੀ ਆ। ਉਹ ਜਿਹੜੇ ਚੰਡੀਗੜ੍ਹ ਜਾ ਕੇ ਬਹਿ ਜਾਂਦੇ, ਫਿਰ ਉੱਥੇ ਚੰਡੀਗੜ੍ਹ, ਚਲੋ ਅਸੀਂ ਵੀ ਚੰਡੀਗੜ੍ਹ ਚਲੇ ਜਾਂਦੇ ਹਾਂ, ਪਰ ਇਹ ਹੈ ਕਿ ਹਫ਼ਤੇ 'ਚ ਡੇਰੇ ਉੱਥੇ ਲੱਗ ਜਾਂਦੇ, 2-3 ਦਿਨ ਇੱਥੇ ਜ਼ਰੂਰ ਲਾਈਦਾ, ਜੇ ਨਹੀਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਰਹੀਦਾ। ਰੰਧਾਵਾ ਸਾਹਿਬ, ਬੜੇ ਉਤਾਰ ਚੜ੍ਹਾਅ ਆਉਂਦੇ ਜ਼ਿੰਦਗੀ ਦੇ ਵਿੱਚ। ਜਦੋਂ ਪਹਿਲੀ ਚੋਣ ਲੜੀ ਸੀ, ਉਹ ਕਿਹੋ ਜਿਹਾ ਮਾਹੌਲ ਸੀ ਉਸ ਵੇਲੇ? ਪਹਿਲੀ ਚੋਣ 'ਚ ਮੈਨੂੰ ਨਾ ਲੈਕਚਰ ਕਰਨਾ ਆਉਂਦਾ ਸੀ, ਨਾ ਮੈਨੂੰ ਲੋਕਾਂ ਦੀ ਪਛਾਣ ਸੀ। ਮੈਨੂੰ ਬਿਲਕੁਲ ਹੀ ਨਹੀਂ ਲੈਕਚਰ ਕਰਨਾ ਆਉਂਦਾ। ਮੈਨੂੰ ਸਟੇਜ 'ਤੇ ਖਲੋ ਕੇ ਮੈਂ ਦੇਖਿਆ ਕਰਨਾ ਕਿ ਮੈਂ ਬੋਲਾਂ ਕੀ, ਅਤੇ ਪਰ ਚਲੋ ਹੌਲੀ ਹੌਲੀ। ਔਰ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ, ਮੈਂ ਨਾ ਵੈਸੇ ਇੱਥੇ ਸਾਡੇ ਫਕੀਰ ਸਿੰਘ ਸੀਗਾ, ਮੇਰੇ ਫਾਦਰ ਦੇ ਨਾਲ, ਉਹ ਮੈਂਬਰ ਪੰਚਾਇਤ ਹੁੰਦੇ ਸੀਗੇ ਕੋਟਲੀ ਸੂਰਤਮਲੀ ਦੇ, ਮੇਰੇ ਕੋਲ ਸਰਪੰਚ ਹੀ ਹੁੰਦੇ ਸੀ। ਤਾਂ ਉਹ ਮੈਂ ਉਹਨਾਂ ਦੀ ਖਬਰ ਲੈਣ ਚਲਾ ਗਿਆ, ਅਤੇ ਉਹਨੂੰ ਚਾਚਾ ਹੀ ਕਹਿੰਦੇ ਹੁੰਦੇ ਸੀ, ਕਿਉਂਕਿ ਰੰਧਾਵਾ ਸਾਹਿਬ ਦੇ ਨਾਲ ਸੀਗਾ। ਅਤੇ ਮੈਂ ਕਿਹਾ, ਮੈਂ ਚਾਚਾ ਜੀ ਪਹਿਲੀ ਇਲੈਕਸ਼ਨ ਲੜੀ, ਮੇਰਾ ਤਾਂ ਧਿਆਨ ਵੀ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਨੀ, ਪਹਿਲਾਂ ਹੀ ਹਾਰ ਗਏ। ਕਹਿੰਦਾ, ਪੁੱਤ ਇਹ ਜਿਹੜੀ ਹਾਰ ਹੈ ਨਾ ਪਹਿਲੀ, ਇਹੋ ਜ਼ਿੰਦਗੀ 'ਚ ਕਾਮਯਾਬੀ ਦਿੰਦੀ ਆ। ਕਹਿੰਦੇ ਜੇ ਤੂੰ ਪਹਿਲੀ ਵਾਰਾਂ ਜਿੱਤ ਜਾਂਦਾ ਤਾਂ ਤੇਰਾ ਦਿਮਾਗ ਖਰਾਬ ਹੋ ਜਾਣਾ ਸੀ। ਕਿ ਮੈਂ ਪਿਓ ਕਰਕੇ ਜਿੱਤ ਗਿਆ, ਅਤੇ ਕਹਿੰਦਾ ਅਗਲੀ ਵਾਰਾਂ ਜਿੱਤੇਗਾ ਜੀ, ਮੈਂ ਫਿਰ ਅਗਲੀ ਵਾਰਾਂ ਵੀ ਉਹਨਾਂ ਕਰਕੇ ਹੀ ਜਿੱਤਣਾ। ਕਹਿੰਦਾ ਨਹੀਂ, ਪਰ ਤੈਨੂੰ ਇੰਨਾ ਕੁ ਹੋ ਜਾਣਾ, ਮੈਂ ਲੋਕਾਂ ਦੇ ਧਿਆਨ ਰੱਖਾਂ, ਫਿਰ ਨਾ ਕਿਤੇ ਹਰਾ ਦੇਣ। ਤੋ ਇਹ ਜਿਹੜੀ ਚੀਜ਼ਾਂ ਨੇ, ਇਹ ਵਾਕਈ ਜ਼ਿੰਦਗੀ ਦੇ ਵਿੱਚ ਬਜ਼ੁਰਗਾਂ ਵੱਲੋਂ ਕਈਆਂ ਗੱਲਾਂ ਇਹ ਬੜੀਆਂ ਮਾਇਨੇ ਰੱਖਦੀਆਂ ਨੇ। ਔਰ ਜੋ ਸੋਚ ਉਹਨਾਂ ਦੀ ਸੋਚ ਹੁੰਦੀ ਆ, ਉਹਦੇ ਨਾਲ ਆਪਾਂ ਮੈਚ ਹੀ ਨਹੀਂ ਕਰ ਸਕਦੇ। ਇੱਕ ਬੜੀ ਅਹਿਮ ਚੀਜ਼, ਜਿਵੇਂ ਤੁਹਾਡਾ ਸਫ਼ਰ ਰਿਹਾ, ਚਲੋ ਫਾਦਰ ਸਾਹਿਬ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਸਿੱਖਣ ਨੂੰ ਮਿਲ ਗਈਆਂ, ਅਤੇ ਜਦੋਂ ਦੂਸਰੀ ਚੋਣ ਲੜੀ ਜਿਹਦੇ ਵਿੱਚ ਜਿੱਤ ਹਾਸਿਲ ਹੋਈ, ਉਦੋਂ ਲੱਗਾ ਕਿ ਫਾਦਰ ਸਾਹਿਬ ਕਰਕੇ ਜਿੱਤੇ ਜਾਂ ਆਪਣੇ ਜ਼ੋਰ ਲੱਗਾ ਸੀਗਾ? ਦੇਖੋ, ਅੱਜ ਵੀ ਜੇ ਮੈਂ ਪਿੰਡਾਂ 'ਚ ਜਾਂਦਾ, ਮੇਰੇ ਫਾਦਰ 2011 'ਚ ਉਹਨਾਂ ਦੀ ਡੈਥ ਹੋ ਗਈ ਨਵੰਬਰ 'ਚ, ਅਤੇ ਅੱਜ ਵੀ ਲੋਕ ਪਹਿਲਾਂ ਮੇਰੇ ਫਾਦਰ ਦਾ ਹੀ ਨਾਂ ਲੈਂਦੇ ਨੇ, ਚਾਹੇ ਜਵਾਨ ਨੇ ਜਿਨ੍ਹਾਂ ਵੇਖਿਆ ਵੀ ਨਹੀਂ, ਅਤੇ ਜਿਹੜੇ ਬਜ਼ੁਰਗ ਉਹਨਾਂ ਦਾ ਹੀ ਨਾਂ ਅੱਜ ਵੀ ਕਹਿੰਦੇ ਕਿ ਰੰਧਾਵਾ ਸਾਹਿਬ ਨੇ ਆਹ ਕੀਤਾ, ਰੰਧਾਵਾ ਸਾਹਿਬ ਨੇ ਜੇ ਕੀਤਾ, ਰੰਧਾਵਾ ਸਾਹਿਬ ਨੇ ਸਾਡੇ ਪਿੰਡ ਆਹ ਚੀਜ਼ ਬਣਾਈ ਸੀ, ਰੰਧਾਵਾ ਸਾਹਿਬ ਨੇ ਹੌਸਪੀਟਲ ਬਣਾਇਆ, ਸਾਡੇ ਪਿੰਡ ਪੰਚਾਇਤ ਘਰ ਬਣਿਆ, ਸਾਡੇ ਆਹ ਚੀਜ਼ਾਂ ਬਣੀਆਂ, ਸੜਕ ਬਣੀ, ਪਿੰਡ ਨੂੰ ਰਾਹ ਨਹੀਂ ਸੀ ਹੁੰਦਾ। ਤੋ ਅੱਜ ਵੀ ਜਦੋਂ ਜਾਂਦਾ, ਪਹਿਲੋਂ ਉਹਨਾਂ ਤੋਂ ਹੀ ਸਟਾਰਟ ਕਰਦੇ ਨੇ ਕਿ
ਫਿਰ ਮੈਨੂੰ ਵੀ ਹੁੰਦਾ ਕਿ ਜੇ ਯਾਰ ਉਹਨਾਂ ਕੀਤਾ ਉੱਥੇ ਤਾਂ ਨਹੀਂ ਮੈਂ ਪਹੁੰਚ ਸਕਦਾ, ਪਰ ਜੋ ਕਰਕੇ ਗਏ ਆ ਉਹਨੂੰ ਮੈਂ ਮੇਨਟੇਨ ਜ਼ਰੂਰ ਕਰਾਂ। ਅਤੇ ਉਹ ਚੀਜ਼ਾਂ ਮੈਂ ਤਕਰੀਬਨ ਸਾਰੀਆਂ ਕਿਤੇ ਤੁਸੀਂ ਪਿੰਡਾਂ 'ਚ ਜਾ ਕੇ ਵੇਖੋ ਕਿ ਪਿੰਡਾਂ ਦੀ, ਕਿਉਂਕਿ ਉਹ ਰੂਰਲ ਡਿਵੈਲਪਮੈਂਟ ਦੋਨੇ ਵਾਰਾ ਮਿਨਿਸਟਰ ਬਣੇ ਅਤੇ ਦੋਨਾਂ ਹੀ ਵਾਰਾਂ ਹੀ ਉਹਨਾਂ ਨੇ ਐਨੀਮਲ ਹਸਬੈਂਡਰੀ ਅਤੇ ਰੂਰਲ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਰੱਖਿਆ। ਮੈਂ ਇਹੀ ਕਈ ਵਾਰ ਪੁੱਛਣਾ ਕਿ ਕਹਿੰਦੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਆ ਅਤੇ ਐਨੀਮਲ ਹਸਬੈਂਡਰੀ 'ਤੇ ਇਹ ਕਰਕੇ ਰੱਖੀ ਹੈ ਕਿ ਪਿੰਡਾਂ 'ਚ ਲੋਕਾਂ ਦੀ ਜਿਹੜੀ ਪਸ਼ੂਆਂ ਦੀ ਬਿਮਾਰੀਆਂ ਉਹ ਬੜੀਆਂ ਜ਼ਿਆਦਾ ਸੀ। ਉਹਨਾਂ ਬਹੁਤ ਹੌਸਪੀਟਲ ਖੋਲ੍ਹੇ, ਮੈਕਸੀਮਮ ਖੋਲ੍ਹੇ ਅਤੇ ਮੈਕਸੀਮਮ ਹੀ ਡਾਕਟਰ ਰੱਖੇ। ਉਹ ਇਸ ਕਰਕੇ ਮੈਂ ਕਹਿੰਦਾ ਕਿ ਉਹਨਾਂ ਨੇ ਜਿੰਨੇ ਮੇਰੇ ਖਿਆਲ ਜੇ 100 ਪੋਸਟ ਨਿਕਲਦੀ ਅਤੇ 80 ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਦੇ ਹੁੰਦੇ ਸੀ। ਅਤੇ ਬਾਰਡਰ ਦਾ ਏਰੀਆ ਹੋਣ ਕਰਕੇ ਲੋਕ ਬਹੁਤ 65 ਦੀ ਲੜਾਈ ਵੇਖੀ, 71 ਦੀ ਲੜਾਈ ਦੇਖੀ ਅਤੇ ਤਕਰੀਬਨ ਹੀ ਇਲਾਕਾ ਜਿਹੜਾ ਸੀਗਾ ਉੱਜੜ ਕੇ ਵੱਸਦਾ ਰਿਹਾ। ਹਾਂ, ਉਸ ਕਰਕੇ ਵੀ ਕਾਫੀ ਕੁਝ ਕੀਤਾ। ਰੰਧਾਵਾ ਸਾਹਿਬ, ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮਿੱਤਰ ਵੀ ਬਹੁਤ ਘੱਟ ਬਣਦੇ ਨੇ ਅਤੇ ਦੁਸ਼ਮਣ ਵੀ ਬਣਦੇ ਨੇ ਅਤੇ ਬੜੇ ਘੱਟ ਬਣਦੇ ਨੇ, ਪਰ ਜਦੋਂ ਬਣਦੇ ਨੇ ਤਾਂ ਉਹ ਬੜਾ ਗੰਭੀਰ ਅਸਰ ਰੱਖਦੇ ਨੇ ਜ਼ਿੰਦਗੀ। ਪੋਲੀਟਿਕਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕੋਈ ਪਰਮਾਨੈਂਟ ਮਿੱਤਰ ਹੁੰਦਾ ਅਤੇ ਕੋਈ ਪਰਮਾਨੈਂਟ ਦੁਸ਼ਮਣ ਹੁੰਦਾ। ਇਹ ਤਾਂ ਅੱਜ ਚਲਾਈ ਜੀ ਗੱਲ ਹੈ ਕਿ ਜਿਹੜਾ ਬਹੁਤ ਹੀ ਦੁਸ਼ਮਣ ਹੁੰਦਾ ਉਹ ਕਈ ਵਾਰ ਬਹੁਤ ਹੀ ਮਿੱਤਰ ਬਣ ਜਾਂਦਾ, ਅਤੇ ਕਈ ਵਾਰ ਇਹੋ ਜਾਂਦਾ ਜਿਹੜਾ ਬਹੁਤ ਹੀ ਮਿੱਤਰ ਆ, ਤੁਹਾਡਾ ਫਰੈਂਡ ਆ, ਉਹਦਾ ਪਤਾ ਹੀ ਨਹੀਂ ਕਿਸ ਵੇਲੇ ਨੂੰ ਧੋਖਾ ਦੇ ਕੇ ਕੀ ਕਰ ਜਾਣ। ਇਹ ਕਰਕੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਮੈਂ ਹੁਣ ਪੁਰਾਣੇ ਜੇ ਤੁਸੀਂ ਯਾਦਾਂ ਦੀ ਗੱਲ ਕਰਦੇ ਹੋ, ਮੈਂ ਇਹ ਕਹਿੰਦਾ ਕਿ ਜਿਸ ਤਰੀਕੇ ਨਾਲ ਮੇਰੇ ਫਾਦਰ ਸੀਗੇ, ਚੌਧਰੀ ਕਾਂਸ਼ੀ ਰਾਮ ਹੁੰਦੇ ਸੀ, ਇਹ ਫਾਜ਼ਿਲਕਾ ਤੋਂ ਮੰਤਰੀ ਸੀਗੇ, ਐਗਰੀਕਲਚਰ ਮਿਨਿਸਟਰ, ਅਤੇ ਅਜਨਾਲਾ ਸਾਹਿਬ ਹੁੰਦੇ, ਹਰਚੰਦ ਸਿੰਘ ਅਜਨਾਲੇ ਤੋਂ ਐਜੂਕੇਸ਼ਨ ਮਿਨਿਸਟਰ। ਤਿੰਨਾਂ ਦੀ ਇੰਨੀ ਫਰੈਂਡਸ਼ਿਪ ਸੀਗੀ ਕਿ ਆਫਿਸ ਵੀ ਇੱਕੋ ਲਾਈਨ 'ਤੇ ਇੱਕ ਨੰਬਰ 'ਤੇ 6 ਫਲੋਰ 'ਤੇ ਹੁੰਦੇ, ਇੱਕ ਵਾਲਾ ਮੇਰੇ ਫਾਦਰ ਕੋਲ, 2 ਵਾਲਾ ਚੌਧਰੀ ਕਾਂਸ਼ੀ ਰਾਮ, ਤੀਜਾ ਨੰਬਰ ਜਿਹੜਾ ਸੀਗਾ ਉਹ ਅਜਨਾਲਾ ਸਾਹਿਬ ਕੋਲ। ਅਤੇ ਕਈ ਵਾਰ ਇਹੋ ਹੀ ਕਰਨਾ, ਉਹਨਾਂ ਦੋਨਾਂ ਨੇ ਉੱਠ ਕੇ ਇਹਨਾਂ ਦੇ ਕਮਰੇ 'ਚ ਆ ਜਾਣਾ, ਲੋਕਾਂ ਦੇ ਇਕੱਠੇ ਹੀ ਕੰਮ 'ਤੇ ਇਹਨਾਂ ਨੇ ਬੈਠੇ ਕਰੀ ਜਾਣੇ ਕਿ ਚਲੋ ਅਸੀਂ ਇਕੱਠੇ ਬੈਠੇ। ਇਹੋ ਜਿਹੀ ਜਿਹੜੀ ਚੀਜ਼ ਹੈ ਇਹ ਖਤਮ ਹੁੰਦੀ ਜਾ ਰਹੀ ਹੈ ਕਿ ਜੋ ਪਿਆਰ ਸਤਿਕਾਰ ਉਹ ਚੀਜ਼ਾਂ 'ਚ ਮੈਂ ਵੇਖ ਰਿਹਾ ਕਿ ਕਮੀ ਹੋ ਰਹੀ ਹੈ ਸਾਡੇ। ਤੁਸੀਂ ਕੈਬਨਿਟ 'ਚ ਬਹਿੰਦੇ ਸੀਗੇ, ਤੁਸੀਂ ਵੀ ਇੱਦਾਂ ਦਾ ਮਾਹੌਲ ਤੁਹਾਨੂੰ ਨਹੀਂ ਮਿਲਿਆ ਇੱਥੇ? ਜਿਹੜਾ ਉਹ ਮਾਹੌਲ ਸੀ ਮਿਸਿੰਗ ਆ। ਹਾਂ, ਉਹ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਉਹਨੂੰ ਆਪਣਾ ਮੰਤਰੀ ਕੁਲੀਗ ਸਮਝਦੇ ਸੀ ਕਿ ਕਾਊਂਸਲ ਆਫ ਮਿਨਿਸਟਰ ਆ, ਉਹਨੂੰ ਹੈੱਡ ਕਰਦਾ ਸੀ। ਨਹੀਂ ਤਾਂ ਕਾਊਂਸਲ ਆਫ ਮਿਨਿਸਟਰ ਜਿਹਨੇ ਵੇਖੀਏ ਅਤੇ ਚੀਫ ਮਿਨਿਸਟਰ ਵੀ ਸਾਡੇ ਬਰਾਬਰ ਦਾ ਹੀ ਹੁੰਦਾ। ਅਤੇ ਅਸੀਂ ਚਮਚਾਗਿਰੀ ਕਰਕੇ ਆਪਣੇ ਜਿਹੜੇ ਹੁੰਦੇ ਕੋਈ ਆਪਣੇ ਆਪ ਨੂੰ ਫਾਇਦੇ ਲੈਣ ਲਈ ਅਸੀਂ ਇੰਨਾ ਕਿ ਵਡਿਆਉਣ ਲੱਗ ਪੈਂਦੇ ਹਾਂ ਕਿ ਉਹ ਚੀਫ ਮਿਨਿਸਟਰ ਨੂੰ ਖੁਦਾ ਬਣਾ ਦਿੰਦੇ। ਇਹ ਬੜੀ ਅਹਿਮ ਚੀਜ਼ ਆ ਕਿ ਕੁਝ ਆਲੇ ਦੁਆਲੇ ਦੇ ਘੇਰਾ ਇੱਦਾਂ ਦਾ ਬਣ ਜਾਂਦਾ ਕਿ ਉਹ ਬੰਦੇ ਨੂੰ ਰੱਬ ਹੀ ਬਣਾ ਛੱਡਦਾ। ਹਾਂ, ਇਹ ਗਲਤ ਚੀਜ਼ ਆ। ਉਸ ਟਾਈਮ ਗਿਆਨੀ ਜੈਲ ਸਿੰਘ ਹੁਣੀ ਬੜੇ ਕਿੱਥੇ ਜਾ ਕੇ ਰਾਸ਼ਟਰਪਤੀ ਬਣੇ ਨੇ, ਅਤੇ ਉਸ ਟਾਈਮ ਮੇਰੇ ਫਾਦਰ ਮਿਨਿਸਟਰ ਸੀਗੇ, ਪਰ ਉਹ ਜਿਹੜੇ ਹੁਣ ਅਸੀਂ ਹਵਾ ਬਣਾ ਦਿੱਤਾ ਨਾ ਚੀਫ ਮਿਨਿਸਟਰ ਨੂੰ, ਇਹਦੇ ਨਾਲ ਪੋਲੀਟੀਕਲ ਕਲਾਸ ਦਾ ਨੁਕਸਾਨ ਹੋਇਆ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਹੁਣ ਤੁਹਾਡੇ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਪਰਿਵਾਰ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਤੁਹਾਡੇ ਆਪਣੇ ਪਰਿਵਾਰ ਦੀ, ਕਿਉਂਕਿ ਪਰਸਨਲ ਲਾਈਫ ਨਹੀਂ ਰਹਿੰਦੀ ਬੰਦੇ ਦੀ, ਪਰ ਪਰਿਵਾਰ ਫਿਰ ਵੀ ਨਾਲ ਖੜਦਾ ਬੰਦੇ ਦੇ ਆਣ ਕੇ, ਤਾਂ ਪਰਿਵਾਰ ਦੀ ਭੂਮਿਕਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਪਰਿਵਾਰ ਦੀ ਭੂਮਿਕਾ ਜੇ ਮੈਂ ਆਪਣੇ ਫਾਦਰ ਦੇ ਟਾਈਮ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਹੈ ਕਿ ਮੇਰੇ ਮਦਰ ਦਾ ਸਭ ਤੋਂ ਵੱਡਾ ਉਹਦੇ 'ਚ ਉਹਨਾਂ ਦਾ ਸੀਗਾ। ਉਹ ਥੋੜ੍ਹੇ ਜਿਹੇ ਗੁੱਸੇ ਵਾਲੇ ਵੀ ਸੀਗੇ, ਅਤੇ ਉਹਨਾਂ ਨੇ ਜਦੋਂ ਕਿਸੇ ਨੂੰ ਕੁਝ ਕਹਿਣਾ, ਮੇਰੇ ਮਦਰ ਨੇ ਕਹਿਣਾ ਤੂੰ ਰੋਟੀ ਖਾ ਕੇ ਜਾਈਂ, ਕੋਈ ਗੱਲ ਨਹੀਂ, ਅਤੇ ਕੱਲ੍ਹ ਮਿਲਣੀ ਫਿਰ ਤੋਂ ਦੁਬਾਰਾ। ਪਰ ਇੱਕ ਗੱਲ ਸੀਗੀ ਕਿ ਜਿਹਨੂੰ ਉਹਨਾਂ ਨੇ ਗੁੱਸੇ ਹੋ ਲਿਆ ਨਾ, ਉਹਦਾ ਕੰਮ 200% ਹੁੰਦਾ ਸੀ, ਅਤੇ ਔਰ ਉਹਦੇ ਘਰ ਚਿੱਠੀ ਵੀ ਪਹੁੰਚ ਜਾਣੀ। ਅਤੇ ਇਸ ਕਰਕੇ ਜਿਹੜੇ ਘਰ ਦਾ ਜਿਹੜੇ ਵਾਈਫ ਹੁੰਦੀ ਆ ਨਾ, ਜੇ ਉਹਦੇ ਵੱਲੋਂ ਸਪੋਰਟ ਹੈ ਤਾਂ ਤੁਸੀਂ ਕਾਮਯਾਬ ਹੁੰਦੇ ਹੋ। ਬੈਲੈਂਸ ਬਣਿਆ ਰਹਿੰਦਾ। ਇੱਕ ਬੈਲੈਂਸ ਨਹੀਂ, ਘਰ ਦੇ ਵਿੱਚ ਜੇ ਕੋਈ ਆਇਆ ਅਤੇ ਜੇ ਉਹਨਾਂ ਨੂੰ ਕੋਈ ਚਾਹ ਪਾਣੀ ਪੁੱਛਣ ਵਾਲੇ ਨਾ ਹੋਵੇ ਅਤੇ ਪੋਲੀਟੀਕਲ ਆਦਮੀ ਉੱਥੇ ਹੀ ਖਤਮ ਹੋ ਜਾਏਗਾ। ਅਤੇ ਜੇ ਆਉਂਦਿਆਂ ਵਰਕਰ ਜਿਹੜੇ ਆਉਂਦੇ ਆ ਉਹਨਾਂ ਨੂੰ ਚਾਹ ਪਾਣੀ, ਉਹਨਾਂ ਦੀ ਆਓ ਭਗਤ, ਉਹਨਾਂ ਨੂੰ ਆ ਜਾ ਬਹਿ ਜਾ, ਕਿੱਧਰ ਆਇਆ, ਕਿਵੇਂ ਆ, ਅਤੇ ਉਹਦੇ ਨਾਲ ਫਿਰ ਪੋਲੀਟੀਕਲ ਬੰਦਾ ਖਤਮ ਨਹੀਂ ਹੁੰਦਾ। ਤੁਹਾਡੀ ਅੱਗੇ ਉਹ ਲੀਗੇਸੀ ਜਿਹੜੀ ਹੈਗੀ ਤੁਹਾਨੂੰ ਪਿੱਛੋਂ ਮਿਲੀ ਹੈ? ਹਾਂ, ਮੈਂ ਜਦੋਂ ਕਿਤੇ ਮੈਂ ਬਿਜ਼ੀ ਹੋਵਾਂ ਅਤੇ ਮੇਰੀ ਵਾਈਫ ਇੱਥੇ ਆਣ ਕੇ ਸਾਰੇ ਇਲਾਕੇ 'ਚ ਫਿਰ ਕੇ, ਉਹ ਬਹੁਤ ਪੋਲੀਟੀਕਲ ਦਖਲਅੰਦਾਜ਼ੀ ਕੋਈ ਨਹੀਂ ਕਿ ਲੋਕਾਂ ਨੂੰ ਮਿਲਣਾ, ਜਿਹਦਾ ਕੋਈ ਇਹਦਾ ਕੰਮ ਹੈ ਮੈਨੂੰ ਟੈਲੀਫੋਨ ਕਰਨਾ ਕਿ ਆਹ ਬੰਦੇ ਬੈਠੇ, ਇਹਨਾਂ ਦਾ ਕੰਮ ਇਹ ਆ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੋਣੀਆਂ ਚਾਹੀਦੀਆਂ ਨੇ ਕਿ ਪਰਿਵਾਰ ਦੇ ਵਿੱਚ ਵਾਈਫ ਦਾ ਕੰਮ ਇਹ ਨਹੀਂ ਕਿ ਆਫਿਸਰਾਂ ਨੂੰ ਟੈਲੀਫੋਨ ਕਰਨਾ, ਉਹਦਾ ਇਹ ਹੈ ਕਿ ਆਪਣੇ ਘਰ 'ਚ ਜਿਹੜੇ ਵਰਕਰ ਆਏ ਆ ਉਹਨਾਂ ਦਾ ਮਾਨ ਸਤਿਕਾਰ ਹੋਵੇ। ਰੰਧਾਵਾ ਸਾਹਿਬ, ਜਦੋਂ ਪੋਲੀਟੀਕਲ ਸਫ਼ਰ ਦੀ ਗੱਲ ਕਰੀਏ ਤੁਹਾਡੇ, ਤਾਂ ਬੜੀਆਂ ਅਹਿਮ ਚੀਜ਼ਾਂ, ਬੜੇ ਉਤਾਰ ਚੜ੍ਹਾਅ ਤੁਸੀਂ ਵੀ ਦੇਖੇ ਨੇ, ਜਿੱਦਾਂ ਹਾਰ ਗਏ, ਫਿਰ ਜਿੱਤੇ, ਫਿਰ ਹਾਰੇ, ਫਿਰ ਲਗਾਤਾਰ ਜਿੱਤਦੇ ਆ ਰਹੇ ਹੋ, ਲੋਕਾਂ ਦਾ ਪਿਆਰ ਮਿਲ ਰਿਹਾ।
ਪਰ ਇਸ ਸਫ਼ਰ ਦੇ ਦੌਰਾਨ ਕੋਈ ਇਦਾਂ ਦੇ ਵਿਅਕਤੀ ਵੀ ਟੱਕਰੇ ਕਿ ਜਿਹੜੇ ਪਹਿਲਾਂ ਤਾਂ ਲੱਗੇ ਵੀ ਆਪਣੇ ਹੀ ਆ ਪਰ ਬਾਅਦ 'ਚੋਂ ਦਗਾ ਦੇ ਗਏ? ਉਹ ਇਹੋ ਜਿਹੇ ਬਹੁਤ ਹੁੰਦੇ ਆ, ਬਹੁਤ ਜ਼ਿਆਦਾ। ਤਾਂ ਉਹਨਾਂ ਬਾਰੇ ਸੋਚੀਦਾ ਹੀ ਨਹੀਂ, ਅਤੇ ਜੇ ਉਹਨਾਂ ਨੂੰ ਸੋਚਣ ਲੱਗੇ ਤਾਂ ਫਿਰ ਤਾਂ ਬੰਦਾ ਵੈਸੇ ਹੀ ਪਾਗਲ ਹੋ ਜੂ। ਕਈਆਂ ਨੇ ਬਹੁਤ ਕੰਮ ਲਏ ਹੁੰਦੇ ਆ, 24 ਘੰਟੇ ਨਾਲ ਬੈਠੇ ਹੁੰਦੇ ਆ, ਬੜੀਆਂ ਵਧੀਆ ਵਧੀਆ ਗੱਲਾਂ ਕਰਦੇ ਆ, ਅਤੇ ਇਲੈਕਸ਼ਨ ਵੇਲੇ ਉਹਨਾਂ ਨੂੰ ਵੇਖੇ ਤਾਂ ਸਭ ਤੋਂ ਵੱਧ ਅਗੇਂਸਟ ਬੋਲਦੇ ਨੇ। ਤਾਂ ਆਪਣੇ ਆਪ ਹੀ ਕਈ ਵਾਰ ਸ਼ਰਮ ਆਉਂਦੀ ਆ। ਉਹਨਾਂ ਨੂੰ ਤਾਂ ਨਹੀਂ ਆਉਂਦੀ ਹੋਣੀ, ਆਪਣੇ ਆਪ ਨੂੰ ਜ਼ਰੂਰ ਆਉਂਦੀ ਆ ਵੀ ਅਸੀਂ ਤਾਂ ਭਰੋਸਾ ਕੀਤਾ ਸੀ। ਨਹੀਂ, ਭਰੋਸਾ ਵੀ ਕਹੀਦਾ ਕਿ ਗਲਤੀ ਹੋ ਗਈ ਕਿਤੇ ਇਹਨੂੰ ਸਮਝਣ 'ਚ, ਅਤੇ ਜਾਂ ਇਹ ਗਲਤੀ ਹੋ ਗਈ ਕਿ ਇਹਦਾ ਕੰਮ ਨਹੀਂ ਹੋਇਆ ਹੋਣਾ ਤਾਂ ਬਰਖਲਾਫ ਹੋ ਗਿਆ। ਪਰ ਮੈਂ ਕਈ ਵਾਰ ਵੇਖਿਆ ਕਿ ਜਿਹਨੇ ਸਭ ਤੋਂ ਵੱਧ ਕੰਮ ਲਏ ਹੁੰਦੇ ਆ ਉਹ ਬੰਦਾ ਅਗੇਂਸਟ ਹੁੰਦਾ, ਅਤੇ ਜਿਹਨੇ ਕਦੀ ਵੀ ਨਹੀਂ ਨਾ ਲਿਆ ਹੁੰਦਾ ਅਤੇ ਜਿਹਦੇ ਕੰਮ ਨਹੀਂ ਵੀ ਕਰੀਦਾ ਉਹ ਫੇਰ ਵੀ ਖੜਾ ਰਹਿੰਦਾ। ਉਹ ਫੇਰ ਕਦੀ ਉਹਨੂੰ ਆਪ ਹੀ ਕਹਿੰਦਾ ਯਾਰ ਗਲਤੀ ਹੋ ਗਈ, ਤੂੰ ਅੱਜ ਵੀ ਖੜਾ, ਤੇਰੇ ਸਾਹਮਣੇ ਸ਼ਰਮ ਆਉਂਦੀ ਹੈ, ਹੁਣ ਤੈਨੂੰ ਮੈਂ ਕੀ ਕਹਾਂ। ਅਤੇ ਉਹ ਵੀ ਕਹਿੰਦਾ ਚਲੋ ਕੋਈ ਨਹੀਂ ਜੀ, ਜਿਹੜੇ ਬਹੁਤੇ ਪਰੌਂਠੇ ਖਾਣ ਵਾਲੇ ਸੀ ਉਹ ਦੌੜ ਗਏ ਨੇ ਅਤੇ ਅਸੀਂ ਤਾਂ ਸੁੱਕੀਆਂ ਹੀ ਖਾਣ ਵਾਲੇ ਸੀਗੇ। ਰੰਧਾਵਾ ਸਾਹਿਬ, ਇੱਕ ਬੜੀ ਅਹਿਮ ਚੀਜ਼, ਜਿਵੇਂ ਤੁਸੀਂ ਵੱਖ-ਵੱਖ ਦੌਰ ਦੇਖੇ ਨੇ, MLA ਬਣਨਾ ਇੱਕ ਅਲੱਗ ਚੀਜ਼ ਹੁੰਦੀ ਆ, ਪਰ ਸੂਬੇ ਦਾ ਡਿਪਟੀ CM ਬਣਨਾ, ਜਾਣੀ ਕਿ ਉਪ ਮੁੱਖ ਮੰਤਰੀ ਬਣਨਾ, ਉਹ ਇੱਕ ਵੱਡੀ ਪਾਵਰ ਹੁੰਦੀ ਆ। ਉਹ MLA ਬਣ ਕੇ ਅਤੇ ਉਸ ਤੋਂ ਬਾਅਦ ਜਦੋਂ ਡਿਪਟੀ CM ਤੱਕ ਦੀ ਕੁਰਸੀ ਤੱਕ ਪਹੁੰਚਣਾ, ਲੱਗਿਆ ਕਿ ਪਾਵਰ ਦਾ ਅਸਰ ਹੁੰਦਾ ਅਤੇ ਬੰਦੇ ਦੇ ਹੱਥ ਬਹੁਤ ਕੁਝ ਹੁੰਦਾ, ਬੰਦਾ ਬਹੁਤ ਕੁਝ ਕਰ ਸਕਦਾ ਉਸ ਵੇਲੇ। ਅਜੇ ਮੈਂ ਨਾ ਆਪਣੀ ਲਾਈਫ 'ਚ ਐਬਸੋਲੂਟ ਪਾਵਰ ਵੇਖੀ ਆ। ਮੈਂ ਆਪਣੇ ਫਾਦਰ ਦੇ ਟਾਈਮ 'ਤੇ ਵੀ ਤਕਰੀਬਨ ਐਬਸੋਲੂਟ ਪਾਵਰ ਸੀ, ਕਿਉਂਕਿ ਮੰਤਰੀ ਦੇ ਵਿੱਚ ਗਟਸ ਹੋਣੇ ਚਾਹੀਦੇ ਨੇ, ਉਹਦੇ 'ਚ ਉਹਦੇ ਕੋਲ ਗੱਲ ਕਰਨ ਵਾਲੇ ਹੁੰਦੇ। ਅਤੇ ਮੈਂ ਆਪਣੇ ਫਾਦਰ ਦੇ ਟਾਈਮ ਇਹ ਸਾਰੀ ਚੀਜ਼ਾਂ ਵੇਖੀਆਂ ਨੇ। ਅਤੇ ਬੰਦੇ ਉਸ ਦਾ ਦਿਮਾਗ ਖਰਾਬ ਹੁੰਦਾ ਜਿਹਨੇ ਜ਼ਿੰਦਗੀ 'ਚ ਨਾ ਕੁਝ ਵੇਖਿਆ ਅਤੇ ਜਿਹਦਾ ਕਰਪਸ਼ਨ ਵੱਲ ਧਿਆਨ ਹੋਵੇ। ਔਰ ਮੇਰਾ ਤੁਸੀਂ ਵੇਖਦੇ ਹੀ ਰਹੇ ਹੋ ਕਿ ਕਿੰਨਾ ਰਸ਼ ਹੁੰਦਾ, ਕਿਵੇਂ ਮਿਲਣ ਦਾ ਵੀ ਟਾਈਮ ਨਹੀਂ ਸੀ ਹੁੰਦਾ। ਅਤੇ ਉਹ ਆਪਣੇ ਆਪ 'ਚ ਇੱਕ ਬੜਾ ਵਧੀਆ ਐਕਸਪੀਰੀਅੰਸ ਹੁੰਦਾ ਕਿ ਪ੍ਰਮਾਤਮਾ ਨੇ ਕਿੱਡੀ ਵੱਡੀ ਕਿਰਪਾ ਕੀਤੀ ਆ। ਤਾਂ ਮੈਂ ਤਾਂ ਇਹ ਕਹੂੰਗਾ ਕਿ ਜਿਹੜੀ ਹੋਣ ਵਾਲੀ ਇਲੈਕਸ਼ਨ ਆ ਤਕਰੀਬਨ ਹੀ ਡਿੱਗ ਗਏ ਸਾਰੇ ਹੀ। ਅਤੇ ਮੈਂ ਤਾਂ ਕਹੂੰਗਾ ਕਿ ਮੈਨੂੰ ਤਾਂ ਬਾਬੇ ਨਾਨਕ ਨੇ ਜਿਹੜੀ ਕਰਤਾਰਪੁਰ ਸਾਹਿਬ ਦੀ ਸੇਵਾ ਸੀ ਨਾ, ਅਤੇ ਮੈਂ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤਿਆ, ਅਤੇ ਉਹਨਾਂ ਦੇ ਨਾਲ ਹੀ ਡਿਪਟੀ CM ਬਣਿਆ, ਉਹਨਾਂ ਦੇ ਨਾਲ ਹੀ ਆ ਜਿਹੜਾ ਰਾਜਸਥਾਨ ਦਾ ਇੰਚਾਰਜ ਬਣਨਾ, ਅਤੇ ਉਹਦੇ 'ਚ ਸਟੀਅਰਿੰਗ ਕਮੇਟੀ 'ਚ ਆਉਣਾ। ਮੇਰੇ ਖਿਆਲ ਕਿਤੇ ਤੁਹਾਡੀ ਥੋੜ੍ਹੀ ਪਰਿਵਾਰ ਦੀ ਭਗਤੀ ਜਿਹੜੀ ਹੁੰਦੀ ਹੈ ਨਾ, ਅਤੇ ਲਗਨ ਜਿਹੜੀ ਹੁੰਦੀ ਹੈ, ਸੱਚੀ ਲਗਨ ਹੁੰਦੀ ਹੈ, ਗੁਰੂ ਮਹਾਰਾਜ ਉਹਦਾ ਫਲ ਜ਼ਰੂਰ ਦਿੰਦਾ। ਬਿਲਕੁਲ। ਜਦੋਂ ਹੁਣ ਤੁਸੀਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ, ਇਹਨਾਂ ਬੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਲੋਕਾਂ ਦੀਆਂ। ਇਹਦੇ ਵਿੱਚ ਵੀ ਕ੍ਰੈਡਿਟ ਵਾਰ ਲੱਗੀ ਰਹੀ, ਹਰੇਕ ਬੰਦਾ ਦੌੜ ਲਾਉਂਦਾ ਰਿਹਾ ਵੀ ਮੈਂ ਇੱਕ ਚੀਜ਼ ਇਹਦੀ ਕ੍ਰੈਡਿਟ ਵਾਰ ਜਿਹੜੀ ਆ, ਮੈਂ ਤੁਹਾਨੂੰ ਇੱਕੋ ਲਾਈਨ 'ਚ ਗੱਲ ਕਰਦੇ ਕਿ ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਤਾਂ ਉਹ ਵਡਾਲਾ ਸਾਹਿਬ ਨੂੰ ਜਾਂਦਾ। ਉਹ ਜਿਹੜੇ ਹਰ ਵਾਰ ਅਰਦਾਸ ਕਰਦੇ, ਹਰ ਵਾਰ ਉਹਨਾਂ ਦੀ ਅਰਦਾਸ ਨੂੰ ਫਲ ਪਿਆ। 18 ਅਰਦਾਸਾਂ ਕੀਤੀਆਂ, 18 ਸਾਲ ਹੀ ਗੁਰੂ ਨਾਨਕ ਸਾਹਿਬ ਰਹੇ, ਅਤੇ ਉਹਨਾਂ ਦੀ ਜਿਹੜੀ ਲਾਸਟ ਅਰਦਾਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਰਸਤਾ ਖੁੱਲ੍ਹਿਆ। ਮੈਂ ਠੀਕ ਹੈ, ਪੋਲੀਟੀਕਲ ਬੰਦੇ ਕ੍ਰੈਡਿਟ ਲੈਂਦੇ ਨਾ ਲੈਣ, ਇਹਨੂੰ ਨਹੀਂ ਵੇਖਣਾ ਚਾਹੀਦਾ। ਮਿਲ ਗਿਆ ਕ੍ਰੈਡਿਟ ਉਹਨੂੰ ਮਿਲਣਾ ਜਿਹਨੂੰ ਗੁਰੂ ਮਹਾਰਾਜ ਨੇ ਆਪਣੀ ਬਖਸ਼ਿਸ਼ ਕਰਨੀ ਹੈ। ਉਹ ਇਸ ਕਰਕੇ ਮੈਂ ਤਾਂ ਇਹੋ ਹੀ ਦੇਖਿਆ ਕਿ ਇਹ ਜਿਹੜੀ ਧਰਤੀ ਹੈ ਗੁਰੂ ਨਾਨਕ ਸਾਹਿਬ ਦੀ, ਡੇਰਾ ਬਾਬਾ ਨਾਨਕ, ਤੁਸੀਂ ਵੇਖੋਗੇ ਜਾ ਕੇ ਮੈਂ ਕਈ ਉੱਥੇ ਬਹੁਤ ਕੁਛ ਕੀਤਾ। ਔਰ ਡੇਰਾ ਬਾਬਾ ਨਾਨਕ ਸ਼ਹਿਰ ਵਾਲਿਆਂ ਦਾ ਮੈਂ ਧੰਨਵਾਦ ਕਰਦਾ, ਕਦੀ ਵੀ ਨਹੀਂ ਹਰਾਇਆ ਉਹਨਾਂ, ਉੱਥੋਂ ਹਮੇਸ਼ਾ ਹੀ ਜਿੱਤ ਕੇ ਨਿਕਲਦਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਸੇਵਾ ਕਰਨੀ, ਇਲਾਕੇ ਦੀ ਕਰਨੀ, ਕਾਲਜ ਖੋਲ੍ਹਣਾ ਇੱਥੇ ਕਲਾਨੌਰ, ਉਹਨਾਂ ਦੀ ਡਿਮਾਂਡ ਸੀ ਕਾਲਜ ਖੋਲ੍ਹਣ ਦੀ, ਅਤੇ ਵਾਕਿਆ ਮੇਰੇ ਲਈ ਵੀ ਬੜੀ ਵੱਡੀ ਗੱਲ ਹੈ ਕਿ ਉੱਥੇ ਕਾਲਜ ਖੁੱਲ੍ਹਿਆ, ਕਾਲਜ ਚੱਲ ਰਿਹਾ। ਫਿਰ ਉਹਨਾਂ ਦੀ ਡਿਮਾਂਡ ਸੀਗੀ ਕਿ ਸ਼ਿਵ ਮੰਦਰ ਆ ਉੱਥੇ ਬਹੁਤ ਪੁਰਾਣਾ, ਅਤੇ ਉਹਨਾਂ ਦੇ ਉੱਥੇ ਅੱਗੇ ਥਾਂ 'ਤੇ ਕਬਜ਼ਾ ਸੀਗਾ। ਉੱਥੇ ਅੱਜ ਤੁਸੀਂ ਵੇਖੋ, ਜਾਓਗੇ ਕਿਤੇ ਪਾਰਕ ਦੇਖਿਓ, ਜਿੱਥੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਸਾਹਮਣੇ ਗੰਦਾ ਸਾਡੇ ਸ਼ਹਿਰ ਦਾ ਪਾਣੀ ਉੱਥੇ ਪੈਂਦਾ ਸੀ 5 ਏਕੜ 'ਚ, ਉਹਨੂੰ ਬੰਦ ਕਰਕੇ ਅੱਜ ਗੁਰੂ ਨਾਨਕ ਪਾਰਕ, ਜਿਹੜੀ ਬਾਬਾ ਜੀਤਾ ਰੰਧਾਵਾ ਦੇ ਨਾਂ 'ਤੇ, ਜਿੱਥੇ ਗੁਰੂ ਨਾਨਕ ਸਾਹਿਬ ਆਏ ਸੀ, ਜਿਨ੍ਹਾਂ ਕੋਲ ਸਭ ਤੋਂ ਪਹਿਲਾਂ, ਉਹਨਾਂ ਦੇ ਨਾਂ 'ਤੇ ਪਾਰਕ ਬਣਾਈ ਆ। ਅਤੇ ਇਹ ਸਕੂਨ ਤਾਂ ਮਿਲਦਾ ਨਾ ਜਦੋਂ ਲੰਘੀ ਦਾ, ਉਦੋਂ ਕਹਿੰਦਾ ਕਿ ਮੈਂ ਜੇ ਗੁਰੂ ਨਾਨਕ ਸਾਹਿਬ ਨੇ ਸੇਵਾ ਦਿੱਤੀ ਸੀ, ਕੁਝ ਆਪਣੇ ਵੱਲੋਂ ਕੀਤਾ ਵੀ, ਉਹਦੇ ਵੱਲੋਂ ਕੀਤਾ। ਫਿਰ ਉੱਥੇ ਸਾਡੇ ਰਤਨ ਛੱਤਰ ਆ, ਮਜ਼ਾਰ ਆ, ਬਹੁਤ ਪੁਰਾਣੀ, 600-700 ਸਾਲ ਪੁਰਾਣੀ ਆ, ਉਹਦੇ 'ਤੇ 2.5-3 ਕਰੋੜ ਲਾ ਕੇ ਉਹ ਮਜ਼ਾਰ ਨੂੰ ਫਿਰ ਉਹਦੀ ਰਿਪੇਅਰ ਕਰਵਾਈ।
ਤੋ ਇਸ ਕਰਕੇ ਕਿ ਹਰ ਧਰਮ ਦੀ ਗੁਰੂ ਨਾਨਕ ਸਾਹਿਬ ਸਾਡੇ ਮੀਆਂ ਮੱਠਾ ਪਿੰਡ ਆ ਇੱਥੇ ਤਲਵੰਡੀ ਆਪਣਾ ਕਠਿਆਲਾ, ਉੱਥੇ ਗੋਸ਼ਟੀ ਕਰ ਦਿੰਦੇ ਸੀ ਅਤੇ ਉੱਥੋਂ ਡੇਰਾ ਬਾਬਾ ਨਾਨਕ ਤੋਂ ਤੁਰ ਕੇ ਉੱਥੇ ਜਾਂਦੇ ਸੀ। ਉਸ ਪਿੰਡ ਦੀ ਜਾ ਕੇ ਇੱਕ ਪੂਰੀ ਡਿਵੈਲਪਮੈਂਟ ਕੀਤੀ ਅਤੇ ਇਸ ਕਰਕੇ ਜਿੱਥੇ ਜਿੱਥੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੋਈ ਆ, ਕੋਸ਼ਿਸ਼ ਕੀਤੀ ਕਿ ਆਪਣਾ ਗੁਰੂ ਨਾਨਕ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚੇ ਹਾਂ। ਰੰਧਾਵਾ ਸਾਹਿਬ, ਜ਼ਿੰਦਗੀ ਦੇ ਵਿੱਚ ਜਦੋਂ ਪਾਵਰ ਆ ਜਾਂਦੀ ਹੈ ਨਾ, ਕਹਿੰਦੇ ਕਿ ਐਬਸੋਲਿਊਟ ਪਾਵਰ ਕਰਪਟ ਦਾ ਪਰਸਨ, ਹੈ ਨਾ, ਉਹ ਬੜੀ ਈਡੀਅਮ ਜਿਹਾ ਬਣਿਆ ਹੋਇਆ ਇੱਕ, ਅਤੇ ਤੁਸੀਂ ਉਹ ਪਾਵਰ ਦੇਖੀ ਵੀ ਹੈਗੀ ਆ। ਕਦੇ ਇੱਦਾਂ ਵੀ ਹੋਇਆ ਕਿ ਨਾ ਚਾਹੁੰਦੇ ਹੋਏ ਕੁਝ ਗਲਤ ਕਦਮ ਚੁੱਕੇ ਗਏ? ਮੇਰਾ ਖਿਆਲ ਨਹੀਂ ਚੁੱਕਿਆ ਗਿਆ, ਇਸੇ ਕਰਕੇ ਬਚਾਇਆ ਲੋਕ ਨਹੀਂ ਚੁੱਕਿਆ ਹੀ ਨਹੀਂ ਗਿਆ। ਨਾ ਨਾ ਮੇਰੇ ਕੋਲ ਇੱਕ ਚੀਜ਼ ਹੋਰ ਹੁੰਦੀ ਆ, ਜੇ ਤੁਹਾਨੂੰ ਆਫੀਸਰ ਚੰਗੇ ਮਿਲ ਜਾਣ ਜੀ। ਮੇਰੇ ਨਾਲ ਜਿੰਨੇ ਰਹੇ ਨੇ, ਤੁਸੀਂ ਦੇਖਿਆ 3-3 4-4 ਸਾਲ ਹੀ ਰਹਿ ਗਏ ਜੋ ਮੈਂ ਚੱਲਿਆ, ਅਤੇ ਉਹਨਾਂ ਵੀ ਕਦੀ ਜੀ ਕੋਈ ਗਲਤ ਕੰਮ ਸੀ ਦੱਸ ਦਿੰਦੇ ਸੀ ਇਹ ਸਰ ਗਲਤ ਆ, ਤੂੰ ਤਾਂ ਕਰਨਾ ਕਿ ਨਹੀਂ ਕਰਨਾ, ਜਦੋਂ ਕਹਿੰਦੇ ਕਰਨਾ ਕਿ ਨਹੀਂ ਕਰਨਾ, ਅਤੇ ਨਹੀਂ ਜਦੋਂ ਕਹਿੰਦੇ ਉਹਨੂੰ ਕਹਿੰਦਾ ਨਹੀਂ ਕਰਨਾ। ਅਤੇ ਇਸ ਕਰਕੇ ਤੁਹਾਡੇ ਨਾਲ ਆਫੀਸਰ ਜਿਹੜੇ ਲੱਗੇ ਹੋਣ ਉਹਨਾਂ ਦੀ ਇੰਟੈਗ੍ਰਿਟੀ ਡਾਊਟਫੁਲ ਨਹੀਂ ਹੋਣੀ ਚਾਹੀਦੀ। ਇੰਟੈਗ੍ਰਿਟੀ ਵਾਈਜ਼ ਉਹ ਵਧੀਆ ਬੰਦੇ ਹੁੰਦੇ ਨੇ, ਔਰ ਉਹਨਾਂ ਦਾ ਵੀ ਬੜਾ ਰੋਲ ਹੁੰਦਾ ਆਪਣੇ ਮਿਨਿਸਟਰ ਨੂੰ ਠੀਕ ਪਾਸੇ ਲੈ ਕੇ। ਇੱਕ ਬੜੀ ਅਹਿਮ ਚੀਜ਼ ਆ, ਕਿਉਂਕਿ ਇੱਕ ਪਾਸੇ ਪੋਲੀਟੀਕਲ ਕਲਾਸ ਆ ਜਿਹਨੇ ਫੈਸਲੇ ਲੈਣੇ ਨੇ, ਅਤੇ ਇੱਕ ਪਾਸੇ ਅਫਸਰਸ਼ਾਹ ਨੇ ਜਿਨ੍ਹਾਂ ਨੇ ਦੱਸਣਾ ਕਿ ਆਹ ਵਾਲਾ ਕੰਮ ਇਸ ਤਰੀਕੇ ਨਾਲ ਹੋਣਾ। ਮੈਨੂੰ ਲੱਗਦਾ ਇਹਨਾਂ ਦਾ ਤਾਲਮੇਲ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪੰਜਾਬ ਦੇ ਵਿਕਾਸ ਦੀ ਵੀ। ਜੇ ਗੱਲ ਤਾਲਮੇਲ ਦੀ ਮੈਂ ਕਹਿੰਦਾ ਵਿਸ਼ਵਾਸ ਹੁੰਦਾ, ਤਾਲਮੇਲ ਤੇ ਕਿਸੇ ਨਾਲ ਵੀ ਤਾਲਮੇਲ, ਤੇ ਤੁਹਾਡੇ ਕਰਪਸ਼ਨ ਦਾ ਨਾਲ ਵੀ ਹੋ ਜਾਏਗਾ ਤਾਲਮੇਲ, ਕਿ ਦੋਵੇਂ ਜਾਣੇ ਤਾਲਮੇਲ ਕਰਕੇ ਕਰਪਸ਼ਨ ਵੀ ਕਰ ਲੈਣਗੇ। ਕਰਪਸ਼ਨ ਕਰ ਰਹੇ ਨੇ। ਤੁਹਾਡਾ ਜਿਹੜਾ ਹੁੰਦਾ ਕਿ ਉਹਨਾਂ ਦੇ ਨਾਲ ਕਿਵੇਂ ਆ, ਉਹਨੂੰ ਦੱਸਣਾ ਪੈਂਦਾ ਕਿ ਮੈਂ ਆਹ ਚਾਹੁੰਦਾ, ਅਤੇ ਉਹ ਇੱਕ ਦਿਨ 'ਚ ਹੀ ਜੱਜ ਕਰ ਜਾਂਦੇ ਆ ਕਿ ਇਹਨੇ ਪੈਸੇ ਖਾਣੇ ਆ ਕਿ ਇਹਨੇ ਇਮਾਨਦਾਰੀ ਰੱਖਣੀ ਆ, ਤਾਂ ਉਹਦੇ 'ਚ ਉਹ ਬਹੁਤਾ ਵੱਡਾ ਕੋਈ ਫਰਕ ਨਹੀਂ ਗਾ। ਅਤੇ ਇਸ ਕਰਕੇ ਦੋਨਾਂ 'ਚ ਤਾਲਮੇਲ ਨਹੀਂ, ਵਿਸ਼ਵਾਸ ਹੋਣਾ ਚਾਹੀਦਾ। ਇੱਕ ਬੜੀ ਅਹਿਮ ਚੀਜ਼, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਲੋਕ ਕਰਪਸ਼ਨ ਕਰਦੇ ਨੇ, ਪੋਲੀਟੀਸ਼ੀਅਨ ਨੇ ਆਪਣੇ ਉੱਪਰ ਬੜੇ ਵੱਡੇ ਪੱਧਰ 'ਤੇ ਇਹ ਇਲਜ਼ਾਮ ਲਗਵਾ ਲਏ ਨੇ। ਇਲਜ਼ਾਮ ਵੀ ਕਾਹਦਾ, ਜੇ ਕਰਦੇ ਹੋਣਗੇ ਤਾਂ ਹੀ ਇਹ ਚੀਜ਼ਾਂ ਉੱਠ ਰਹੀਆਂ ਨੇ। ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਰਹੀਆਂ, ਦੇਖਿਆ ਤੁਸੀਂ, ਰਿਜ਼ੈਂਟਮੈਂਟ ਦਿਖਾਈ? ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਕਿ ਜਿਹੜਾ ਬੰਦਾ ਪੋਲੀਟੀਕਲ ਬੰਦਾ ਕਰਪਸ਼ਨ ਕਰਦਾ, ਦੁਬਾਰਾ ਖੜਾ ਨਹੀਂ ਹੁੰਦਾ। ਇੱਕ ਗੱਲ 'ਤੇ ਨੋਟ ਕਰ ਲਓ, ਇੱਕ ਵਾਰਾਂ ਦੇ ਕਰ ਜੂ, ਦੁਬਾਰਾ ਮੇਰਾ ਨਹੀਂ ਖਿਆਲ ਕੇ ਗੱਲ ਬਣਦੀ ਹੋਵੇ। ਮੈਂ ਬਹੁਤ ਲੀਡਰ ਵੇਖੇ ਨੇ, ਇੱਕ ਵਾਰਾਂ ਬਣੇ, ਉਹਦੇ ਬਾਅਦ ਐਲੀਮੀਨੇਟ ਹੀ ਹੋ ਗਏ। ਪਰ ਤੁਸੀਂ ਕਿਉਂਕਿ ਬਾਦਲ ਪਰਿਵਾਰ 'ਤੇ ਹਮੇਸ਼ਾ ਇਲਜ਼ਾਮ ਲਗਾਉਂਦੇ ਰਹੇ ਹੋ, ਉਹਨਾਂ ਨੇ ਤਾਂ 5 ਵਾਰ ਰਾਜ ਵੀ ਕੀਤਾ। ਉਹਨਾਂ ਰਾਜ ਕੀਤਾ। ਇਹਦੇ 'ਚ ਖਾਸ ਕਰਕੇ ਮੈਂ ਕਹੂੰਗਾ ਕਿ ਜਿਹੜੀ ਉਸ ਟਾਈਮ ਦੇ ਚੀਫ ਮਿਨਿਸਟਰ ਹੁੰਦੇ ਰਹੇ ਨੇ, ਉਹ ਰਿਸਪੈਕਟ ਕਰਦੇ ਹੁੰਦੇ ਸੀ ਕਿ ਯਾਰ ਇਹ ਮੁੱਖ ਮੰਤਰੀ ਰਿਹਾ, ਆਪਾਂ ਨੇ ਕੁਛ ਵੀ ਕਹਿਣਾ। ਅਤੇ ਬਾਦਲ ਸਾਹਿਬ ਨੂੰ ਜਿੰਨਾ ਗਿਆਨੀ ਜੈਲ ਸਿੰਘ ਨੇ ਪ੍ਰੋਟੈਕਟ ਕੀਤਾ, ਮੇਰੇ ਖਿਆਲ ਕਿਤੇ ਕਿਸੇ ਨੇ ਵੀ ਨਹੀਂ ਕੀਤਾ। ਅਤੇ ਮੈਨੂੰ ਬੜੇ ਜਿਹੜੀਆਂ ਜੀ ਇਹਨਾਂ ਚੀਜ਼ਾਂ 'ਚ ਚੱਲ ਪਈਏ, ਅਤੇ ਮੇਰੇ ਖਿਆਲ ਕਿ ਗਿਆਨੀ ਜੈਲ ਸਿੰਘ 'ਤੇ ਜੇ ਪਹਿਲਾ ਕੇਸ ਬਣਾਇਆ ਸੀ ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ। ਅਤੇ ਮੇਰੇ ਖਿਆਲ ਬਾਦਲ ਸਾਹਿਬ ਜਦੋਂ ਮੇਰੀ ਸੁਣਨਗੇ, ਉਹਨਾਂ ਨੂੰ ਪਤਾ ਵੀ ਲੱਗ ਜੂਗਾ ਕਿ ਗਿਆਨੀ ਜੈਲ ਸਿੰਘ ਨੇ ਕੀ ਆਸਾਨ ਕੀਤਾ ਸੀ, ਅਤੇ ਮੈਂ ਉਹਦੇ 'ਚ ਕੀ ਉਹਦੇ 'ਤੇ ਭਾਜੀ ਪਾਈ। ਅਤੇ ਜਿਸ ਵੇਲੇ ਹੋਮ ਮਿਨਿਸਟਰ ਬਣੇ ਗਿਆਨੀ ਜੀ, ਅਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ। 80 'ਚ 78 'ਚ 77 'ਚ ਗਿਆਨੀ ਜੈਲ ਸਿੰਘ ਉਹਨਾਂ 'ਤੇ ਵਿਜੀਲੈਂਸ ਦੇ ਕੇਸ ਬਣਾਏ, ਗਿਆਨੀ ਜੀ ਦੌੜੇ ਫਿਰਨ। ਉਹ ਫਿਰ ਕੀ ਉਹਨੂੰ ਹਾਈ ਕੋਰਟ 'ਚੋਂ ਐਂਟੀਸਪੇਟਰੀ ਬੇਲ ਮਿਲੀ, ਅਤੇ ਕਈ ਦਿਨ 1-1.5 ਮਹੀਨਾ ਤਾਂ ਗਿਆਨੀ ਜੀ ਕਿਤੇ ਲੱਭੇ ਹੀ ਨਹੀਂ ਸੀ। ਅਤੇ ਉਸ ਵਾਰ ਕੇ ਜਦੋਂ ਕਾਂਗਰਸ ਦੇ ਲੀਡਰ ਗਏ ਗਿਆਨੀ ਜੀ ਨੂੰ ਵਧਾਈ ਦੇਣ ਲਈ, ਅਤੇ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਿਬ ਗਿਆਨੀ ਜੀ ਕੋਲ ਬੈਠੇ ਸੀ ਵਧਾਈ ਦੇਣ ਲਈ। ਇਹ ਸਾਰੇ ਵਾਪਸ ਆ ਗਏ। ਗਿਆਨੀ ਜੀ ਕਹਿੰਦੇ ਤੁਸੀਂ ਵਾਪਸ ਆ ਗਏ ਹੋ, ਕਹਿੰਦੇ ਉਹ ਬੈਠਾ ਸੀ ਜਿਹਨੇ ਸਾਡੇ ਸਾਰਿਆਂ ਦੇ ਕੇਸ ਬਣਾਏ ਸੀ, ਕਹਿੰਦੇ ਉਹਦਾ ਕਰਮ ਉਹਨੇ ਕਰਨਾ, ਮੈਂ ਆਪਣਾ ਕਰਮ ਕਰਨਾ, ਇਹ ਕਰਕੇ ਗੁੱਸਾ ਨਾ ਕਰੋ ਅਤੇ ਆ ਜਾਓ, ਮੈਂ ਤੁਹਾਡੇ ਕੋਲ ਆ ਜਾਣਾ। ਸਾਰੇ ਐਮ ਐਲ ਏ ਨਹੀਂ, ਐਕਸ ਮਿਨਿਸਟਰ ਸੀਗੇ ਉਸ ਟਾਈਮ, ਅਤੇ ਪੰਜਾਬ ਭਵਨ ਸੀ, ਪੰਜਾਬ ਹਾਊਸ ਹੁੰਦਾ ਸੀ। ਅਤੇ ਗਿਆਨੀ ਜੀ ਉੱਥੇ ਆ ਕੇ ਕਹਿੰਦੇ ਯਾਰ ਕਾਹਦਾ ਗੁੱਸਾ ਕਰਦੇ ਹੋ, ਉਹਨੂੰ ਜੋ ਚੰਗਾ ਲੱਗਾ ਉਹਨੇ ਕੀਤਾ, ਜੋ ਮੈਨੂੰ ਲੱਗਾ। ਅਤੇ ਇਹ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਪੋਲੀਟੀਕਲ ਕਲਾਸ ਜਿਹੜੀ ਆ ਇੱਕ ਦੂਜੇ ਨੂੰ ਨੀਵਾਂ ਨਹੀਂ ਸੀ ਦਿਖਾਉਂਦੀ। ਔਰ ਜਿਹੜਾ ਮੈਂ ਕਹਿ ਗਿਆਨੀ ਜੀ ਵਾਲੇ ਉਹਨੂੰ ਮੈਨੂੰ ਸਗੋਂ ਕਹਿਣਾ ਚਾਹੀਦਾ, 77 'ਚ ਪ੍ਰਕਾਸ਼ ਸਿੰਘ ਬਾਦਲ ਨੇ, ਉਹ ਤੋਂ ਪਹਿਲਾਂ ਵਿਜੀਲੈਂਸ ਦਾ ਨਾਂ ਹੀ ਕੋਈ ਨਹੀਂ ਸੀ ਹੁੰਦਾ, ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਵਿਜੀਲੈਂਸ ਡਿਪਾਰਟਮੈਂਟ, ਇੱਕ SP ਹੁੰਦਾ ਸੀ ਪੂਰੇ ਪੰਜਾਬ ਦਾ ਵਿਜੀਲੈਂਸ ਦਾ ਇੰਚਾਰਜ, ਮੈਨੂੰ ਅੱਜ ਵੀ ਯਾਦ ਆ
ਉਹਦਾ ਨਾਮ HS ਆਹਲੂਵਾਲੀਆ, ਉਹ ਪਹਿਲੋਂ SSP ਸੀ, SP ਸੀ, ਫਿਰ ਉਹਨੂੰ DIG ਬਣਾ ਦਿੱਤਾ। ਉਹ ਇਕੱਲਾ ਹੀ, ਹੁਣ ਕਿੰਨੀ ਫੌਜ ਹੈ ਵਿਜੀਲੈਂਸ ਦੀ, ਉਹ ਇਕੱਲਾ ਸਾਰਿਆਂ ਨੂੰ ਘੁਮਾਈ ਫਿਰਦਾ ਸੀ। ਤੋ ਇਸ ਕਰਕੇ ਇਹ ਵਾਕਿਆ ਹੀ ਹੈਗੀਆਂ ਚੀਜ਼ਾਂ ਕਿ ਲੀਡਰ ਨੂੰ ਡਿਫੇਮ ਨਹੀਂ ਸੀ ਕਰਦੇ। ਰੰਧਾਵਾ ਸਾਹਿਬ, ਤੁਸੀਂ ਕਿਉਂਕਿ ਤੁਹਾਡਾ ਸਫ਼ਰ ਵੀ ਕਾਫੀ ਲੰਬਾ ਹੋ ਗਿਆ ਪੋਲੀਟਿਕਸ ਦਾ, ਤੁਸੀਂ ਬੜੀਆਂ ਚੀਜ਼ਾਂ ਦੇਖੀਆਂ ਨੇ, ਬੜੇ ਅਹਿਮ ਪੜਾਵਾਂ ਦੇ ਵਿੱਚੋਂ ਲੰਘੇ ਹੋਏ ਹੋ। ਲੱਗਦਾ ਕਿ ਜਦੋਂ ਦੋ ਧਿਰਾਂ ਦੀ ਆਪਸ 'ਚ ਅੰਡਰਸਟੈਂਡਿੰਗ ਹੋ ਜਾਂਦੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਤੂੰ ਮੈਨੂੰ ਨਾ ਕੁਛ ਕਹੀਂ, ਮੈਂ ਬਿਲਕੁਲ ਇਹੋ ਹੀ ਪੰਜਾਬ 'ਚ ਹੋਇਆ। ਇਸੇ ਕਰਕੇ ਪੰਜਾਬ ਦਾ ਨੁਕਸਾਨ, ਬਿਲਕੁਲ ਇਸੇ ਕਰਕੇ ਪੰਜਾਬ ਦਾ ਗਿਆਨੀ ਜੈਲ ਇਹ ਉਹਨਾਂ ਨੇ ਮੈਂ ਗਿਆਨੀ ਜੀ ਦਾ ਤਾਂ ਨਹੀਂ ਕਹਿੰਦਾ, ਗਿਆਨੀ ਜੀ ਨੇ ਤਾਂ ਵੈਸੇ ਹੀ ਛੱਡ ਦਿੱਤਾ ਸੀ ਸ਼ਗਾਨੀ ਕਮਿਸ਼ਨ 'ਚੋਂ ਕਿ ਮੈਂ ਟੇਬਲ ਨਹੀਂ ਕਰਨੀ ਰਿਪੋਰਟ, ਉਹ ਤਾਂ ਕੋਈ ਗੱਲ। ਉਹਦੇ ਬਾਅਦ 'ਚ ਉਹਨਾਂ ਦੇ ਜੋ ਹੋਇਆ, ਪਰ ਗਿਆਨੀ ਜੀ ਨੇ ਦੁਬਾਰਾ ਨਹੀਂ ਕੀਤਾ, ਸਰਦਾਰ ਦਰਬਾਰਾ ਸਿੰਘ ਨੇ ਨਹੀਂ ਕੀਤਾ। ਇਹਦੇ ਬਾਅਦ ਜਦੋਂ ਕੈਪਟਨ ਸਾਹਿਬ ਆਏ, ਮੇਰਾ ਖਿਆਲ ਕਿ ਕੈਪਟਨ ਸਾਹਿਬ ਨੂੰ 97 'ਚ ਟਿਕਟ ਨਹੀਂ ਸੀ ਦਿੱਤੀ ਬਾਦਲ ਸਾਹਿਬ ਨੇ, ਉਹਨਾਂ ਫਿਰ ਆਪਣਾ ਗੁੱਸਾ ਕੱਢਿਆ ਇਹਦੇ 'ਤੇ, ਅਤੇ ਉਹ ਸਾਨੂੰ ਵੀ ਜਿਹੜੀ ਸੀ ਗਲਤ ਜਿਹੜੀ ਸੀਗੀ ਚੀਜ਼ ਜਾਂ ਠੀਕ ਜਾਂ ਕੋਈ ਸੀਗੀ। ਮੇਰਾ ਖਿਆਲ ਕਿ ਉਸ ਟਾਈਮ ਆਪ ਵਿਜੀਲੈਂਸ ਨੂੰ ਅਸੀਂ ਕਿਹਾ ਵੀ ਸੀ, ਚਲੋ ਉਦੋਂ ਅਸੀਂ ਵੀ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਝੰਡਾ ਚੁੱਕ ਕੇ ਤੁਰ ਪਏ ਸੀ, ਦਿੱਲੀ ਬੈਠੇ ਰਹੇ ਮਹੀਨਾ, ਅਤੇ ਅਸੀਂ ਉਦੋਂ ਵੀ ਕਿਹਾ ਕਿ ਜੇ ਤੁਸੀਂ ਕਰਨਾ ਤਾਂ ਬਾਦਲ ਸਾਹਿਬ ਦਾ ਕੇਸ ਜੇ ਕੁਛ ਕਰਨਾ ਚਾਹੁੰਦੇ ਹੋ ਅਤੇ ਇਹ ਉਹਨੂੰ CBI ਨੂੰ ਦੇ ਦਿਓ। ਅਤੇ ਮੇਰਾ ਖਿਆਲ ਜੇ CBI ਕੋਲ ਜਾਂਦਾ ਤਾਂ ਇਹ ਲੌਜੀਕਲ ਐਂਡ 'ਤੇ ਪਹੁੰਚ ਜਾਣਾ ਸੀ। ਜਿਹੜੇ ਹੌਸਟਾਈਲ ਹੋ ਗਏ ਆਫੀਸਰ ਵਿਜੀਲੈਂਸ ਦੇ, ਉਹ ਨਹੀਂ ਸੀ ਹੋਣੇ, ਅਤੇ ਲੋਕਾਂ ਨੂੰ ਇੱਕ ਇਨਸਾਫ ਮਿਲ ਜਾਣਾ। ਜਿਵੇਂ ਚੌਟਾਲੇ ਦਾ ਹੁੱਡਾ ਸਾਹਿਬ ਨੇ ਅਤੇ ਚੌਟਾਲੇ ਦਾ ਕੇਸ ਭੇਜ ਦਿੱਤਾ, ਅਤੇ ਉੱਥੇ ਠੀਕ ਚੱਲੀ। ਅਤੇ ਉਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਦੇ ਕਰਦੇ ਕਿੱਥੇ ਤੱਕ ਪਹੁੰਚੇ ਆ। ਅਤੇ ਦੂਸਰੀ ਵਾਕਿਆ ਹੀ ਉਹਦੇ ਬਾਅਦ ਕੈਪਟਨ ਸਾਹਿਬ ਅਤੇ ਤਕਰੀਬਨ ਕੰਪਰੋਮਾਈਜ਼ ਕਰ ਗਏ ਸੀ। ਇੱਕ ਬੜੀ ਅਹਿਮ ਚੀਜ਼ ਰੰਧਾਵਾ ਸਾਹਿਬ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੋ ਜਾਂਦੀਆਂ ਤੁਹਾਡੇ ਟੈਨਿਓਰ ਦੇ ਦੌਰਾਨ ਜਾਂ ਤੁਹਾਡੇ ਟੈਨਿਓਰ ਦੇ ਕਿਉਂਕਿ ਤੁਸੀਂ MLA ਹੁੰਦੇ ਹੋ ਜਾਂ ਕੁਛ ਵੀ ਇੱਕ ਪਾਵਰ ਦੇ ਵਿੱਚ ਹੁੰਦੇ ਹੋ। ਤਾਂ ਬੇਅਦਬੀ ਦੀ ਘਟਨਾ ਜਿਹੜੀ ਮੈਨੂੰ ਯਾਦ ਹੈ ਕਿ 2015 ਦੇ ਵਿੱਚ ਵਾਪਰੀ, ਉਸ ਨੇ ਤੁਹਾਡੇ 'ਤੇ ਵੀ ਬੜਾ ਪ੍ਰਭਾਵ ਪਾਇਆ। ਤਾਂ ਤੁਹਾਡੇ ਤੋਂ ਪਾਵਰ ਵੀ ਆਈ ਕਿ ਤੁਸੀਂ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਸਕੋ। ਤਾਂ ਉਹ ਸਮਾਂ ਜਿਹੜਾ ਸੀਗਾ, ਜਦੋਂ ਇੱਕ ਪਾਸੇ ਅਸੀਂ ਇਨਸਾਫ ਮੰਗ ਰਹੇ ਸੀ ਕਿਉਂਕਿ ਸਰਕਾਰ ਦੂਸਰੀ ਸੀ, ਫਿਰ ਤੁਹਾਡੀ ਸਰਕਾਰ ਬਣੀ, ਫਿਰ ਤੁਸੀਂ ਇਨਸਾਫ ਦੇਣ ਵਾਲੇ ਬਣਨਾ ਸੀਗਾ। ਇਹ ਦੋਹੀ ਚੀਜ਼ਾਂ ਕਿਵੇਂ ਐਨਾਲਿਸਿਸ ਕਰਦੇ ਹੋ? ਕਿਉਂਕਿ ਇੱਕ ਪਾਸੇ ਅਸੀਂ ਇਨਸਾਫ ਮੰਗ ਰਹੇ ਸੀਗੇ, ਦੂਜੇ ਪਾਸੇ ਪਾਵਰ ਆਈ, ਫਿਰ ਅਸੀਂ ਇਨਸਾਫ ਕਰਨਾ ਸੀ। ਇਨਸਾਫ ਵੇਖੋ, ਮੇਰੇ ਕੋਲ 3 ਮਹੀਨੇ ਜਿਹੜੀ ਆਈ ਆ, ਅਤੇ ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਇੰਟਰਵਿਊ ਲੈਂਦੇ ਰਹੇ ਹੋ। ਪਹਿਲੇ ਦਿਨ ਹੀ ਇਹ ਕੰਮ ਸਟਾਰਟ ਕਰਕੇ ਉਹ ਸਿਰਸੇ ਵਾਲੇ ਦਾ ਕਸਟੋਡੀਅਲ ਇੰਟਰੋਗੇਸ਼ਨ ਦੀ ਮੰਗ ਉੱਥੇ ਕੋਰਟ ਨੇ ਸਾਨੂੰ ਦੇ ਵੀ ਦਿੱਤੀ, ਹਾਈ ਕੋਰਟ ਨੇ ਸਟੇ ਕਰ ਦਿੱਤੀ, ਉੱਥੇ ਜੇਲ੍ਹ 'ਚ ਭੇਜਿਆ, ਠੀਕ ਨਹੀਂ। ਇਹ ਚੀਜ਼ਾਂ ਤਾਂ ਕੀਤੀਆਂ, ਪਰ ਕੈਪਟਨ ਸਾਹਿਬ ਨੂੰ ਕਹਿੰਦੇ ਰਹੇ ਆ, ਉਹਨਾਂ ਦਾ ਪਤਾ ਨਹੀਂ ਕੀ ਮਜਬੂਰੀ ਸੀ ਉਹਨਾਂ ਦੀ, ਅਤੇ ਨਹੀਂ ਕਰ ਸਕੇ। ਉਹਦੇ ਬਾਅਦ ਫਿਰ ਤੁਹਾਨੂੰ ਪਤਾ ਕਿ ਜਿਹੜੀ ਜਿਨ੍ਹਾਂ ਨੇ ਇਸ਼ਤਿਹਾਰ ਲਾਏ ਸੀ, ਉਹ ਵੀ ਮੈਂ ਇਨਕੁਆਇਰੀ ਉਹਦੇ ਪੇਜ ਦੀ ਹੈਂਡ ਰਿਟਨ ਜਿਹੜੇ ਐਕਸਪਰਟ ਸੀਗੇ ਉਹਨਾਂ ਕੋਲ ਗਈ, ਉਹਨਾਂ ਨੂੰ ਦੱਸਤਾ ਕਿ ਇਸ ਬੰਦੇ ਨੇ ਕੀਤਾ। ਪਰ ਕਿਤੇ ਨਾ ਕਿਤੇ ਇਨਕੁਆਇਰੀ ਜਿਹੜੀ ਆ, ਉਹ ਜੋ ਜਿੱਥੇ ਤੱਕ ਲੌਜੀਕਲ ਐਂਡ ਤੱਕ ਪਹੁੰਚਣਾ ਚਾਹੀਦਾ ਸੀ, ਆਫੀਸਰ ਵੀ ਡਰਦੇ ਰਹੇ ਨੇ ਕਿ ਇਹਨੂੰ ਹੱਥ ਪਾਵਾਂਗੇ ਕੀ ਹੋ ਜੂ। ਇਹ ਜਿਹੜੀ ਚੀਜ਼ਾਂ ਸੀ, 3 ਮਹੀਨੇ ਦਾ ਟਾਈਮ ਜਿਹੜਾ ਸੀ, ਉਹ ਤਾਂ ਆਫੀਸਰਾਂ ਨੂੰ ਵੀ ਪਤਾ ਸੀ ਕਿ 3 ਮਹੀਨੇ ਪਤਾ ਨਹੀਂ ਕੀ ਬਣਨਾ, ਅਤੇ ਜੇ ਕਿਤੇ ਸਾਲ ਕੁ ਮਿਲ ਜਾਂਦਾ ਅਤੇ ਲੌਜੀਕਲ ਐਂਡ ਨਹੀਂ ਪੂਰਾ ਤਹਿ ਤੱਕ ਪਹੁੰਚ ਜਾਣਾ। ਤੁਹਾਡੇ ਕੋਲ ਫਾਈਲਾਂ ਸੀ, ਸਾਰਾ ਕੁਝ ਤੁਹਾਡੇ ਸਾਹਮਣੇ ਸੀਗਾ। ਇੱਕ ਚੀਜ਼ ਤੇ ਇਨਵੋਲਵਮੈਂਟ ਤੇ ਰਾਮ ਰਹੀਮ ਦੀ 100% ਆ, ਠੀਕ ਹੈ। ਕੋਰਟਾਂ 'ਚ ਕੀ ਹੋਣਾ ਕੀ ਨਹੀਂ ਕਰਨਾ, ਬੇਅਦਬੀ ਦਾ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੇ ਦਿਨ ਜਦੋਂ 1 ਮਹੀਨੇ ਦੇ ਪੋਸਟਰ ਲੱਗੇ ਨੇ, 1 ਮਹੀਨੇ ਦੀ ਕਿ ਤੁਹਾਡਾ ਗੁਰੂ ਚੁੱਕਾਂਗੇ, ਅਤੇ ਉਸ ਵੇਲੇ ਉਹ ਪਿੰਡ ਦੇ ਪੂਰੇ ਜਨਤਾ ਨੂੰ ਬਿਠਾ ਕੇ ਉਹਨਾਂ ਦੇ ਹੈਂਡ ਰਿਟਨ ਜਿਹੜੀ ਸੀਗੀ ਰਾਈਟਿੰਗ ਲੈਣੀ ਚਾਹੀਦੀ ਸੀ। ਅਤੇ ਪੰਜਾਬ 'ਚ ਇੰਨੇ ਐਕਸਪਰਟ ਨੇ, 2 ਦਿਨਾਂ 'ਚ ਪਿੰਡ ਦੀ ਸਾਰੇ ਦੀ ਆ ਜਾਣੀ ਸੀ ਕਿ ਕਿੰਨੀ ਲਿਖੀ। ਬਾਅਦ ਵਿੱਚ ਵੀ ਹੋਈ ਹੈ ਇਹ ਚੀਜ਼, ਬਾਅਦ 'ਚ ਕੱਢੀ ਅਸੀਂ, ਉਸੇ ਪਿੰਡ ਦਾ ਹੀ ਬੰਦਾ ਮਿਲਿਆ ਜਿਹਨੇ ਲਾਇਆ। ਅਤੇ ਉਹ ਇਸ ਕਰਕੇ ਇਹ ਜਿਹੜੀਆਂ ਨੇ ਹੋਈਆਂ ਨੇ, ਪਰ ਗੁਰੂ ਨੇ ਦੋਨਾਂ ਨਾਲ ਹੀ ਕੀਤਾ ਕੀ ਆ, ਠੀਕ ਹੈ ਨਹੀਂ। ਮੈਂ ਤਾਂ ਕਿਹਾ ਸੀ ਉਦੋਂ ਵੀ, ਕਿਉਂਕਿ ਜਿਹੜੀ ਲਾਸਟ ਮੀਟਿੰਗ ਮੇਰੀ ਅਪ੍ਰੈਲ 'ਚ 26 ਅਪ੍ਰੈਲ ਨੂੰ, 25 ਨੂੰ ਮੇਰਾ ਬਰਥਡੇ ਸੀ, ਮੈਨੂੰ ਤਾਂ ਯਾਦ ਹੈ, ਅਤੇ 26 ਅਪ੍ਰੈਲ ਨੂੰ ਕੈਬਨਿਟ ਆ ਗਈ। ਮੈਂ ਉੱਥੇ ਪਤਾ ਨਹੀਂ ਕਿਹੜੇ ਟਾਈਮਜ਼ ਆਫ ਇੰਡੀਆ ਜਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਨਿਊਜ਼ ਲੱਗੀ, ਮੈਂ ਸਾਡੀ ਨਲਾਇਕੀ ਆ ਕਿ ਅਸੀਂ ਅਜੇ ਤੱਕ
ਇਹ ਨਹੀਂ ਕੀਤੇ। ਇਹ ਜਿਹੜੀ ਬਰਗਾੜੀ ਖੁੱਲ ਕੇ ਸਾਹਮਣੇ ਆਏ ਸੀ ਉਸ ਵੇਲੇ। ਹਾਂ, ਬਹੁਤ ਨਾਲ ਖੁੱਲ੍ਹ ਕੇ ਸਾਹਮਣੇ ਆਏ। ਦੂਜੇ ਦਿਨ ਕੈਪਟਨ ਸਾਹਿਬ ਨੇ ਕੈਬਨਿਟ ਮੇਰੇ ਨਾਲ ਹੀ ਪੰਗਾ ਪਾਤਾ। ਮੈਂ ਜੀ ਲਓ ਅਸਤੀਫਾ ਲੈ ਲਓ ਜਾਂ ਮੈਨੂੰ ਡਿਸਮਿਸ ਹੀ ਕਰ ਦਿਓ ਜੇ ਨਹੀਂ ਮੈਂ ਕਰ ਰਿਹਾ। ਤਾਂ ਵਾਕਿਆ ਇਹਨਾਂ ਚੀਜ਼ਾਂ ਦੇ ਵਿੱਚ ਹੈਗੀ ਸੀ। ਇਹ ਮੈਂ ਸਵਾਲ ਤਾਂ ਪੁੱਛਣ ਲੱਗਾ ਸੀਗਾ ਕਿ ਫਾਈਲਾਂ ਤੁਹਾਡੇ ਕੋਲ ਸੀ, ਸਾਰਾ ਕੁਝ ਤੁਹਾਨੂੰ ਨਜ਼ਰ ਆ ਰਿਹਾ ਸੀ ਵੀ ਇਹ ਵਾਲੀਆਂ ਚੀਜ਼ਾਂ ਹੋਈਆਂ ਨੇ, ਪਰ ਗੋਗਲ ਸਾਹਿਬ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ, ਮੇਰੇ ਕੋਲ ਤੁਹਾਡੇ ਮੈਂ ਗੱਲ ਤੇ ਤਹਿ ਤੱਕ ਪਹੁੰਚ ਗਿਆ ਹੈ। ਬਿਊਰੋਕਰੇਸੀ ਦਾ ਵੀ ਵਿੱਚ, ਪੁਲਿਸ ਡਿਪਾਰਟਮੈਂਟ ਦਾ ਵੀ, ਮੇਰੇ ਕੋਲ ਖੱਟੜੇ ਤੱਕ ਜਿਹੜੀ ਇਨਕੁਆਇਰੀ ਹੋਈ ਆ, ਮੈਂ ਨਹੀਂ ਕਹਿੰਦਾ ਖੱਟੜੇ ਦੀ, ਮੈਨੂੰ ਅੱਜ ਵੀ ਗੱਲ ਯਾਦ ਆ। ਸੰਦੀਪ ਸੰਧੂ ਵੀ ਉੱਥੇ ਬੈਠਾ ਸੀਗਾ, ਉਹਨਾਂ ਦਾ OSD ਸੀ ਕੈਪਟਨ ਸਾਹਿਬ ਦਾ, ਅਤੇ ਬਾਈ ਚਾਂਸ ਮੈਂ ਵੀ ਉੱਥੇ ਚਲਾ ਗਿਆ। ਸਾਰੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਣਾ ਸੁਣੀ। ਅਖੀਰ 'ਚ ਰਣਬੀਰ ਸਿੰਘ ਖੱਟੜੇ ਨੇ ਕਿਹਾ ਜੀ ਪੁਲਿਸ ਆਫੀਸਰ ਇੱਕ ਪਾਸੇ ਰੱਖ ਦਿਓ। ਮੈਨੂੰ ਮੈਂ ਪਹਿਲਾਂ ਗੁਰੂ ਦਾ ਸਿੱਖ ਹਾਂ, ਇੱਕ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦਾ ਕਿ ਜਿਹੜੀ ਮੈਂ ਇਸ ਰਿਪੋਰਟ 'ਚ ਇੱਕ ਚੀਜ਼ ਲਿਖੀ ਆ, ਇਹ ਮੈਂ ਬਾਇਸਡ ਹੋ ਕੇ ਨਹੀਂ ਲਿਖੀ, ਜੋ ਠੀਕ ਇਨਕੁਆਰੀ ਆ ਮੈਂ ਵਾਹਿਗੁਰੂ ਨੂੰ ਜਾਣ ਦੇਣੀ ਆ, ਮੈਂ ਇਹਦੇ 'ਚ ਕੋਈ ਗਲਤ ਗੱਲ ਨਹੀਂ ਲਿਖੀ। ਇਹ ਬਹੁਤ ਵੱਡੀ ਗੱਲ ਹੁੰਦੀ ਆ। ਤੇ ਉਹਦੇ ਬਾਅਦ ਤੇ ਮੇਰੇ ਖਿਆਲ ਕੈਪਟਨ ਸਾਹਿਬ ਨੂੰ ਸੋਚਣਾ ਹੀ ਕੁਛ ਨਹੀਂ ਸੀ ਚਾਹੀਦਾ, ਉੱਥੇ ਕਲੋਜ਼ ਕਰਕੇ ਜੋ ਐਕਸ਼ਨ ਕਰਨਾ ਸੀ ਕਰ ਦੇਣਾ ਚਾਹੀਦਾ ਸੀ, ਪਰ ਕੀਤਾ ਨਹੀਂ ਨਹੀਂ ਕੀਤਾ। ਰੰਧਾਵਾ ਸਾਹਿਬ, ਤੁਹਾਡੀ ਜ਼ਿੰਦਗੀ ਦੇ ਬੜੇ ਉਤਾਰ ਚੜ੍ਹਾਅ ਦੇਖੇ ਤੁਸੀਂ, ਕਿਉਂਕਿ ਮਦਰ ਦੀ ਮੈਂ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਨੀ ਚਾਹਾਂਗਾ। ਤੁਸੀਂ ਉਹਨਾਂ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਕਿ ਆਓ ਭਗਤ ਕਰਨੀ ਤਾਂ ਬੈਲੈਂਸ ਜਿਹਾ ਬਣਾ ਕੇ ਰੱਖਣਾ ਅਤੇ ਨਾਲ ਦੀ ਨਾਲ ਲੋਕਾਂ ਨਾਲ ਵੀ ਤਾਲਮੇਲ ਬਣਾ ਕੇ ਰੱਖਣਾ ਜਿਹੜੇ ਘਰ ਆਉਣੇ। ਉਚੇਚੇ ਤੌਰ 'ਤੇ ਤੁਸੀਂ ਉਹਨਾਂ ਤੋਂ, ਤੁਹਾਡੀ ਜ਼ਿੰਦਗੀ 'ਤੇ ਕੀ ਅਸਰ ਰਿਹਾ ਉਹਨਾਂ ਦਾ? ਵੇਖੋ ਉਹਨਾਂ ਦੇ ਜਦੋਂ 98 'ਚ ਡੈਥ ਹੋਈ ਆ, ਅਤੇ ਉਦੋਂ ਵਾਕਿਆ ਮੈਨੂੰ ਲੱਗਾ ਕਿ ਰਾਹ ਸਾਰੇ ਬੰਦ ਹੋ ਗਏ। ਇਹ ਫੈਕਟ ਆ। ਇਹ 69 'ਚ ਮੇਰੇ ਫਾਦਰ ਪਹਿਲੀ ਵਾਰ ਉਹਨਾਂ ਨੇ ਮੇਰੀ ਵਾਈਫ ਨੂੰ, ਜਦੋਂ ਉਹਨਾਂ ਦੀ PGI 'ਚ ਡੈਥ ਹੋਈ, ਅਤੇ 2 ਕੁ ਦਿਨ ਪਹਿਲਾਂ ਉਹ ਕਰਨ ਲੱਗ ਪਏ, ਗੱਲਾਂ ਕਰਦੇ ਸੀ। ਮੇਰੀ ਸਿਸਟਰ ਛੋਟੀ ਕੋਲ ਬੈਠੀ, ਵੱਡੀ ਅਮਰੀਕਾ ਤੋਂ ਆ ਗਈ, ਤਿੰਨੇ ਬੈਠੀਆਂ ਸੀ, ਮੈਂ ਵੀ ਕੋਲ ਬੈਠਾ। ਅਤੇ ਮੇਰੇ ਇੰਦਰਜੀਤ ਉਹਨਾਂ ਦੀ ਪਤਾ ਨਹੀਂ ਹੁਣ ਕਿਹੜੀ ਮੈਨੂੰ ਹੁਣ ਯਾਦ ਨਹੀਂ ਗਾ ਕੌਣ ਬੈਠੇ ਸੀ ਉੱਥੇ, ਮੇਰੇ ਫਾਦਰ ਵੀ ਬੈਠੇ ਸੀ। ਅਤੇ ਉਹ ਕਹਿੰਦੇ ਕਿ ਜਦੋਂ ਤੁਹਾਡੇ ਪਾਪਾ ਜੀ ਬਣੇ ਪਹਿਲੀ ਵਾਰ ਹੀ MLA, ਅਤੇ ਮੇਰੇ ਗ੍ਰੈਂਡਫਾਦਰ ਸਰਦਾਰ ਦਲੀਪ ਸਿੰਘ ਹੋਣੀ, ਅਤੇ ਉਹ ਵੀ ਪੁਰਾਣੇ ਗ੍ਰੈਜੂਏਟ ਸੀਗੇ, ਪੜ੍ਹੇ ਲਿਖੇ ਚੰਗੇ ਸੀਗੇ। ਮਾਸਟਰ ਤਾਰਾ ਸਿੰਘ ਉਹਨਾਂ ਦੇ ਨਾਲ ਉਹ ਪੜ੍ਹਦੇ ਰਹੇ ਸੀ। ਉਹ ਕਹਿੰਦੇ ਮੈਂ ਜਦੋਂ ਇਹ ਬਣੇ MLA, ਅਤੇ ਉਹਨਾਂ ਮੈਨੂੰ ਮਿਲਾ, ਕਹਿੰਦੇ ਬੀਬੀ ਕਹਿੰਦੇ ਹੁੰਦੇ, ਕਹਿੰਦੇ ਬੀਬੀ ਗੱਲ ਸੁਣ, ਕਹਿੰਦੇ ਇਹ MLA ਬਣ ਗਿਆ, ਇਹਨੂੰ ਹੁਣ ਤੂੰ ਇਮਾਨਦਾਰ ਤੂੰ ਰੱਖਣਾ, ਜੇ ਇਹਦੇ ਤੇਰੀਆਂ ਡਿਮਾਂਡਸ ਵੱਧ ਗਈਆਂ ਤੇ ਇਹ ਬੇਈਮਾਨ ਬਣ ਜੂ, ਅਤੇ ਜੇ ਤੇਰੀਆਂ ਘਟ ਗਈਆਂ ਤੇ ਕਹਿੰਦੇ ਸਾਰੀ ਜ਼ਿੰਦਗੀ ਇਹ ਇਮਾਨਦਾਰ ਰਹੋ। ਇਹ ਬਹੁਤ ਵੱਡੀ ਗੱਲ ਸੀ। ਅਤੇ ਉਹ ਵੇਖੋ ਮਾਵਾਂ ਹੀ ਹੁੰਦੀਆਂ, ਅਤੇ ਅੱਜ ਜਿੱਥੇ ਪਹੁੰਚਿਆ ਮੈਂ ਆਪਣੀ ਮਾਂ ਕਰਕੇ ਵੀ ਹਾਂ, ਕਿ ਉਹਨਾਂ ਦੀ ਚੰਗੀ ਸੋਚ, ਔਰ ਮੇਰਾ ਖਿਆਲ ਹੈ ਕਿ ਬਹੁਤ ਘੱਟ ਇਹੋ ਜਿਹੀਆਂ ਮਾਵਾਂ ਹੁੰਦੀਆਂ। ਠੀਕ ਹੈ ਰੰਧਾਵਾ ਸਾਹਿਬ, ਮੈਨੂੰ ਲੱਗਦਾ ਹੁਣ ਥੋੜ੍ਹਾ ਜਿਹਾ ਆਪਾਂ, ਕਿਉਂਕਿ ਤੁਹਾਡੇ ਘਰ ਆਏ ਹਾਂ ਅੱਜ, ਥੋੜ੍ਹਾ ਜਿਹਾ ਬਾਹਰ ਵੀ ਘੁੰਮ ਲੈਂਦੇ, ਥੋੜ੍ਹਾ ਜਿਹਾ ਨਾਲੇ ਪਤਾ ਲੱਗ ਜੂਗਾ ਲੋਕਾਂ ਨੂੰ ਰੰਧਾਵਾ ਸਾਹਿਬ ਦਾ ਪਿੰਡ ਦੇ ਵਿੱਚ ਕਿਹੋ ਜਿਹਾ ਇਲਾਕਾ ਹੈਗਾ, ਅਤੇ ਨਾਲ ਥੋੜ੍ਹਾ ਜਿਹਾ ਆਪਾਂ ਬਾਹਰਲੀ ਫੇਰੀ ਪਾ ਲੈਂਦੇ ਹੁਣ ਤੁਹਾਡੇ ਗੱਲਬਾਤ ਕਰਦੇ ਜੀ। ਵੈਸੇ ਮੈਨੂੰ ਲੱਗਦਾ ਕਿ ਪਿੰਡ ਦੇ ਵਿੱਚ ਰਹਿਣਾ ਜ਼ਿਆਦਾ ਜ਼ਰੂਰੀ ਹੈ ਇੱਕ ਪੋਲੀਟੀਸ਼ੀਅਨ ਲਈ, ਜਿਵੇਂ ਅਸੀਂ ਅਕਸਰ ਦੇਖਦੇ ਹਾਂ। ਵਾਕਿਆ ਦਿਲ ਵੀ ਲੱਗਾ ਰਹਿੰਦਾ, ਕੋਈ ਨਾ ਕੋਈ ਆ ਜਾਂਦਾ। ਮੈਨੂੰ ਅੱਜ ਵੀ ਯਾਦ ਹੈ 71 ਦੀ ਵਾਰ ਹੋਈ ਸੀ ਜੀ, ਅਤੇ ਉਦੋਂ ਸ਼ੈੱਡ ਨਹੀਂ ਸੀ, ਉਦੋਂ ਕੱਚਾ ਥਾਂ ਸੀ। ਅੱਛਾ ਜੀ। ਅਤੇ ਜਿੱਥੇ ਗੱਡੀ ਖੜੀ ਆ, ਅਤੇ ਇੱਥੋਂ ਇਹੋ ਹੀ ਦਰਵਾਜ਼ਾ ਆਉਂਦਾ ਹੁੰਦਾ, ਇੱਥੇ ਅਸੀਂ ਬੰਕਰ ਪੁੱਟਿਆ ਹੁੰਦਾ ਸੀ। ਅੱਛਾ ਜੀ। ਇੱਥੇ ਜਦੋਂ ਏਅਰ ਅਟੈਕ ਹੋਣਾ, ਕਿਉਂਕਿ ਇਹ ਜਿਹੜਾ ਪਿੰਡ ਹੈ ਨਾ ਸਾਹਮਣੇ, ਜਦੋਂ ਸੜਕ 'ਤੇ ਜਾਵਾਂਗੇ ਇਹਦੇ ਤੋਪਾਂ ਲੱਗੀਆਂ ਹੁੰਦੀਆਂ ਸੀ। ਅੱਛਾ। ਅਤੇ ਕਿੰਨੀ ਕੁ ਮੇਰੇ ਖਿਆਲ 300 ਗਜ 'ਤੇ ਤੋਪਾਂ ਲੱਗੀਆਂ ਸੀ ਜੀ। ਇੱਥੇ ਏਅਰ ਅਟੈਕ ਜਦੋਂ ਹੋਣਾ, ਅਤੇ ਅਸੀਂ ਸਾਰੇ ਬੰਕਰ 'ਚ ਵੜ ਜਾਣਾ। ਅੱਛਾ, ਇਹ ਬੰਕਰ ਬਿਲਕੁਲ ਇੱਥੇ ਥਾਂ ਜਿੱਥੇ ਆਪਾਂ ਖੜੇ ਹਾਂ ਤੁਸੀਂ, ਇਹ ਸਾਡੇ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਹੁੰਦਾ ਸੀ। ਇੱਥੇ ਅਗਲੇ ਪਾਸੇ ਘਰ ਨਹੀਂ ਸੀ ਉਸ ਟਾਈਮ ਹੁੰਦੇ, ਇਹ ਬਾਅਦ 'ਚ ਬਣੇ ਨੇ। ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਜਿਸ ਇਲਾਕੇ 'ਚ ਖੜੇ ਹਾਂ ਇੱਥੋਂ ਸਰਹੱਦ ਵੀ ਬੜੀ ਨੇੜੇ ਪੈ ਜਾਂਦੀ ਹੈ। ਇੱਥੋਂ 7 ਕਿਲੋਮੀਟਰ ਹੈ ਇੱਥੋਂ। ਇਹ ਸਾਡਾ ਰੰਧਾਵਾ ਸਾਹਿਬ, ਇਹ ਬੜੀ ਅਹਿਮ ਚੀਜ਼ ਆ, ਮੈਨੂੰ ਲੱਗਦਾ ਕਿ ਇਹਦੇ ਬਾਰੇ ਵੀ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਬਾਰਡਰ 'ਤੇ ਰਹਿੰਦੇ ਜਿਹੜੇ ਲੋਕ ਆ, ਉਹਨਾਂ ਨੇ ਕਿਸ ਤਰੀਕੇ ਨਾਲ 71 ਦੀ
ਇਹ ਜੰਗ ਦਾ ਸਮਾਂ ਹੰਡਾਇਆ, 65 ਦੀ ਜੰਗ ਦਾ ਭੋਗਲ ਸਮਾਂ ਸਾਹਿਬ ਗੱਲ ਬੋਲੋ ਵੀ ਮੈਂ 6 ਸਾਲ ਦਾ ਸੀ 65 ਦੀ ਵਾਰ 'ਚ, ਤੇ ਉਸ ਵੇਲੇ ਸਾਨੂੰ ਰਾਤ ਨਿਕਲਣਾ ਪਿਆ ਸੀ ਪਿੰਡੋਂ, ਤੇ ਮੈਨੂੰ ਅੱਜ ਵੀ ਜ਼ਿਆਦਾ ਮੈਂ ਨਿੱਕਰ ਪਾਈ ਸੀ, ਗਰਮੀਆਂ ਸੀਗੀਆਂ ਤੇ ਇੱਕ ਬਨੈਣ ਪਾਈ ਸੀ, ਤੇ ਇੱਥੋਂ ਅਸੀਂ ਚੱਲੇ ਹਾਂ। ਸਾਡੇ ਕੋਲ ਉਦੋਂ ਅੱਛਾ ਟਰੈਕਟਰ 'ਚ ਪਤਾ ਨਹੀਂ ਜੀਟਰ ਹੁੰਦਾ ਸੀ, ਤੇ ਉਹਦੇ 'ਚ ਸਮਾਨ ਰੱਖਿਆ, ਬਾਕੀ ਸਾਰੇ ਬਹਿ ਗਏ ਸਾਡੇ ਜਾਣ ਤੋਂ ਪਹਿਲਾਂ ਹੀ। ਤੇ ਅਸੀਂ ਇੱਥੋਂ ਨਹਿਰ ਆ ਸਾਡੇ, ਤੁਰ ਕੇ ਕੋਈ 15-16 ਕਿਲੋਮੀਟਰ, ਜਿਵੇਂ ਮੈਨੂੰ ਉਦੋਂ ਯਾਦ ਹੁਣ ਆਉਂਦਾ ਕਿ ਜਿਵੇਂ ਪਾਕਿਸਤਾਨ ਨਹੀਂ ਸੀ ਬਣਿਆ ਹਿੰਦੁਸਤਾਨ ਪਾਕਿਸਤਾਨ, ਤੇ ਇੱਦਾਂ ਦੁਨੀਆ ਨੂੰ ਪਿੰਡ ਛੱਡ ਕੇ ਜਾਣਾ ਪਿਆ ਸੀ। ਤੇ 71 ਦੀ ਵਾਰ ਦੇ ਵਿੱਚ ਉਦੋਂ ਅਸੀਂ ਕਦੇ ਪਿੰਡੋਂ ਨਹੀਂ ਨਿਕਲੇ, ਇੱਥੇ ਬੰਕਰ ਬਣ ਕੇ ਬਾਕਰ ਦੇ ਵਿੱਚ ਹੀ ਰਾਤਾਂ ਕੱਟਣੀਆਂ। ਜਦੋਂ 에ਅਰ ਅਟੈਕ ਹੋਣਾ ਤੇ ਉਦੋਂ ਹੀ ਵੜ ਜਾਣਾ। ਤੇ ਉਹ ਫਿਰ ਮਹਾਰਾਜ ਦੀ ਇੰਨੀ ਕਿਰਪਾ ਲੱਗੀ ਹੋਈ ਕਿ ਉਹਨਾਂ ਨੂੰ ਇੱਥੇ ਬਾਗ ਹੁੰਦਾ ਸੀ, ਤੇ ਉੱਥੇ ਕਦੀ ਵੀ ਨਹੀਂ ਅਟੈਕ ਨਹੀਂ ਹੋਇਆ। ਇੱਥੋਂ ਪਿੰਡ ਦੇ ਦੁਆਲੇ ਦੁਆਲੇ ਜਹਾਜ਼ ਫਿਰ ਕੇ ਨਿਕਲ ਜਾਂਦੇ ਹੁੰਦੇ ਸੀ, ਤੇ ਉਹ ਚਲੇ ਜਾਂਦੇ ਸੀ। ਜੇ ਅਸੀਂ ਇੱਥੇ ਦੀ ਗੱਲ ਕਰੀਏ, ਹੁਣ ਮੈਨੂੰ ਲੱਗਦਾ ਕਿ ਅਕਸਰ ਤੁਸੀਂ ਇੱਥੇ ਹੀ ਲੋਕ ਦਰਬਾਰ ਵੀ ਲਾਉਂਦੇ ਆ, ਲੋਕ ਇੱਥੇ ਤੁਹਾਡੇ ਕੋਲ ਮਿਲਣ ਆਉਂਦੇ ਨੇ ਪਿੰਡ ਦੇ ਵਿੱਚ। ਜਦੋਂ ਇੱਕ ਤਾਂ ਸਰਕਾਰ 'ਚ ਹੁੰਦੇ, ਜਦੋਂ ਉਦੋਂ ਬਹੁਤ ਸਾਰੇ ਕੰਮ ਅਸੀਂ ਹੱਲ ਕਰਾ ਦਿੰਦੇ ਆ, ਪਰ ਜਦੋਂ ਸਰਕਾਰ 'ਚ ਨਹੀਂ ਹੁੰਦੇ ਉਦੋਂ ਵੀ ਲੋਕ ਆਉਂਦੇ ਨੇ। ਵੇਖੋ ਇਹ ਤਾਂ ਚੀਜ਼ ਹੈਗੀ ਕਿ ਜਦੋਂ ਉਦੋਂ ਬਹੁਤ ਘੱਟ ਹੋ ਜਾਂਦੇ ਆ, ਜੇ ਉਦੋਂ ਤੁਹਾਨੂੰ ਰੋਜ਼ ਦਾ 700-800 ਬੰਦਾ ਮਿਲਦਾ, ਤੇ ਹੁਣ 40-50 ਮਿਲਦੇ ਨੇ। ਤੋ ਇਹ ਤੇ ਉਤਰਾ ਚੜਾ ਚੱਲਿਆ ਹੀ ਰਹਿੰਦਾ। ਬਿਲਕੁਲ, ਆਪਾਂ ਦਫ਼ਤਰ ਵੱਲਾਂ ਵੀ ਜਾਈ ਤੁਹਾਡੇ, ਜਿੱਥੇ ਤੁਸੀਂ ਲੋਕਾਂ ਨਾਲ ਮਿਲਦੇ ਹੋ। ਮੈਨੂੰ ਲੱਗਦਾ ਕਿ ਬਹੁਤਾ ਤੇ ਮੈਂ ਇਹਦੇ ਸ਼ੈੱਡ ਥੱਲੇ ਹੀ ਮਿਲਦਾ ਸੀ। ਅੱਛਾ, ਉਹ ਇੱਥੇ ਕਿਉਂਕਿ ਜ਼ਿਆਦਾ ਲੋਕ ਹੋ ਜਾਂਦੇ ਲੋਕ, ਤੇ ਉੱਥੇ ਤੇ ਵਾਕਈ ਜਿਹੜੇ ਪਿੰਡ 'ਚ ਰਹਿਣਾ ਐਕਸਪੀਰੀਅੰਸ ਬੜਾ ਵੱਡਾ, ਕਿਉਂਕਿ ਇੱਕ ਤੇ ਪਿੰਡ 'ਚ ਇਦਾਂ ਲੱਗਦਾ ਕਿ ਮੈਂ ਆਪਣੇ ਘਰ 'ਚ ਜੜ੍ਹਾਂ ਨਾਲ ਜੁੜਿਆ ਬੰਦਾ। ਬਿਲਕੁਲ। ਜਦੋਂ ਬੰਦਾ ਸ਼ਹਿਰ ਚਲ ਜਾਂਦਾ, ਉੱਥੇ ਦੀ ਆਬੋ ਹਵਾ ਹੋਰ ਹੈ, ਚੰਡੀਗੜ੍ਹ ਦੇ ਵਿੱਚ ਮਾਹੌਲ ਅਲੱਗ ਹੈ। ਉੱਥੇ ਪਤਾ ਨਹੀਂ ਕਿਹੜਾ ਲਾਗ ਗੁਆਂਢੀ, ਇੱਥੇ ਤੇ ਆ ਹੈਗੇ ਨੇ ਕਿ ਛੋਟੇ ਹੁੰਦੇ ਖੇਡਦੇ ਰਹੇ, ਕੋਈ ਇੱਧਰ ਆ ਗਿਆ, ਕੋਈ ਹੋਰ ਆ ਗਿਆ, ਇਹ ਚੀਜ਼ਾਂ ਤੇ ਹੁੰਦੀਆਂ। ਸਾਰੇ ਜਾਣਦੇ ਨੇ ਇੱਥੇ, ਆਪਣਾਪਨ ਤਾਂ ਹੁੰਦਾ ਹੀ ਆ ਉੱਥੇ। ਫਿਰ ਵੀ ਵੈਸੇ ਜਦੋਂ ਤੁਸੀਂ ਫਰਕ ਸਮਝਦੇ ਹੋ ਰੰਧਾਵਾ ਸਾਹਿਬ, ਕਿ ਇਹ ਜਿਹੜਾ ਫਰਕ ਹੈਗਾ ਸ਼ਹਿਰ ਦੇ ਵਿੱਚ ਰਹਿਣਾ ਤੇ ਪਿੰਡ ਦੇ ਵਿੱਚ ਰਹਿਣਾ, ਇਹ ਕਿੰਨਾ ਕੁ ਤੁਹਾਨੂੰ ਡਿਫਰ ਕਰਦਾ? ਤੁਸੀਂ ਪ੍ਰੈਫਰ ਕਿੱਥੇ ਕਰਦੇ, ਸ਼ਹਿਰ ਦੇ ਵਿੱਚ ਰਹਿਣਾ ਪ੍ਰੈਫਰ ਕਰਦੇ ਜਾਂ ਇੱਥੇ ਪਿੰਡ 'ਚ ਰਹਿਣਾ ਪ੍ਰੈਫਰ ਕਰਦੇ? ਪਿੰਡ ਦੇ ਵਿੱਚ ਇੱਥੇ ਰਹਿਣਾ ਜ਼ਿਆਦਾ। ਸ਼ਹਿਰ 'ਚ ਚੰਡੀਗੜ੍ਹ ਨਾ ਗੁਆਂਢੀ ਦਾ ਪਤਾ ਨਹੀਂ ਨਾਲ ਦਾ ਕੌਣ ਆ, ਤੇ ਮੇਰੇ ਖਿਆਲ ਕਿ ਕਦੀ ਬੋਲੀ ਦਾ ਵੀ ਨਹੀਂ, ਬੁਲਾਈ ਦਾ ਵੀ ਨਹੀਂ। ਤੇ ਪਿੰਡ ਦੇ ਵਿੱਚ ਤੇ ਕੋਈ ਚਾਚਾ ਆ ਗਿਆ, ਕੋਈ ਤਾਇਆ ਆ ਗਿਆ, ਕੋਈ ਭਰਾ ਆ ਗਿਆ, ਕੋਈ ਚਾਚੀ ਆ ਗਈ, ਠੀਕ ਹੈ। ਕਿ ਜਿਹਨੂੰ ਇੰਨਾ ਪਤਾ ਹੁੰਦਾ, ਭਾਵੇਂ ਨਾ ਵੀ ਮਿਲ ਗਈ, ਲੇਟ ਆਈ ਦਾ ਪਤਾ ਹੁੰਦਾ ਕਿ ਸਾਰੇ ਮੇਰੇ ਆਪਣੇ ਨੇ, ਤੇ ਇਹ ਚੀਜ਼ ਆ। ਇੱਥੇ ਇਹ ਵੀ ਤਸਵੀਰਾਂ ਦਿਖਾ ਦੀ, ਕਿਉਂਕਿ ਇੱਥੇ ਅਕਸਰ ਲੋਕ ਆਏ ਰਹਿੰਦੇ ਨੇ। ਹੁਣ ਵੀ ਬਹੁਤ ਸਾਰੇ ਲੋਕ ਬੈਠੇ ਨੇ ਅੰਦਰ, ਰੰਧਾਵਾ ਸਾਹਿਬ ਦਾ ਇੰਤਜ਼ਾਰ ਲਗਾਤਾਰ ਚੱਲ ਰਿਹਾ ਹੈਗਾ। ਰੰਧਾਵਾ ਸਾਹਿਬ, ਲੋਕਾਂ ਦੇ ਨਾਲ ਮੁਲਾਕਾਤ ਕਰਕੇ ਮਸਲੇ ਹੱਲ ਕਰਾਉਣੇ, ਜਦੋਂ ਇਹ ਪਾਵਰ ਮਿਲਦੀ ਹੈ ਬੰਦੇ ਨੂੰ, ਮੈਨੂੰ ਲੱਗਦਾ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ। ਜ਼ਿੰਮੇਵਾਰੀ ਵਾਲਾ ਹੈਗਾ, ਪਰ ਤਕਰੀਬਨ ਠੀਕ ਹੀ ਹੁੰਦਾ। ਜ਼ਿੰਮੇਵਾਰੀ ਤਾਂ ਹੁੰਦੀ ਹੈ। ਵੇਖੋ, ਇਹ ਲੋਕਾਂ ਦੀਆਂ ਇੱਕ ਚੀਜ਼ ਮੈਂ ਜ਼ਰੂਰ ਵੇਖੀ ਹੈ ਕਿ ਜੇ ਐਡਮਿਨਿਸਟ੍ਰੇਸ਼ਨ ਇਨਸਾਫ ਦੇਣ ਲੱਗ ਪਏ ਤਾਂ ਫਿਰ ਪੋਲੀਟੀਕਲ ਬੰਦਿਆਂ ਦੇ ਕੋਲ ਰਸ਼ ਕਰੇਗਾ। ਤੇ ਇਹ ਇੱਥੇ ਜਿੱਦਾਂ ਹੁਣ ਲੋਕ ਆਉਂਦੇ ਨੇ, ਮਸਲੇ ਕਿਹੜੇ ਲੈ ਕੇ, ਹਲਕੇ ਦੇ ਮਸਲੇ ਹੁੰਦੇ ਨੇ ਜਾਂ ਹੋਰ? ਹਲਕੇ ਦੇ ਇਹਨਾਂ ਦੇ, ਬਾਕੀ ਕੋਈ ਨਹੀਂ, ਆਪਣੇ ਪਰਸਨਲ ਹੋ ਗਏ, ਹਲਕੇ ਦੇ ਹੋ ਗਏ, ਇੱਦਾਂ ਦੀ ਗੱਲ ਹੈ। ਪਰ ਇੱਕ ਚੀਜ਼ ਜ਼ਰੂਰ ਮੈਂ ਵੇਖੀ ਹੈ ਕਿ ਸਾਨੂੰ ਥੋੜ੍ਹਾ ਜਿਹਾ ਪੋਲੀਟੀਕਲ ਬੰਦਿਆਂ ਨੂੰ ਅਮੈਂਡ ਕਰਨਾ ਪਊ ਆਪਣੇ। ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜਿਹੜੀ ਹੈ ਕਿ ਮਸਲੇ ਜਿਹੜੇ ਆ ਪੁਲਿਸ ਸਟੇਸ਼ਨ ਜਾਂ ਹੋਰ ਕੋਈ ਆ, ਇਹ ਸਕਰੂ ਕੱਸਣਾ ਪਏਗਾ ਕਿ ਲੋਕਾਂ ਨੂੰ ਇਨਸਾਫ ਦਿਓ ਤੇ ਥਾਣੇ 'ਚ ਹੀ ਖਤਮ ਕਰੋ। ਆਪਾਂ ਥੋੜ੍ਹੇ ਜਿਹੇ ਅਖੀਰ ਤੇ ਇਹ ਵੀ ਗੱਲ ਕਰ ਲਈਏ, ਜਿੱਦਾਂ ਹੁਣ ਇਸ ਵੇਲੇ ਜਿਹੜੇ ਹਾਲਾਤ ਨੇ, ਲੱਗਦਾ ਕਿ ਪੰਜਾਬ ਦੇ ਵਿੱਚ ਬੜੀ ਚਿੰਤਾਜਨਕ ਹਾਲਾਤ ਨੇ। ਕਿਉਂਕਿ ਮੈਂ ਹੁਣ ਪੰਜਾਬ ਦੇ ਥੋੜ੍ਹੀ ਜਿਹੀ ਆਪਾਂ ਫਿਊਚਰ ਦੀ ਵੀ ਗੱਲ ਕਰ ਲਈਏ ਕਿ ਇਸ ਵੇਲੇ ਜਿਨ੍ਹਾਂ ਹੱਥਾਂ ਦੇ ਵਿੱਚ ਪੰਜਾਬ ਹੈਗਾ, ਲੱਗਦਾ ਕਿ ਚਿੰਤਾ ਦੀ ਗੱਲ ਆ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਹੁਣ। ਬਿਲਕੁਲ, ਇਹ ਜਿਹੜੀ ਚੀਜ਼ ਆ, ਇਹ ਤਾਂ ਚੀਜ਼ ਤੁਹਾਨੂੰ ਹੀ ਪਤਾ ਜੋ ਹੋ ਰਿਹਾ। ਔਰ ਮਾਨ ਸਾਹਿਬ ਨੂੰ ਇਹਦੇ ਤੇ ਜ਼ਿਆਦਾ ਸੀਰੀਅਸ ਹੋਣਾ ਪਏਗਾ। ਸਾਨੂੰ ਡਿਪੈਂਡੈਂਟ ਬਾਹਰਲਿਆਂ 'ਤੇ ਨਹੀਂ ਹੋਣਾ ਪਊਗਾ। ਆਪ ਸੈਲਫ ਜਿਹੜੀ ਆ, ਸਾਡਾ ਪੰਜਾਬ ਆ, ਸਾਨੂੰ ਆਪ ਡਿਸੀਜਨ ਲੈਣੇ ਪੈਣਗੇ। ਠੀਕ ਆ, ਕਾਂਗਰਸ ਵੇਲੇ ਵੀ ਅਸੀਂ, ਦਿੱਲੀ ਸਾਡੀ ਹਾਈ ਕਮਾਂਡ ਆ, ਪਰ ਜਿਹੜੇ ਡਿਸੀਜਨ ਲੈਣੇ ਉਹ ਸਾਡਾ ਕੰਮ ਆ, ਤੇ ਉਹ ਸਾਨੂੰ ਲੈਣੇ ਪੈਣਗੇ। ਇਸ ਵੇਲੇ ਮੈਨੂੰ ਲੱਗਦਾ ਕਿ ਠੰਡ ਵੀ ਬਹੁਤ ਆ। ਗੁਰਦਾਸਪੁਰ ਦਾ ਏਰੀਆ, ਮੈਂ ਕੱਲ੍ਹ ਵੀ ਤਾਪਮਾਨ ਦੇਖ ਰਿਹਾ ਸੀਗਾ, ਤੇ ਇੱਧਰਲੇ ਏਰੀਏ ਦੇ ਵਿੱਚ ਠੰਡ ਵੀ ਬਹੁਤ ਪੈਂਦੀ ਹੈ। ਮੈਂ ਥੋੜ੍ਹੀ ਜਿਹੀ ਗੱਲ ਉਹੀ ਦੁਬਾਰਾ ਕਰਨੀ ਚਾਹਾਂਗਾ ਕਿ ਉਹ ਜਿਹੜੀ ਜੰਗ ਦਾ ਸਮਾਂ ਸੀਗਾ, ਉਹ ਤੁਹਾਡੇ ਪਰਿਵਾਰ ਨੇ ਖਾਸ ਕਰਕੇ ਕਿਸ ਤਰੀਕੇ ਨਾਲ ਹੰਡਾਇਆ? ਜਿਵੇਂ ਤੁਸੀਂ ਦੱਸਦੇ ਸੀ ਬੰਕਰਾਂ ਦੇ ਵਿੱਚ ਵੜਨਾ। ਕਿ 71 ਜਾਂ 65 ਕਿ ਕਿਹੜੀ 71 ਦੀ ਜੰਗ, 65 ਵਾਲੀ ਤੁਸੀਂ ਦੱਸੀ, ਥੋੜਾ ਜਿਹਾ ਵੀ ਬੰਕਰਾਂ 'ਚ ਵੜ ਜਾਂਦੇ ਸੀ। 71 ਵਾਲੀ ਦੱਸੀ, 65 ਵਾਲੀ ਤੇ ਇੱਥੋਂ ਪਿੰਡ ਹੀ ਛੱਡ ਕੇ ਚਲੇ ਗਏ ਸੀ। ਪਿੰਡ ਛੱਡ ਕੇ ਚਲੇ ਗਏ ਕਿਉਂਕਿ ਉਹਨਾਂ ਦੇ
ਥੋੜ੍ਹੇ ਜਿਹੇ ਵੱਧ ਆਏ ਸੀ ਅੱਗੇ, ਅਤੇ ਫਿਰ ਦੂਸਰੇ ਦਿਨ ਗੋਰਖਾ ਤੇ ਸਿੱਖ ਰੈਜੀਮੈਂਟ ਆਈ, ਤੇ ਉਹਨਾਂ ਫਿਰ ਪਾਕਿਸਤਾਨ ਨੂੰ ਇੱਥੋਂ 65 ਤੋਂ ਪਿੱਛੇ ਤੱਕ ਕੇ ਲੈ ਪਿੱਛੇ ਗਏ, ਤੱਕ ਹੀ ਗਏ ਸੀ। ਤੱਕ ਕੇ ਲੈ ਗਏ। 71 ਚ ਨਹੀਂ ਕਿੰਨਾ ਸਮਾਂ ਫਿਰ ਘਰੋਂ ਇੱਥੋਂ ਛੱਡ ਕੇ ਰਹਿਣਾ ਪਿਆ ਸੀ? 4 ਦਿਨ। ਚੌਥੇ ਦਿਨ ਵਾਪਸ ਆ ਗਏ। ਚੌਥੇ ਦਿਨ ਵਾਪਸ? ਸਾਰੇ ਦਰਵਾਜ਼ੇ ਦੂਜੇ ਸਾਰੇ ਲੋਕਾਂ ਦੇ ਖੁੱਲੇ ਹੀ ਰਹਿ ਗਏ ਸੀ। ਅੱਛਾ ਜੀ। ਕਿ ਤੋੜੋ ਕੋਈ ਤਾਂ ਹੀ ਚੱਲ ਪਈ ਗੱਲ। ਮੱਝਾਂ ਜਿਹੜੀਆਂ ਸੀ ਉਹ ਰਹਿ ਗਈਆਂ। ਐਕਚੁਅਲੀ ਤਾਂ ਉਦੋਂ ਨੁਕਸਾਨ, ਲੜਾਈਆਂ ਦੇ ਵਿੱਚ ਨੁਕਸਾਨ ਵੀ ਬਹੁਤ ਹੁੰਦਾ ਕਿ ਲੋਕਾਂ ਨੂੰ ਆਪਣੇ ਜਿਹੜੇ ਪਸ਼ੂ ਹੁੰਦੇ ਆ ਉਹਨਾਂ ਦੇ ਸੰਗਲ ਖੋਲ ਕੇ ਇੱਦਾਂ ਹੀ ਤੁਰੀਆਂ ਫਿਰਦੀਆਂ ਨੇ, ਕਿਸੇ ਨੇ ਮੱਝ ਉਹਦੀ ਫੜ ਲਈ। ਫਿਰ ਇਹ ਵੀ ਲੋਕਾਂ 'ਚ ਇਮਾਨਦਾਰੀ ਵੀ ਸੀਗੀ, ਅਤੇ ਉਹ ਬਾਅਦ 'ਚ ਜੇ ਕੋਈ ਆਉਂਦਾ ਸੀ, ਮੇਰੀ ਮੱਝ ਆ, ਤੁਹਾਨੂੰ ਕਹਿੰਦੇ ਲੈ ਜਾ, ਤੇਰੀ ਹੋਣੀ ਆ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੈਗੀਆਂ। ਫਿਰ ਪਾਕਿਸਤਾਨ 'ਚ ਅਸੀਂ ਚਲੇ ਗਏ ਸੀ ਸ਼ਕੜਗੜ੍ਹ ਤੱਕ, ਕਲਾਨੌਰ ਵਾਲੀ ਸਾਈਡ ਤੋਂ। ਉਹ ਲੋਕਾਂ ਨੇ ਉੱਥੋਂ ਜਾ ਕੇ ਉਹਨਾਂ ਦੇ ਦਰਵਾਜ਼ੇ ਵੀ ਲਾ ਕੇ ਲੈਂਦੇ, ਛੱਤਾਂ ਵੀ ਲਾ ਕੇ ਲੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਵੇਖੀਆਂ, ਕਾਫੀ ਆਪ ਹੰਡਾਈਆਂ ਨੇ। ਰੰਧਾਵਾ ਸਾਹਿਬ, ਕਿਉਂਕਿ ਸਮਾਂ 19 ਕੁ ਆਪਾਂ ਨੂੰ ਆਗਿਆ ਦਿੰਦਾ, ਪਰ ਅਖੀਰ ਤੇ ਜਾਂਦੇ ਮੈਂ ਉਹ ਗੱਲ ਵੀ ਜ਼ਰੂਰ ਕਰਦਾ ਚੱਲਾਂ, ਕਿਉਂਕਿ 1984 ਦਾ ਬੜਾ ਅਸਰ ਤੁਹਾਡੇ ਤੇ ਰਿਹਾ। ਲੋਕਾਂ ਦੇ ਵਿੱਚ ਇੱਕ ਸਵਾਲ ਹਮੇਸ਼ਾ ਰਹਿੰਦਾ ਹੈ ਕਿ ਜਿਸ ਧਿਰ ਨੇ ਅਟੈਕ ਕਰਵਾਇਆ, ਉਸੇ ਧਿਰ ਦੇ ਨਾਲ ਪੋਲੀਟੀਕਲ ਤੌਰ ਤੇ ਜੁੜਨ ਦੇ ਕੀ ਮਕਸਦ ਰਹੇ ਹੋਗੇ? ਨਹੀਂ, ਵੇਖੋ ਗੱਲ ਸੁਣੋ, ਇਹਦੇ 'ਚ ਉਹ ਤਾਂ ਬੜੀ ਮੰਦਭਾਗੀ ਘਟਨਾ, ਠੀਕ ਹੈ, ਨਹੀਂ ਕਿ ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ। ਕਿਉਂ ਹੋਈ ਉਦੋਂ, ਇਹ ਜਿਹੜੀਆਂ ਚੀਜ਼ਾਂ ਨੇ। ਪਰ ਪੋਲੀਟੀਕਲ ਪਾਰਟੀ ਜੇ ਇਹ ਆਪਾਂ ਇਹ ਕਰੀਏ ਕਿ ਉਹਦੇ 'ਚ ਕਾਂਗਰਸ ਪਾਰਟੀ ਨੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਜਾਂ ਹੋਰ ਕੋਈ ਲੱਗੇ, ਜੈਤੋ ਦਾ ਮੋਰਚਾ ਲੱਗਾ, ਉਹਦੇ 'ਚ ਕਾਂਗਰਸ ਵੀ ਉਦੋਂ ਸਾਰੇ ਵੱਧ ਚੜ੍ਹ ਕੇ ਉਹਦੇ 'ਚ ਅੱਗੇ ਹੋ ਕੇ ਖੜੇ ਹੁੰਦੇ ਸੀ। ਅਤੇ ਜੇ ਪਿਛੋਕੜ ਵੇਖੀਏ ਤਾਂ ਮੇਰਾ ਖਿਆਲ ਹੈ ਕਿ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ, ਜਿਹੜੇ ਬਾਅਦ 'ਚ ਕਾਂਗਰਸ ਦੇ ਵੀ ਪ੍ਰਧਾਨ ਬਣਦੇ ਰਹੇ, ਅਤੇ ਉੱਧਰ ਵੀ ਬਣਦੇ ਰਹੇ, ਜਿਵੇਂ ਮਜੈਲ ਸਾਹਿਬ ਸੀਗੇ, ਗਿਆਨੀ ਗੁਰਮੁਖ ਸਿੰਘ ਮੁਸਾਫਰ ਸੀਗੇ, ਹੋਰ ਵੀ ਸੀਗੇ। ਅਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਵੀ ਹੈਗੀਆਂ ਨੇ ਕਿ ਕਾਂਗਰਸ ਹੀ, ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲੇ ਅੰਮ੍ਰਿਤਧਾਰੀ ਜੇ ਚੀਫ ਮਿਨਿਸਟਰ ਬਣਿਆ, ਅਤੇ ਉਹ ਸਰਦਾਰ ਦਰਬਾਰਾ ਸਿੰਘ ਸੀ, ਜਿਨ੍ਹਾਂ ਦੇ ਟਾਈਮ 'ਚ ਇਹ ਚੀਜ਼ ਹੋਈ। ਮੇਰੇ ਫਾਦਰ ਵੀ ਅੰਮ੍ਰਿਤਧਾਰੀ ਸੀਗੇ, ਉਹ ਪ੍ਰਧਾਨ ਵੀ ਬਣੇ। ਅਤੇ ਬਾਦਲ ਸਾਹਿਬ ਹੋਣੇ ਤੇ ਜਾਂ ਅਕਾਲੀ ਦਲ 'ਤੇ ਕਦੀ ਵੀ ਉਦੋਂ ਤੱਕ ਇਹਨਾਂ ਨੇ ਕਦੀ ਨਾਮ ਵੇਖਿਆ ਵੀ ਨਹੀਂ ਹੋਣਾ ਉੱਧਰ ਨੂੰ। ਅਤੇ ਦੂਸਰੀ ਚੀਜ਼, ਭੋਗਲ ਸਾਹਿਬ ਇੱਕ ਹੋਰ ਹਰਦੀਪ, ਕਿ ਜੇ ਆਪਾਂ ਸਿੱਖ ਰਾਜ ਦੀ ਗੱਲ ਕਰੀਏ, ਉਦੋਂ ਪੰਜਾਬ ਰਾਜ ਕਿਹਾ ਸੀ, ਪੰਜਾਬੀ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ। ਉਹਦੇ 'ਚ ਇੱਕ ਚੀਜ਼ ਕਿ ਬਾਬਾ ਜਦੋਂ ਜਿਹੜੇ ਸੀ ਕਿ ਉਸ ਵੇਲੇ ਦੇ ਜਥੇਦਾਰ, ਉਹਨਾਂ ਦਾ ਨਾਂ ਸੀਗਾ ਅਕਾਲ ਤਖਤ ਦੇ ਅਕਾਲੀ ਫੂਲਾ ਸਿੰਘ। ਅਕਾਲੀ ਫੂਲਾ ਸਿੰਘ ਜਦੋਂ ਉਹਨਾਂ ਨੂੰ ਵੇਖਿਆ ਅਣਬਣ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਅਤੇ ਉਹ ਛੱਡ ਕੇ ਕੇਸਗੜ੍ਹ ਸਾਹਿਬ ਚਲੇ ਗਏ ਸੀ। ਅਤੇ ਉਸ ਵੇਲੇ ਮੁਲਤਾਨ 'ਚ ਲੜਾਈ ਸੀਗੀ, ਜਿਹਦੀ ਮਹਾਰਾਜਾ ਰਣਜੀਤ ਸਿੰਘ, ਮੁਲਤਾਨ ਉਹਦੇ ਕੋਲ ਕਿਲ੍ਹਾ ਫਤਿਹ ਨਹੀਂ ਸੀ ਹੋ ਰਿਹਾ ਮੁਲਤਾਨ ਦਾ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਕਿਹਾ ਕਿ ਆਪਾਂ ਉਹਨਾਂ ਨੂੰ ਜਥੇਦਾਰ ਸਾਹਿਬ ਕੋਲ ਜਾਣਾ। ਉਹਨਾਂ ਕੋਲ 25,000 ਨਿਸ਼ਕਾਮ ਸੇਵਕ ਸੀਗਾ, ਜਿਹੜਾ ਸਿੱਖੀ ਦੇ ਨਾਲ ਜੁੜਿਆ ਸੀ, ਅਤੇ ਯੋਧੇ ਸੀਗੇ। ਅਤੇ ਜਿਸ ਵੇਲੇ ਉਹਨਾਂ ਨੇ ਕਿਹਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਥੇਦਾਰ ਸਾਹਿਬ ਨੂੰ, ਤਾਂ ਉਹਨਾਂ ਕਿਹਾ ਮੇਰੇ ਉਹ ਹੈਗੇ ਨੇ, ਸਾਡੇ ਰੋਸ ਹੈਗੇ ਨੇ, ਤੇਰੇ ਨਾਲ ਮੇਰੇ ਗਿਲੇ ਸ਼ਿਕਵੇ ਹੈਗੇ ਨੇ। ਪਰ ਕਹਿੰਦੇ ਹੁਣ ਇਹ ਕੰਮ ਨਹੀਂ ਕਿ ਮੈਂ ਗਿਲੇ ਸ਼ਿਕਵੇ ਕਰਾਉਣਾ, ਹੁਣ ਕੌਮ ਦੀ ਗੱਲ ਹੈ, ਸਿੱਖ ਕੌਮ ਦੀ ਗੱਲ ਆ। ਅਤੇ ਉਹਨਾਂ ਨੇ ਜਾ ਕੇ 25,000 ਉਹੀ ਫੌਜ ਲੈ ਕੇ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਫਤਿਹ ਕੀਤਾ। ਅਤੇ ਫਿਰ ਕਿੱਥੇ ਮੁਲਤਾਨ ਤੋਂ ਲੈ ਕੇ ਸਾਰਾ ਅਫਗਾਨਿਸਤਾਨ ਜਾਂ ਹੋਰ ਸਾਰੇ ਉਹਨਾਂ ਨੇ ਕੀਤੇ। ਇਸ ਕਰਕੇ ਹੁਣ ਇਹਨਾਂ ਚੀਜ਼ਾਂ 'ਚ ਪੈਣ ਦੀ ਬਜਾਏ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੂਗਾ। ਲੱਗਦਾ ਕਿ ਇਸ ਵੇਲੇ ਉਹ ਸਮਾਂ ਹੈਗਾ, ਇਸ ਵੇਲੇ ਉਹ ਘੜੀ ਹੈਗੀ ਹੈ ਕਿ ਹੁਣ ਜਿੱਦਾਂ ਦੀਆਂ ਗੱਲਾਂ ਕਰਦੇ ਨੇ, ਅਤੇ ਇਹਨਾਂ ਤੇ ਬਾਦਲਾਂ ਦੀ ਬੋਲੀ ਬੋਲਦੇ ਨੇ। ਇਹਨਾਂ ਨੂੰ ਹੁਣ ਸਿੱਖੀ ਵੱਲ ਪਾਸੇ ਆਉਣਾ ਚਾਹੀਦਾ ਕਿ ਆਪਾਂ ਕਿਵੇਂ ਪੰਜਾਬ ਨੂੰ ਇੱਕ ਮੁੱਠ ਰੱਖਣਾ। ਰੰਧਾਵਾ ਸਾਹਿਬ, ਅਖੀਰ ਤੇ, ਕਿਉਂਕਿ ਜਿਨ੍ਹਾਂ ਹਾਲਾਤਾਂ 'ਚ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ, ਤੁਹਾਡੇ ਨਾਲ ਇਸ ਗੱਲ ਦਾ ਚਿੰਤਨ ਵੀ ਕਰਦੇ ਰਹੇ ਹਾਂ ਕਿ ਯੂਥ ਸਾਰਾ ਬਾਹਰ ਜਾ ਰਿਹਾ, ਅਸੀਂ ਭਵਿੱਖ ਕਿਵੇਂ ਦੇਖੀਏ ਪੰਜਾਬ ਦਾ ਅੱਗੇ? ਵਾਕਈ ਸਵਾਲ ਬੜਾ ਔਖਾ। ਅਤੇ ਜਦੋਂ ਵੀ ਕਿਸੇ ਨਾਲ ਗੱਲ ਕਰੀਦੀ ਆ, ਉਹ ਇਹ ਕਹਿੰਦਾ ਕਿ ਬੱਚਿਆਂ ਤੋਂ ਜੋ ਜਿਸ ਪਾਸੇ ਪੰਜਾਬ ਤੁਰਿਆ ਜਾ ਰਿਹਾ, ਇਹਦੇ 'ਚ ਮੈਂ ਆਪਣਾ ਵੀ ਸਮਝਦਾ, ਸਾਡਾ ਵੀ ਕਸੂਰ ਹੈ, ਸਾਡੀ ਵੀ ਗਵਰਨਮੈਂਟ ਰਹੀ ਆ, ਕਿਤੇ ਨਾ ਕਿਤੇ ਤੇ ਸਾਨੂੰ ਕਰਨਾ ਪਏਗਾ ਯਾਰ।
ਕਿਉਂਕਿ ਤੇ ਇਹਦੇ ਮੈਨੂੰ ਸਾਰੇ ਲੱਗਦਾ ਕਿ ਜਿਹੜੀ ਮੈਂ ਹੁਣੇ ਜਿਹੜੀ ਗੱਲ ਮੈਂ ਕਹਿ ਕੇ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਉਹਨਾਂ ਦੀ ਜਥੇਦਾਰ ਸਾਹਿਬ ਦੀ ਗੱਲ ਕੀਤੀ ਆ, ਇਹ ਸਾਰਿਆਂ ਨੂੰ ਉਹਨਾਂ ਚੀਜ਼ਾਂ ਤੋਂ ਉੱਠ ਕੇ ਤੇ ਸਾਰੇ ਪੰਜਾਬੀਆਂ ਨੂੰ ਬੈਠ ਕੇ ਦਿੱਤੇ ਗੱਲ ਕਰਨੀ ਪਈ। ਕਿਉਂਕਿ ਮੈਨੂੰ ਲੱਗਦਾ ਕਿ ਜਿੰਨੇ ਵੀ ਅਸੀਂ ਵੱਡੇ ਵੱਡੇ ਅਫਸਰਾਂ ਦੀ ਲੌਬੀ ਦੇਖ ਲਈਏ, ਉਹਨਾਂ ਦੇ ਬੱਚੇ ਵੀ ਬਾਹਰ ਗਏ ਹੋਏ ਆ। ਜਿਹੜੇ ਪੋਲੀਟੀਕਲ ਕਲਾਸ ਦੀ ਅਸੀਂ ਗੱਲ ਕਰ ਲਈਏ, ਉਹਨਾਂ ਨੇ ਵੀ ਆਪਣੇ ਬੱਚੇ ਬਾਹਰ ਭੇਜੇ ਹੋਏ ਆ। ਬਹੁਤੇ ਲੋਕ ਜਿਹੜੇ ਕਲਾਕਾਰ ਨੇ, ਸਿੰਗਰ ਨੇ, ਉਹਨਾਂ ਨੇ ਤਾਂ ਬਾਹਰਲੀਆਂ ਪੀਆਰਾਂ ਵੀ ਲਈਆਂ ਹੋਈਆਂ ਨੇ। ਇੱਥੇ ਮੈਨੂੰ ਲੱਗਦਾ ਕਿ ਉਹੀ ਰੋਕ ਇੱਥੇ ਰਹਿ ਕੇ ਵੀ ਕੀ ਕਰਨਗੇ ਜਿਹੜੇ ਇਹੋ ਜਿਹੇ ਨੇ ਕਿ ਪਤਾ ਨਹੀਂ ਕਿਹੜੇ ਪਾਸੇ ਐਕਸਟ੍ਰੈਕਸ਼ਨ ਦੀ ਗੱਲ ਆ ਜਾਣੀ ਆ, ਕਿਸ ਪਾਸੇ ਗੋਲੀ ਆ ਜਾਣੀ ਆ। ਜਿਹੜੇ ਬੰਦੇ ਪੰਜਾਬ 'ਚ ਤੁਰੇ ਫਿਰਦੇ ਨੇ, ਗੁੰਡੇ ਜਿਹਨੂੰ ਗੈਂਗਸਟਰ ਕਹਿ ਦਿੰਦੇ ਨੇ, ਉਹਨਾਂ ਦੇ ਹੱਥ 'ਚ ਤੇ ਪਿਸਤੌਲ ਹੈ, 10,000 ਤੇ ਬੰਦਾ ਮਾਰ ਦਿੰਦੇ ਆ। ਇਹ ਤੇ ਗਵਰਨਮੈਂਟ ਦਾ ਕੰਮ ਹੈ ਨਾ, ਇਹ ਗਵਰਨਮੈਂਟ ਨੇ ਵੇਖਣਾ ਕਿ ਅਸੀਂ ਇਹਨਾਂ ਨੂੰ ਨੱਥ ਪਾਉਣੀ ਆ। ਇਹਨਾਂ ਤੋਂ ਪਹਿਲੀ ਗੱਲ ਤੇ ਆਪਾਂ ਜਾ ਰਹੇ ਹਾਂ, ਮੈਨੂੰ ਪੋਲੀਟੀਕਲ ਗੱਲ ਵੈਸੇ ਕਰਨੀ ਨਹੀਂ ਚਾਹੀਦੀ। ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਹੈਦਰਾਬਾਦ, ਤੇ ਇੱਥੋਂ ਦੇ ਸਾਰੇ ਉੱਠ ਕੇ ਉੱਥੇ ਬੈਠੇ ਨੇ, ਉਹਦੇ ਕੋਲ ਜੋਗੀ ਕੋਲ ਬੈਠੇ ਆ ਕਿ ਅਸੀਂ ਤੁਹਾਡੇ ਨਾਲ ਜੇ ਇੱਥੇ ਯੂਪੀ ਜਾ ਕੇ ਕਰਨਾ। ਪਹਿਲਾਂ ਪੰਜਾਬ ਉੱਤੇ ਤੇ ਸਾਂਭ ਲਓ, ਬਾਹਰੋਂ ਲਿਆਉਣ ਦੀ ਬਜਾਏ ਇਹਨਾਂ ਨੂੰ ਇਨਸੈਂਟਿਵ ਦਿਓ, ਇਹਨਾਂ ਦੀ ਸਿਕਿਉਰਿਟੀ ਕਰੋ ਤੇ ਪੰਜਾਬ ਤੇ ਤਾਂ ਬਚੋ। ਤੁਹਾਨੂੰ ਫਿਊਚਰ ਨਜ਼ਰ ਕੀ ਆ ਰਿਹਾ ਵੈਸੇ ਪੰਜਾਬ ਦਾ? ਫਿਊਚਰ ਤੇ ਬਹੁਤ ਵਧੀਆ ਬ੍ਰਾਈਟ ਹੈ। ਇਹੋ ਜਿਹੀ ਕੋਈ ਨਹੀਂ, ਇਹੋ ਜਿਹੀ ਬਹਾਦਰ ਕੌਮ ਜਿੱਦਾਂ ਦੀ ਇਹਨਾਂ ਦੇ ਸੋਚ, ਕੰਮ ਕਰਨ ਦੀ ਲਗਨ, ਫਿਊਚਰ ਪੰਜਾਬ ਦਾ ਹੀ ਆ ਹਿੰਦੁਸਤਾਨ ਦੇ ਵਿੱਚ। ਔਰ ਪੰਜਾਬੀ ਜਿਹੜੇ ਨੇ ਬੜੇ ਸਟਰੋਂਗ ਨੇ। ਪਾਕਿਸਤਾਨ ਦੀਆਂ ਹਿੰਦਾਸਾਂ ਬੰਦ ਕਰ ਦਿੰਦੇ ਆ, 65 'ਚ ਕੀਤੀਆਂ, 71 'ਚ ਕੀਤੀਆਂ, ਹੁਣ ਗਾਂ ਵੀ ਕਰਦੇ ਆ, ਅੱਤਵਾਦ 'ਚ ਵੀ ਕੀਤੀਆਂ, ਅੱਗੇ ਵੀ ਕਰਨੀਆਂ। ਤਾਂ ਇਹ ਕਰਕੇ ਪੰਜਾਬੀਆਂ ਦਾ ਮੁਕਾਬਲਾ ਨਹੀਂ ਹੈਗਾ ਕਿਤੇ। ਬਹੁਤ ਸ਼ੁਕਰੀਆ ਰੰਧਾਵਾ ਸਾਹਿਬ। ਮੈਨੂੰ ਲੱਗਦਾ ਕਿ ਅੱਜ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੋਈਆਂ ਜਿਹੜੀਆਂ ਆਮ ਤੌਰ ਤੇ ਆਪਾਂ ਨਹੀਂ ਕਰਦੇ। ਸਾਰੀਆਂ ਸਿਆਸੀ ਗੱਲਾਂ ਹੁੰਦੀਆਂ ਨੇ, ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਆਈਆਂ ਹੋਣੀਆਂ ਕਿ ਜਿਹੜੀ ਸਫ਼ਰ ਦੇ ਵਿੱਚੋਂ ਤੁਸੀਂ ਲੰਘੇ ਆ। ਮੇਰੇ ਪਿੰਡ ਦਾ ਸਕੂਲ ਜ਼ਰੂਰ ਦੇਖ ਕੇ ਜਾਇਓ, ਪਿੰਡ ਦੇ ਆਲੇ ਦੁਆਲੇ ਵੀ ਜ਼ਰੂਰ ਵੇਖਿਓ ਕਿ ਵਾਕਈ ਮੈਂ ਕੋਸ਼ਿਸ਼ ਕੀਤੀ ਜਿੰਨੇ ਨਾਲ ਨੇੜੇ ਨੇੜੇ ਪਿੰਡ ਸਾਰਿਆਂ ਦੇ ਮੈਂ ਤਕਰੀਬਨ ਹੀ, ਇਹ ਨਹੀਂ ਕਿ ਇਹਨੂੰ ਕੋਈ ਕਹਿ ਸਕਦਾ ਕਿ ਮੇਰੀ ਗਲੀ ਨਹੀਂ ਬਣੀ, ਮੇਰਾ ਹੋਰ ਨਹੀਂ ਕੋਈ ਬਣਾ। ਜਿਹੜਾ ਪਰਸਨ ਹੁੰਦੇ ਕੋਈ ਐਵੇਂ ਕਹਿ ਦਿੰਦਾ ਜੀ ਉਹ ਤਾਂ। ਮੈਨੂੰ ਇੱਕ ਗੱਲ ਤੁਹਾਡੀ ਯਾਦ ਆ ਕਿ ਕੰਮ ਜਿੰਨਾ ਮਰਜ਼ੀ ਕਰਾ ਲਓ, ਜਦੋਂ ਲੋਕਾਂ ਦਾ ਨਿੱਜੀ ਕੰਮ ਨਹੀਂ ਹੁੰਦਾ ਉਹਨਾਂ ਨੇ ਕਹਿਣਾ ਵੀ ਕੰਮ ਹੀ ਨਹੀਂ ਕੀਤਾ। ਨਿੱਜੀ ਕਰਵਾ। ਇੱਕ ਮੈਂ ਹੋਰ ਦੱਸਦਾ, ਨਿੱਜੀ ਕੰਮ ਵਾਲਾ ਸਭ ਤੋਂ ਪਹਿਲਾਂ ਤੁਹਾਡੇ ਅਗੇਂਸਟ ਜਾਂਦਾ, ਤੇ ਜਿਹਨੇ ਜਨਰਲ ਲਿਆ ਹੁੰਦਾ ਉਹ ਨਹੀਂ ਜਾਂਦਾ। ਨਿੱਜੀ ਕੰਮ ਵਾਲੇ ਤੁਹਾਡੇ ਅਗੇਂਸਟ, ਪੋਲੀਟੀਕਲ ਬੰਦਿਆਂ ਦੇ ਨਿੱਜੀ ਕੰਮ ਲੈ ਕੇ ਤੇ ਉਹ ਫਿਰ ਨਿੱਜੀ ਕੰਮ ਹੋਰ ਕਿਸੇ ਕੋਲ ਲੈਣ ਲਈ ਵੀ ਤੁਰ ਪੈਂਦੇ, ਉਹਨਾਂ ਦੀ ਆਦਤ ਬਣ ਜਾਂਦੀ ਹੈ। ਬਹੁਤ ਸ਼ੁਕਰੀਆ ਰੰਧਾਵਾ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸੋ ਇਹ ਸਨ ਸੁਖਜਿੰਦਰ ਸਿੰਘ ਰੰਧਾਵਾ। ਅੱਜ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਦੇ ਸਫ਼ਰ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਅਸੀਂ ਨਹੀਂ ਦੇਖਦੇ, ਨਹੀਂ ਪਤਾ ਹੁੰਦੀਆਂ ਪੋਲੀਟੀਕਲ ਕਲਾਸ ਦੇ ਬਾਰੇ, ਤਾਂ ਜੋ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਰੰਧਾਵਾ ਸਾਹਿਬ ਨੇ ਬੜੇ ਵਿਵਾਕ ਢੰਗ ਦੇ ਨਾਲ ਆਪਣੇ ਸਫ਼ਰ ਬਾਰੇ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਤੁਸੀਂ ਅੱਜ ਤੱਕ ਨਹੀਂ ਸੁਣੀਆਂ ਸੀਗੀਆਂ। ਤਾਂ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਵੀ ਬਹੁਤ ਸਾਰਾ ਕੁਝ ਨਵਾਂ ਪਤਾ ਲੱਗਿਆ ਹੋਣਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝਾ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਅਗਰਾਨੀ ਹੈ। ਬਹੁਤ ਬਹੁਤ ਧੰਨਵਾਦ।